हम अवगुणी भरे एक गुण नाही, अमृत छाड़ बिखै बिख खाई। हम अवगुण भरे एक गुण नहीं, अमृत छाड़ बिखे बिख खाई। ਹੁਣ ਭੱਟ ਤਾਂ ਕਹਿੰਦਾ ਵੀ ਅਸੀਂ ਔਗਣਾਂ ਦੇ ਭਰੇ ਹੋਏ ਹਾਂ। ਗੁਰਬਾਣੀ ਦਾ ਕਹਿੰਦੀ ਆ ਤੂੰ ਸਾਹਿਬ ਗੁਣੀ ਨਿਧਾਨਾ, ਇਹ ਦੇਹਧਾਰੀ ਨੂੰ ਕਹਿੰਦੇ ਨੇ ਸਰਗੁਣ। ਜਿਹੜਾ ਸਰਗੁਣ ਹੈ ਬਾਹਮਣ ਨੇ ਕਿਹਾ, ਪੰਡਤ ਨੇ ਸਰਗੁਣ ਮੰਨਿਆ, ਵਿਦਵਾਨਾਂ ਨੇ ਸਾਡੇ ਟੀਕੇ ਵਾਲੇ ਨੇ, ਉਹ ਉਲਟੀ ਹੈ ਗੱਲ, ਪਲਟੀ ਹੈ ਇਹ ਗੱਲ ਪਲਟਦੀ ਹੈ ਅਸਲ ਦੇ ਵਿੱਚ ਉਹ ਵੀ ਉਹਨਾਂ ਦੀ। ਹਮ ਅਵਗੁਣ ਭਰੇ, ਜਿਹੜੇ ਸੰਸਾਰ ਦੇ ਜੀਵ ਨੇ ਔਗਣਾਂ ਕਰਕੇ ਇੱਥੇ ਆਏ ਨੇ, ਔਗਣ ਛੱਡਣ ਆਏ ਨੇ। ਅਵਗੁਣ ਭਰੇ, ਔਗਣਾਂ ਦੇ ਭਰੇ ਹੋਏ ਹਾਂ। ਇੱਕ ਗੁਣ ਨਹੀਂ, ਕੋਈ ਵੀ ਗੁਣ ਨਹੀਂ ਸਾਡੇ ਤਾਂ। ਇਹਦੇ ਚਾਰੇ ਗੁਣ ਜਿਹੜੇ ਨੇ ਵੱਡੇ, ਚਾਰੇ 'ਚ ਹੈ ਨਹੀਂ। ਜੀਵ ਨੇ ਆਪਣੇ ਗੁਣ ਗਵਾ ਲਏ, ਸਰੀਰ ਨੂੰ ਆਪਣੀ ਦੇ ਮਨ ਬੈਠਿਆ, ਨਾਸਵੰਤ ਹੋ ਗਿਆ, ਜਾ ਕੇ ਨਾਸਵੰਤ ਹੈ ਨਹੀਂ। ਅਕਾਲ ਮੂਰਤ ਦੀ ਜਲਦੀ ਰਹੀ। ਅਕਾਲ ਮੂਰਤ ਅੰਤਰਾਤਮਾ ਦੀ ਆਵਾਜ਼ ਸੀ ਇਹਦੀ ਮੂਰਤ ਹੈ ਅਕਾਲ ਮੂਰਤ। ਅੰਤਰਾਤਮਾ ਦੀ ਆਵਾਜ਼ ਨੂੰ ਭੁੱਲ ਗਿਆ, ਬਾਹਰਲੀ ਸਰੀਰ ਨਾਲ ਜੁੜ ਗਿਆ, ਆਪਣੀ ਜਿਹੜੀ ਸਰੂਪ ਹੈ ਅਕਾਲ ਮੂਰਤੀ ਦਾ ਉਹ ਗਵਾ ਬੈਠਿਆ, ਭੁੱਲ ਗਿਆ। ਗਵਾਇਆ ਨਹੀਂ, ਭੁੱਲ ਗਿਆ। ਮਰਦਾ ਹੈ ਹੀ ਨਹੀਂ, ਸਰੀਰ ਛੱਡਦਾ, ਉਹਨੂੰ ਜੰਮਣ ਮਰਨ ਮੰਨ ਲਿਆ। ਇਹੋ ਜਿਹਾ ਕੁਛ ਹੋਇਆ ਹੈ। ਹਮ ਅਵਗੁਣ ਭਰੇ ਇੱਕ ਗੁਣ ਨਹੀਂ, ਅੰਮ੍ਰਿਤ ਕਿਉਂ ਭਰੇ? ਅੰਮ੍ਰਿਤ ਛਾੜ ਵਿਖੇ ਬਿਖ ਖਾਈ। ਸੱਚ ਛੱਡਤਾ, ਅੰਦਰ ਅੰਤਰਾਤਮਾ ਦੀ ਆਵਾਜ਼ ਛੱਡਤੀ, ਉਹਦੀ ਖੁਰਾਕ ਭੁੱਲ ਗਏ। ਅੰਤਰਾਤਮਾ ਦੀ ਖੁਰਾਕ ਕੀ ਹੈ? ਗੁਰ ਦੀ ਖੁਰਾਕ ਕੀ ਸੀ? ਗੁਰ ਕੀ ਸੇਵਾ ਸ਼ਬਦ ਵਿਚਾਰ। ਉਹਦੀ ਸ਼ਬਦ ਵਿਚਾਰ 'ਚ ਉਹਦੀ ਖੁਰਾਕ ਸੀ, ਬ੍ਰਹਮ ਗਿਆਨੀ ਦਾ ਭੋਜਨ ਗਿਆਨ ਸੀ। ਜਿਹੜਾ ਬ੍ਰਹਮ ਦੀ ਖੁਰਾਕ ਸੀ, ਉਹਦੇ ਵੱਲ ਧਿਆਨ ਨਹੀਂ। ਇਹ ਅਵਗੁਣ ਹੈ, ਵੱਡਾ ਅਵਗੁਣ ਹੈ। ਸਰੀਰ ਦੀ ਖੁਰਾਕ ਦੇ ਵਿੱਚ ਸਾਰਾ ਦਿਨ ਭੱਜੇ ਫਿਰਦੇ। ਇਹ ਤਾਂ ਫਿਰ ਵਿਖਾ ਅੰਮ੍ਰਿਤ ਛਾੜ ਜਿਹੜੀ ਵਿਖਿਆ ਖਾਂਦੇ, ਸਰੀਰ ਵਾਸਤੇ ਖਾਂਦੇ, ਆਪਣੇ ਵਾਸਤੇ ਖਾਂਦੇ। ਆਤਮਾ ਦੀ ਖੁਰਾਕ ਨਹੀਂ ਹੈ ਜੋ ਅਸੀਂ ਖਾਂਦੇ ਹਾਂ ਰੋਜ਼। ਜੇ ਆਤਮਾ ਦੀ ਖੁਰਾਕ ਮੰਨੀ ਹੋਈ ਹੈ ਤਾਂ ਅਵਗੁਣ ਭਰੇ ਹਾਂ। ਇਹ ਗੁਣ ਨਹੀਂ। ਫਿਰ ਬੁੱਧੀ ਮਾਰੀ ਹੋਈ ਹੈ, ਅਕਲ ਮਾਰੀ ਹੋਈ ਹੈ। ਅਕਲ ਵਾਲਾ ਖਾਣਾ ਹੀ ਖਤਮ ਹੈ। ਅੰਮ੍ਰਿਤ ਛਾੜ ਜੋ ਆਤਮਾ ਦੀ ਖੁਰਾਕ ਉਹ ਛੱਡਤੀ, ਉਹ ਸ਼ਬਦ ਵਿਚਾਰ 'ਚੋਂ ਮਿਲਣੀ ਸੀ, ਵਿਖੇ ਵੇਖਾਂ। ਉਹ ਮਾਇਆ ਦੀ ਖੁਰਾਕ ਨੂੰ ਆਪਣੀ ਖੁਰਾਕ ਮੰਨ ਲਿਆ। ਜ਼ਹਿਰ ਖਾਂਦੇ ਸਾਰਾ ਦਿਨ। ਹਾਂਜੀ। ਅੰਮ੍ਰਿਤ ਛਾੜ ਵਿਖੇ ਬਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸੂ ਪ੍ਰੀਤ ਲਗਾਈ। ਮਾਇਆ ਮੋਹ, ਮਾਇਆ ਸਰੀਰ ਦਾ ਮੋਹ ਹੈ। ਸਰੀਰ ਦਾ ਵੀ ਹੈ, ਸਰੀਰਾਂ ਦਾ ਵੀ ਹੈ। ਬਾਹਰਲੇ ਸਰੀਰਾਂ ਆਪਣੇ ਦਾ ਵੀ ਹੈ, ਬਾਹਰਲਿਆਂ ਦਾ ਵੀ। ਮਾਇਆ ਮੋਹ ਭਰਮ ਪੈ ਭੂਲੇ, ਇਹ ਭਰਮ ਹੈ। ਮਾਇਆ ਦਾ ਮੋਹ ਭਰਮ ਹੈ। ਮਾਇਆ ਜੀਵ ਮਾਇਆ ਨਹੀਂ ਹੁੰਦਾ। ਮਾਇਆ ਵਿੱਚ ਜੀਵ ਹੁੰਦਾ, ਸਰੀਰ ਵਿੱਚ ਜੀਵ ਹੁੰਦਾ। ਮਾਇਆ ਮੋਹ ਭਰਮ ਪੈ ਭੂਲੇ, ਸੁਤਦਾਰਾ ਸੂ ਪ੍ਰੀਤ ਲਗਾਈ। ਸਰੀਰ ਕਰਕੇ, ਮਾਇਆ ਕਰਕੇ ਹੀ ਪਾਇਆ। ਸਰੀਰ ਕਰਕੇ ਹੀ ਪਾਇਆ। ਸਰੀਰ ਨਾ ਚਲਾ ਜਾਵੇ, ਬਿਮਾਰ ਨਾ ਹੋ ਜਾਵੇ, ਇਹ ਨਾ ਹੋ ਜਾਵੇ, ਉਹ ਨਾ ਹੋ ਜਾਵੇ। ਭਰਮ ਪੈ ਭੂਲੇ, ਸੁਤਦਾਰਾ ਸੋ ਪ੍ਰੀਤ ਲਗਾਈ। ਸੁਤ ਔਲਾਦ ਜਾਂ ਦਾਰਾ ਇਸਤਰੀ, ਇਹਦੇ ਨਾਲ ਸਾਡੀ ਪ੍ਰੀਤ ਹੈ। ਸੁਤਦਾਰਾ ਸੋ ਪ੍ਰੀਤ ਲਗਾਈ। ਦੇਖੋ ਮਾਂ ਬਾਪ ਨਾਲ ਪ੍ਰੀਤ ਨਹੀਂ, ਸੁਤਦਾਰਾ ਸੋ ਪ੍ਰੀਤ ਹੈ। ਮਾਂ ਬਾਪ ਛੱਡਤੇ, ਪਰ ਪਹਿਲਾਂ ਮਾਂ ਬਾਪ ਨਾਲ ਪ੍ਰੀਤ ਸੀ। ਉਹ ਛੁੱਟ ਗਈ, ਇੱਧਰ ਲੱਗ ਗਈ। ਜੇ ਪ੍ਰੀਤ ਹੁੰਦੀ ਨਹੀਂ ਤੀ ਛੁੱਟਦੀ। ਮੋਹ ਸੀ, ਮੋਹ ਛੁੱਟਦਾ ਹੀ ਰਹਿੰਦਾ। ਉਹਦੀਆਂ ਲਾਈਨਾਂ ਬਦਲਦੀਆਂ ਰਹਿੰਦੀਆਂ ਨੇ, ਨਵਾਂ ਪੈਂਦਾ ਰਹਿੰਦਾ, ਪੁਰਾਣਾ ਛੁੱਟਦਾ ਰਹਿੰਦਾ। ਪ੍ਰੀਤ ਤਾਂ ਛੁੱਟੇ ਨਹੀਂ ਸਕਦੀ।
ਇਹ ਝੂਠੀ ਪ੍ਰੀਤ ਹੈ, ਸੰਸਾਰ ਦੀ ਝੂਠੀ ਛੁੱਟ ਜਾਂਦੀ ਹੁੰਦੀ ਹੈ। ਝੂਠੀ ਤਾਂ ਚੀਜ਼ ਦਾ ਕੀ ਹੈ? ਝੂਠ ਦਾ ਨਾਸਵੰਤ ਹੈ, ਸੰਸਾਰ ਦੀ ਪ੍ਰੀਤ ਵੀ ਨਾਸਵੰਤ ਹੈ। ਪਹਿਲੀ ਛੁੱਟ ਗਈ, ਉਹ ਬਦਲੀ ਜਾਂਦੀ ਹੈ, ਲਾਈਨ ਬਦਲੀ ਜਾਂਦੀ ਹੈ, ਗੱਡੀ ਲਾਈਨ ਬਦਲੀ ਜਾਂਦੀ ਹੈ। ਸੁਧਾਰਾ ਸੋ ਪ੍ਰੀਤ ਲਗਾਈ, ਸੁਧਾਰਾ ਨਾਲ ਵੀ ਟੁੱਟ ਜਾਂਦੀ ਹੈ, ਇਹ ਕਿਹੜਾ ਨਹੀਂ ਟੁੱਟਦੀ। ਉਸ ਵੇਲੇ ਲਗਾਈ ਕਹਿ ਰਿਹਾ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇ ਮਲੰਤ ਜਮ ਤਰਾਸ ਮਿਟਾਈ। ਅਸੀਂ ਫਿਰ ਇਹ ਸੁਣਿਆ ਕਿ ਇੱਕ ਉੱਤਮ ਪੰਥ ਹੈ ਇੱਥੇ ਹੋਰ। ਇਹਦਾ ਮਤਲਬ ਪੰਥ ਬਹੁਤ ਨੇ, ਪੰਥ ਬਹੁਤ ਸੀਗੇ ਉਦੋਂ ਵੀ, ਰਸਤੇ ਬਹੁਤ ਸੀ। ਉਹਨਾਂ ਜੋ ਇੱਕ ਉੱਤਮ ਪੰਥ ਸੁਣਿਆ ਵੀ ਉਹ ਪੰਥ ਹੈ ਜਿਹੜਾ ਗੁਰ ਸੰਗਤ, ਉਹ ਗੁਰ ਸੰਗਤ ਹੈ। ਉਹ ਐਸੀ ਸੰਗਤ ਹੈ ਇਕੱਠੀ ਹੋ ਕੇ ਗਿਆਨ ਵਿਚਾਰੇ ਕਰਦੀ ਹੈ। ਗਿਆਨ ਵਿਚਾਰ ਵਾਲੀ ਸੰਗਤ ਗੁਰ ਸੰਗਤ ਹੈ। ਜਿੱਥੇ ਗਿਆਨ ਵਿਚਾਰ ਨਹੀਂ ਨਾ ਹੁੰਦਾ, ਉਹ ਗੁਰ ਸੰਗਤ ਨਹੀਂ ਹੁੰਦੀ। ਜਿੱਥੇ ਗਿਆਨ ਦੀ ਪੜ੍ਹਾਈ ਪੜ੍ਹੀ ਜਾਂਦੀ ਹੈ, ਵਿਚਾਰੀ ਜਾਂਦੀ ਹੈ, ਸਮਝੀ ਜਾਂਦੀ ਹੈ, ਉਹ ਗੁਰ ਸੰਗਤ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਿਲੰਤ, ਜਦ ਉਹਦੇ ਨਾਲ ਜਾ ਕੇ ਮਿਲੇ ਨਾ, ਜਮ ਤਰਾਸ ਮਿਟਾਈ। ਬਾਅਦ ਫਿਰ ਜਮ ਦੀ ਤਰਾਸ ਮਿਟੀ ਹੈ ਸਾਡੀ। ਯਾਨੀ ਗੁਰੂ ਘਰ ਦੇ ਵਿੱਚ ਜਦ ਆਏ ਨੇ, ਗੁਰ ਸੰਗਤ ਵਿੱਚ ਮਿਲੇ ਨੇ, ਕਹਿੰਦੇ ਜਦ ਜਮ ਦੀ ਤਰਾਸ ਮਿਟੀ ਹੈ। ਫਿਰੇ ਅਸੀਂ ਬਥੇਰੇ ਹਾਂ। ਉਹ ਜਿਹੜਾ ਪਹਿਲਾਂ ਫਿਰੇ ਕਹਿੰਦੇ ਉਹਦੇ ਨਾਲ ਇਹ ਗੱਲ ਮਿਲਤੀ, ਤੇ ਮਿਲੰਤ ਜਮ ਤਰਾਸ ਮਿਟਾਈ। ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਹੁਣ ਮਿਲੰਤ ਲਫ਼ਜ਼ ਵਰਤਿਆ ਉਹਨੇ। ਮਿਲੰਤ ਕਿਵੇਂ ਵਰਤ ਲਿਆ? ਤੇ ਮਿਲੰਤ ਮਿਲ ਕੇ ਜਮ ਤਰਾਸ ਮਿਟੀ ਆ। ਮਿਲੇ ਬੈਠੇ ਨੇ ਭੱਟ, ਕੁਰਬਾਨੀ ਦੇ ਵਿੱਚ ਹੀ ਮਿਲਣੇ, ਐ ਮਿਲੀਦਾ। ਉਹ ਇਕੱਠੇ ਹੋ ਕੇ ਨਹੀਂ ਮਿਲੀਦਾ ਜਿਵੇਂ ਇਕੱਠ ਕਰ ਲੈਂਦੇ ਨੇ ਇਹ ਰੋਜ਼ ਗੁਰਦੁਆਰੇ। ਉਹ ਮਿਲੰਤ ਨਹੀਂ ਹੈ। ਮਿਲੇ ਤਾਂ ਵਿਛੜਦੇ ਹੀ ਨਹੀਂ ਹੁੰਦੇ। ਮਿਲੇ ਨਹੀਂ ਵਿਛੜਦੇ, ਆਤਮਾ ਦਾ ਮੇਲ ਹੁੰਦਾ, ਉਹ ਵਿਛੜਦੇ ਹੀ ਨਹੀਂ। ਨਾ ਸਰੀਰ ਕਰਕੇ ਮੇਲ ਹੁੰਦਾ, ਨਾ ਸਰੀਰ ਕਰਕੇ ਵਿਛੋੜਾ ਹੁੰਦਾ। ਇਹ ਤਾਂ ਇਕੱਠ ਕਰਨ ਨੂੰ ਮਿਲੇ ਕਹਿੰਦਾ। ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਹੋ ਗਏ ਉਹਨਾਂ ਨਾਲ, ਵਿਚਾਰਧਾਰਾ ਇੱਕ ਹੋ ਗਈ, ਸੋਚ ਇੱਕ ਹੋ ਗਈ, ਫਰਕ ਹੀ ਨਹੀਂ ਰਿਹਾ ਕਿਤੇ। ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਭਾਟ ਕੀਰਤ ਕੀ। ਭਾਟ ਕੀਰਤ ਹੈ ਜਿਹੜਾ, ਉਹਦੀ ਅਰਦਾਸ ਹੈ ਇੱਕ। ਰਾਮ ਜਿਹੜਾ ਅੰਦਰ ਬੋਲਦਾ ਹੈ, ਗੁਰੂ ਰਾਮ ਹੈ। ਰਾਮ ਹੈ ਗੁਰੂ ਰਾਮ ਜਿਹੜਾ ਅੰਦਰ ਹੈ ਮੇਰੇ, ਸਭ ਮੇਰੇ ਅੰਦਰ ਬੋਲਣ ਵਾਲਾ ਹੈ। ਦਾਸ ਰਾਖੋ ਸ਼ਰਨਾਈ। ਮੈਂ ਤੇਰਾ ਦਾਸ ਹਾਂ, ਹੁਣ ਤੇਰੇ ਨਾਲ ਮੇਰਾ ਵਿਰੋਧ ਨਹੀਂ, ਮੈਨੂੰ ਆਪਣੀ ਸ਼ਰਨ 'ਚ ਰੱਖ। ਰਾਮ ਦੀ ਆਵਾਜ਼ ਸੁਣ ਕੇ ਬੋਲਦਾ ਨਾ, ਰਾਮ ਦਾ ਬੁਲਾਇਆ ਹੀ ਬੋਲਦਾ, ਪਰਮੇਸ਼ਰ ਦਾ ਬੁਲਾਇਆ ਬੋਲਦਾ। ਅਸਲ 'ਚ ਪਰਮੇਸ਼ਰ ਦਾ ਬੁਲਾਇਆ ਬੋਲਦਾ ਵੀ ਤੂੰ ਆ ਰਾਮ ਨੂੰ ਕਹਿ ਵੀ ਮੈਨੂੰ ਹੁਣ ਆਪਣੀ ਸ਼ਰਨ 'ਚ ਰੱਖ। ਮੈਂ ਰਹਿਣਾ ਚਾਹੁੰਦਾ ਸ਼ਰਨ ਦੇ ਵਿੱਚ, ਤੂੰ ਵੀ ਰੱਖ। ਗੁਰੂ ਰਾਮ ਦਾਸ ਰੱਖੋ ਸ਼ਰਨਾਈ। ਰਾਮ ਦਾਸ ਨਹੀਂ ਹੁੰਦਾ, ਰਾਮ ਰਾਜਾ ਹੁੰਦਾ। ਰਾਮ ਫਿਰ ਕਿਹਦਾ ਦਾਸ ਹੈ? ਰਾਮ ਨਾਲ ਦਾਸ ਲਫ਼ਜ਼ ਨਹੀਂ ਲੱਗ ਸਕਦਾ। ਰਾਮ ਕਾ ਦਾਸ ਤਾਂ ਹੁੰਦਾ, ਰਾਮ ਆਪਣਾ ਆਪ ਕਿਸੇ ਦਾ ਦਾਸ ਨਹੀਂ। ਰਾਮ ਕਿਹਦਾ ਦਾਸ ਹੈ ਫਿਰ? ਰਾਮ ਤੋਂ ਵੱਡਾ ਕੌਣ ਹੈ ਜਿਹਦਾ ਦਾਸ ਹੈ ਉਹ? ਦਾਸ ਨਹੀਂ ਕਿਸੇ ਦਾ ਵੀ। ਰਾਮ ਨਾਲ ਦਾਸ ਲੱਗਦਾ ਹੀ ਨਹੀਂ ਹੁੰਦਾ ਲਫ਼ਜ਼। ਹਾਂਜੀ, ਗੁਰੂ ਰਾਮ ਦਾਸ ਰਾਖੋ ਸ਼ਰਨਾਈ। ਰੱਖੋ ਸ਼ਰਨਾਈ। ਜਿਹੜਾ ਗੁਰ ਹੈ ਉਹ ਰਾਮ ਹੈ, ਗੁਰਦੇਵ ਰਾਮ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ ਰਾਮ ਹੈ। ਸਭੇ ਘੱਟ ਬੋਲਦਾ। ਉਹਨੂੰ ਕਹਿ ਰਿਹਾ ਮੈਨੂੰ ਆਪਣੀ ਸ਼ਰਨ ਰੱਖ, ਰਹਿਣਾ ਤਾਂ ਉਹਦੀ ਸ਼ਰਨ 'ਚ ਅੰਦਰ ਹੈ। ਤੇ ਰਾਮਦਾਸ ਨੂੰ ਕਹਿੰਦੇ ਨੇ ਆਪਣੀ ਸ਼ਰਨ ਰੱਖ। ਤੇ ਉੱਤਮ ਪੰਥ ਸੁਣਿਆ। ਉੱਤਮ ਪੰਥ ਕਿਹਦਾ ਸੀ? ਉਹ ਗੁਰ ਸੰਗਤ ਸੀ। ਉਹ ਇਹ ਪੰਥ ਹੈ ਗੁਰ ਸੰਗਤ।
ਜਿਹੜਾ ਗੁਰਦੇਵ ਮਾਤਾ ਗੁਰਦੇਵ ਪਿਤਾ ਉਹਦੀ ਸੰਗਤ ਕਰਨੀ ਹੈ। ਅੰਦਰ ਜੋੜਦੇ ਹੀ ਹੈ ਗੁਰਬਾਣੀ ਸਾਰਿਆਂ ਨੂੰ ਆਪਣੇ ਹੀ, ਬਾਹਰ ਨਹੀਂ ਸੰਗਤ ਹੁੰਦੀ, ਸੰਗਤ ਅੰਦਰੇ ਹੁੰਦੀ ਹੈ। ਗੁਰਬਾਣੀ ਸਾਰਿਆਂ ਨੂੰ ਉਹਨਾਂ ਦੇ ਮੂਲ ਨਾਲ ਜੋੜਦੀ ਹੈ, ਬਸ ਇਹੀ ਸੰਗਤ ਹੈ ਗੁਰਸੰਗਤ। ਅੰਦਰੇ ਜੁੜੇ ਰਹੋ, ਆਪਣੇ ਇੱਕ ਹੋ ਕੇ ਰਹੋ, ਇਹ ਗੁਰਸੰਗਤ ਹੈ। ਔਰ ਗੁਰਸੰਗਤ ਕੀ ਹੈ? ਬਾਹਰ ਇਕੱਠੇ ਹੋਣ ਦਾ ਨਾਮ ਗੁਰਸੰਗਤ ਨਹੀਂ। ਜਿਹੜੇ ਇਕੱਠੇ ਉਹਨਾਂ ਨੇ ਗੋਲਕਾਂ ਖਾਤਰ ਲੜਦੇ ਨੇ, ਫਿਰ ਉਹ ਆਪ ਹੀ ਨਹੀਂ ਇਕੱਠੇ ਰਹਿ ਸਕਦੇ। ਉਹਨਾਂ ਦੇ 18 ਧੜੇ ਬਣਦੇ ਨੇ, ਧੜੇ ਨੇ। ਗੁਰਸੰਗਤ ਹੁੰਦੀ ਹੋਈ ਅੰਦਰ, ਬਾਹਰ ਹੁੰਦੀ ਹੋਈ ਨਹੀਂ। ਇਹ ਉੱਤਮ ਪੰਥ ਹੈ। ਇਹ ਆਪਣੇ ਗਰਬਾਨ ਮੈਂ ਸਿਰ ਨੀਵਾਂ ਕਰ ਦੇਖਣ ਵਾਲਾ ਜਿਹੜਾ ਪੰਥ ਹੈ, ਉੱਥੇ ਦੂਆ ਕੌਣ ਹੋਊ ਸਵਾਏ ਆਪਣੇ ਮੂਲ ਤੇ। ਇਹ ਅੰਤਰਮੁਖੀ ਰਸਤਾ ਹੈ, ਅੰਦਰ ਨੂੰ ਜਾਣਾ, ਬਾਹਰ ਨੂੰ ਨਹੀਂ ਜਾਣਾ ਹੈ। ਇਹ ਤਾਂ ਆਪਣੇ ਗਰਬਾਨ ਮੈਂ ਸਿਰ ਨੀਵਾਂ ਕਰਕੇ ਦੇਖਦੇ ਹੀ ਰਹਿਣਾ। ਉੱਪਰ ਨੂੰ ਤਿਰਕੁਟੀ ਤਾਂ ਛੁੱਟ ਗਈ, ਤੇ ਬਾਹਰ ਫਿਰ ਕਿਹਦੇ ਨਾਲ ਮਿਲਣਾ ਜਦ ਤਿਰਕੁਟੀ ਛੁੱਟ ਗਈ? ਤਿਰਕੁਟੀ ਜਾਇਆ ਮਾਇਆ 'ਚ ਫਿਰ ਫਸ ਗਿਆ। ਇਹ ਸਾਰੇ ਮਾਇਆ 'ਚ ਫਸਿਆਂ ਦੀਆਂ ਗੱਲਾਂ ਨੇ ਜਿਹੜੀਆਂ ਕਰਦੇ ਨੇ ਸੰਗਤ ਬਾਹਰ। ਇਹ ਸਾਰੇ ਮਾਇਆਧਾਰੀ ਨੇ। ਸਤਸੰਗ ਬਾਹਰ ਹੁੰਦਾ ਹੀ ਨਹੀਂ। ਸੱਚ ਬਾਹਰ ਕਿੱਥੇ? ਸੰਗਤ ਜੇ ਕਰਨੀ ਹੈ ਸੱਚ ਨਾਲ, ਬਾਹਰ ਸੱਚ ਕਿੱਥੇ ਹੈ? ਬਾਹਰ ਜੋ ਦੀਂਦਾ ਉਹ ਕੀ ਹੈ? ਕੂੜ ਹੈ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ। ਜਿਹੜੇ ਬਾਹਰ ਸੰਗਤ ਸਤਸੰਗਤ ਭਾਲਦੇ ਨੇ, ਕੂੜ ਸੰਗਤ ਹੈ ਉਹਨਾਂ ਦੀ, ਕੂੜ ਨਾਲ ਜੁੜੇ ਹੋਏ ਨੇ। ਸਤਸੰਗ ਕਰਕੇ ਆਏ ਆ, ਕੂੜ ਨਾਲ, ਕੂੜ ਦੀ ਸੰਗਤ ਕਰਕੇ ਆਏ ਹੋ ਤੁਸੀਂ। ਸਤਸੰਗ ਦਾ ਫਲ ਦਿਖਾਓ ਕਿਹਦੇ ਕੋਲ? ਫਿਰ ਸਤਸੰਗਤ 'ਚੋਂ ਮਿਲਿਆ ਕੋਈ ਫਲ ਤਾਂ ਦਿਖਾਵੇ, ਕੀ ਮਿਲਿਆ ਉੱਥੋਂ? ਫਲ ਕਿਸੇ ਨੇ ਨਹੀਂ ਦਿਖਾਇਆ ਕਦੇ। ਨਾਮ ਲੈ ਕੇ ਐਂ ਦਿਖਾ ਕੇ ਤੇ ਹੈ ਹੀ ਨਹੀਂ। ਇਹ ਉਹਦੇ ਨਾਂ ਤੇ ਠੱਗੀ। ਧਰਮ ਉੱਤਮ ਪੰਥ ਨਹੀਂ ਹਨ ਇਹ ਜਿਹੜੀਆਂ ਗੱਲਾਂ ਕਰਦੇ ਨੇ। ਉੱਤਮ ਪੰਥ ਨਹੀਂ ਹੈ ਉਹ। ਪੰਥ ਹੈਗਾ, ਗਿਆਨ ਪੂਰਾ ਨਹੀਂ ਹੈ, ਉਹਨਾਂ ਨੂੰ ਸਮਝ ਪੂਰੀ ਨਹੀਂ ਹੈ। ਉੱਤਮ ਪੰਥ ਨਹੀਂ ਹੈ। ਮੋਹ ਮਲ ਵਿਵਸ ਕੀਓ, ਕਾਮ ਗਹਿ ਕੇਸ ਪਛਾੜਿਓ। ਜਾਂ ਉੱਤਮ ਸੰਗਤ ਦੇ ਵਿੱਚ ਗਏ, ਕਾਮਯਾਬੀ ਹੋਈ ਉੱਥੇ। ਕਿਵੇਂ ਕਾਮਯਾਬੀ ਹੋਈ? ਉੱਤਮ ਪੰਥ ਸੁਣਿਓ ਗੁਰ ਸੰਗਤ ਤੇ ਮਲੰਤ ਜਮ ਤਰਾਸ। ਜਮ ਦੀ ਤਰਾਸ ਮਿਟੀ ਕਿਵੇਂ? ਉਹ ਪ੍ਰੋਸੀਜਰ ਕੀ ਹੈ ਅਗਲੇ ਸਵਈਏ 'ਚ? ਮੋਹ ਮਲ ਵਿਵਸ ਕੀਓ। ਪਹਿਲਾਂ ਤਾਂ ਮੋਹ ਨੂੰ ਮਲੀਆ ਮੇਟ ਕੀਤਾ। ਮੋਹ ਮਲੀ ਵਿਵਸ ਕੀਓ। ਮੋਹ ਨੂੰ ਐ ਰਗੜਤਾ, ਪੱਥਰ ਨੂੰ ਐ ਰਗੜਤਾ। ਪੱਥਰ ਕੀ ਹੋ ਗਿਆ? ਪੱਥਰ ਪਾਣੀ 'ਚ ਘੁਲ ਗਿਆ। ਪਤਾ ਹੀ ਨਹੀਂ ਪੱਥਰ ਦਾ ਵਜੂਦ ਹੈ, ਖਤਮ। ਪੱਥਰੇ ਪਾਣੀ 'ਚ ਘੋਲਤਾ ਰਗੜ ਰਗੜ ਕੇ। ਦਰਿਆ ਦੇ ਕਿਨਾਰੇ ਲੈ ਕੇ ਪੱਥਰ ਬਹਿ ਗਿਆ। ਪੱਥਰ ਤੇ ਪੱਥਰ ਘਸਾ ਕੇ ਸਾਰਾ ਪਾਣੀ 'ਚ ਰੋੜਤਾ। ਇਹ ਗੰਗਾ ਦੇ ਕਿਨਾਰੇ ਬਹਿ ਕੇ ਗਿਆਨ ਦੀ ਗੰਗਾ ਦੇ ਮਨ ਘਸਾ ਕੇ ਰੱਖਤਾ ਸਾਰਾ ਹੀ। ਮੋਹ ਮਲ ਵਿਵਸ ਕੀਓ। ਮੋਹ ਨੂੰ ਮਲ ਕੇ ਬਚ ਕਰ ਲਿਆ, ਮੋਹ ਕਾਬੂ ਕਰ ਲਿਆ। ਕਾਬੂ ਕਰ ਲਿਆ ਮੋਹ। ਕਾਬੂ ਆਇਆ ਹੋਇਆ ਮੋਹ ਕੀ ਹੁੰਦਾ? ਮੋਹ ਪ੍ਰੇਮ 'ਚ ਬਦਲ ਜਾਂਦਾ। ਉਹੀ ਹੀਰਾ ਹੁੰਦਾ। ਪਹਿਲਾਂ ਉੱਤੋਂ ਹੀਰਾ ਨਹੀਂ ਹੁੰਦਾ। ਜਾਂ ਉਹਨੂੰ ਤਰਾਸ਼ਿਆ ਜਾਂਦਾ, ਹੀਰਾ ਵਿੱਚੋਂ ਨਿਕਲਦਾ ਉਹਦੇ। ਉਤਲੀ ਮੈਂ ਲਾਤੀ, ਥੱਲੇ ਦਾ ਹੀਰਾ ਹੀ ਸੀ। ਮਨ ਵਿਸਰਿਆ ਹੋਇਆ ਸੀ। ਜਦ ਪੱਥਰ ਸੀ, ਜਦ ਹਰ ਪ੍ਰਭ ਹੀਰਾ ਵਿਸਰਿਆ ਹੋਇਆ ਸੀ ਤਾਂ ਪੱਥਰ ਸੀ। ਜਾਂ ਅੰਦਰ ਝਾਕਣ ਲੱਗਿਆ ਇਹ 'ਚ ਵੀ ਜੋਤ ਆ ਗਈ। ਹਾਂ, ਮੋਹ ਮਾਲ ਬੇਬਸ ਕੀਓ। ਕਾਮ ਗਹਿ ਕੇ ਮੋਹ ਬੇਬਸ ਕਰਤਾ। ਮੋਹ ਦਾ ਜਾਦੂ ਨਹੀਂ ਚੱਲਦਾ। ਮੋਹ ਦੀ ਸ਼ਕਤੀ ਨਹੀਂ ਕੰਮ ਕਰਦੀ। ਹੁਣ ਬੇਬਸ ਹੋ ਗਿਆ, ਬੇਬਸ ਹੋ ਗਿਆ। ਕਾਮ ਗਹਿ ਕੇਸ ਪਛਾੜਿਓ। ਕਾਮ ਗਹਿ ਕੇਸ ਪਛਾੜਿਓ। ਜਿਹੜੀਆਂ ਇੱਛਾਵਾਂ ਸੀਆਂ ਉਹ ਕੇਸਾਂ ਦੇ ਫੜ ਕੇ ਬਾਹਰ ਮਾਰੀਆਂ, ਭਗਾ ਕੇ ਏਰੀਏ 'ਚੋਂ, ਸੰਤੋਖ ਦੇ ਦਾਇਰੇ 'ਚੋਂ ਬਾਹਰ ਸੜਤੀ। ਜਿਵੇਂ ਘਰੋਂ ਬਾਹਰ ਕੱਢ ਦਈਏ, ਕੋਈ ਸੱਚੇ ਜਿਹਨੂੰ ਗੇਟ ਬੰਦ ਕਰ ਲਈਏ, ਬਾਹਰ ਰਹਿ। ਇਹ ਕਾਮਨਾ ਦੇ ਚੂਹੇ ਜਿਹੜੇ ਸੀ ਘਰੋਂ ਬਾਹਰ ਕੱਢਤੇ, ਸਿਰ ਤੇ ਉੱਤੇ ਦੀ ਕੰਧ ਚੱਕ ਕੇ ਬਾਹਰ। ਆਪੇ ਕੌਂ ਕੁੱਤੇ ਖਾ ਜਾਣਗੇ।
ਇੱਛਾਵਾਂ ਬਾਹਰ ਸਰਤੀਆਂ, ਕਾਮਨਾਵਾਂ ਕਾਮ ਗਏ ਕੇਸ ਪਛਾੜੇ। ਹਾਂ, ਜੇ ਇਹਨਾਂ ਨੂੰ ਕੇਸ ਤੇ ਫੜ ਕੇ ਬਾਹਰ ਨਹੀਂ ਛੱਡਦੇ, ਐਦਾਂ ਨਹੀਂ ਮੰਨਦੇ, ਐਦਾਂ ਮੰਨਦੇ ਹੁੰਦੇ ਦੁਸ਼ਮਣ। ਕਾਮ ਗਏ ਕੇਸ ਪਛਾੜਿਓ, ਜਿੱਥੋਂ ਨਿਕਲਦੀ ਹੈ ਉੱਥੋਂ ਹੀ ਫੜ ਲਈ ਕੇਸਾਂ ਤੇ ਇੱਛਾ, ਪੱਟ ਕੇ ਜੜ ਬਾਹਰ ਮਾਰੀ। ਜਿਹੜੀ ਇੱਛਾ ਉੱਠੀ ਕੇਸਾਂ ਤੋਂ ਫੜ ਕੇ ਪੱਟ ਕੇ ਜੜ ਬਾਹਰ ਮਾਰੀ। ਜਿਹੜੀ ਇੱਛਾ ਉੱਠਦੀ ਰਹੀ ਕੇਸਾਂ ਤੋਂ ਫੜੀ ਪੱਟ ਕੇ ਜੜ ਬਾਹਰ ਮਾਰੀ। ਐ ਕੇਸ ਪਛਾੜਿਓ। ਜਿਹੜਾ ਚੀਜ਼ ਪੈਦਾ ਹੋਈ ਫਸਲ ਦੇ ਵਿੱਚ ਪੈਦਾ ਹੁੰਦਾ ਨਾ, ਆਪਣੇ ਘਾਹ ਫੂਸ ਪੱਟਿਆ ਜੜ ਤੋਂ, ਪੱਟਿਆ ਖੇਤ ਤੋਂ ਬਾਹਰ, ਇਹਨੇ ਦੁਖੀ, ਇਹਨੇ ਫਸਲ ਨੂੰ ਮਾਰਨਾ। ਇਹ ਇੱਛਾਵਾਂ ਨਹੀਂ ਮਾਰਨਾ, ਨਾਮ ਦੀ ਇੱਛਾ ਨਹੀਂ ਫਿਰ ਪੂਰੀ ਹੋਣ ਦੇਣੀ ਇਹਨਾਂ ਨੇ। ਹਾਂ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਸਿਉ ਝਾੜਿਓ। ਜੋ ਕ੍ਰੋਧ ਨੂੰ ਖੰਡ ਕੀਤਾ, ਟੁਕੜੇ ਟੁਕੜੇ ਕੀਤੇ, ਕਿਹਦੇ ਨਾਲ? ਪ੍ਰਚੰਡ ਗਿਆਨ ਨਾਲ। ਕ੍ਰੋਧ ਖੰਡ ਪ੍ਰਚੰਡ, ਜਦ ਬੁੱਧੀ ਪ੍ਰਚੰਡ ਹੋਈ ਤਾਂ ਕ੍ਰੋਧ ਦੇ ਟੁਕੜੇ ਟੁਕੜੇ ਕਰਤੇ। ਬੁੱਧੀ ਦਾ ਜਿਹੜਾ ਸੀ ਨਾ, ਬੁੱਧੀ ਵੀ ਜਿਹੜਾ ਪ੍ਰਚੰਡ ਸੀ। ਇੱਕ ਹਰਖ ਲਫ਼ਜ਼ ਹੈ, ਹਰਖ, ਹਰਸ਼ ਨੂੰ ਕਹਿੰਦੇ ਨੇ ਹਰਖ। ਅਸਲ 'ਚ ਪੰਜਾਬੀ 'ਚ ਹਰਖ ਨੂੰ ਕਹਿੰਦੇ ਗੁੱਸਾ। ਕਹੂੰ ਹਰਖ, ਕਹੂੰ ਸੋਗ। ਉਹ ਜਿਹੜਾ ਹਰਸ਼ ਦੇ ਵਿੱਚ ਹਰਖ ਹੈ, ਉਹ ਦੂਏ ਨੂੰ ਖੰਡਨ ਕਰ ਦਿੰਦਾ। ਜਿਵੇਂ ਜਿਹੜਾ ਟੀਚਰ ਘੂਰਦਾ ਬੱਚੇ ਨੂੰ, ਇੱਕ ਤਾਂ ਉਹਦੀ ਘੂਰ ਹੈ, ਇੱਕ ਡਾਕੂ ਦੀ ਘੂਰ ਹੈ। ਜਾਂ ਡਾਕੂ ਆ ਕਰਨਾ, ਡਾਕਾ ਮਾਰਿਆ ਘਰ ਆ ਕੇ, ਜਿਹੜੀ ਉਹਨਾਂ ਦੀ ਘੂਰ ਸੀ ਟੱਬਰ ਨੂੰ, ਉਹ ਟੀਚਰ ਵਰਗੀ ਨਹੀਂ ਸੀ ਘੂਰ ਉਹ ਸੀਗੀ। ਹੁਣ ਤਾਂ ਗੋਲੀ ਰੱਖ, ਕੰਨ ਤੇ ਪਿਸਤੌਲ ਰੱਖਦਾ ਵੀ ਗੋਲੀ ਮਾਰ ਦੂੰਗਾ, ਨਹੀਂ ਚਾਬੀਆਂ ਦੇ ਦੇ। ਟੀਚਰ ਕਹਿੰਦਾ ਥੱਪੜ ਮਾਰੂਗਾ, ਨਹੀਂ ਮੇਰੇ ਤੋਂ ਗਿਆਨ ਲੈ ਲੈ। ਉਹ ਲੈਣ ਵਾਸਤੇ ਮਾਰਦਾ, ਉਹ ਕੁਝ ਦੇਣ ਵਾਸਤੇ ਮਾਰਦਾ, ਉਹ ਕੁਝ ਖੋਣ ਵਾਸਤੇ ਮਾਰਦਾ। ਕ੍ਰੋਧ ਗੁੱਸਾ ਦੋਹਾਂ 'ਚ, ਗੁੱਸਾ ਤਾਂ ਦੋਹਾਂ ਦਾ ਹੀ ਹੈ। ਉਹ ਕਹਿੰਦਾ ਜੋ ਮੈਂ ਇੰਨੀ ਕੀਮਤੀ ਚੀਜ਼ ਦਿੱਤੀ ਤਾਂ ਲਈ ਕਿਉਂ ਨਹੀਂ, ਤੂੰ ਲੈਂਦਾ ਕਿਉਂ ਨਹੀਂ? ਉਹ ਕਹਿੰਦਾ ਜਿਹੜਾ ਤੇਰੇ ਕੋਲ ਕੀਮਤੀ ਮਾਲ ਹੈ ਮੈਨੂੰ ਦਿੰਦਾ ਕਿਉਂ ਨਹੀਂ? ਦੋਹਾਂ ਦਾ ਆਹੀ ਫਰਕ ਹੈ। ਪ੍ਰਚੰਡ ਕਹਿੰਦਾ ਤੂੰ ਲੈਂਦਾ ਕਿਉਂ ਨਹੀਂ, ਔਗਣ ਛੱਡਦਾ ਕਿਉਂ ਨਹੀਂ, ਗੁਣ ਲੈਂਦਾ ਕਿਉਂ ਨਹੀਂ? ਉਹਨੂੰ ਇਸ ਗੱਲ ਦਾ ਗੁੱਸਾ ਹੈ। ਤੇ ਕ੍ਰੋਧ ਤਾਂ ਆਪਣੇ ਆਪ 'ਚ ਔਗਣ ਹੈ। ਤੂੰ ਘਰ ਨੂੰ ਕਿਉਂ ਅੱਗ ਲਾਉਣਾ? ਕ੍ਰੋਧ ਨੂੰ ਕਿਹਾ ਚੱਲ ਬਾਹਰ ਨਿਕਲ। ਹਾਂਜੀ, ਕ੍ਰੋਧ ਖੰਡ ਪ੍ਰਚੰਡ, ਲੋਭ ਅਪਮਾਨ ਖੰਡ ਕਰਤਾ ਪ੍ਰਚੰਡ ਨੇ, ਕ੍ਰੋਧ ਉੱਥੇ ਦਬਾਤਾ। ਲੋਭ ਅਪਮਾਨ ਸਿਉ ਝਾੜਿਓ। ਲੋਭ ਨਹੀਂ ਮੰਨਦਾ ਅਪਮਾਨਤਾ ਤੇ ਬਿਨਾਂ। ਲੋਭ ਅਪਮਾਨ ਕਰਨਾ ਪੈਂਦਾ। ਉਹ ਤਾਂ ਹੀ ਇਹਨੂੰ ਕੁੱਤਾ ਕਿਹਾ ਨਾ, ਕੁੱਤਾ ਤਾਂ ਹੀ ਕਿਹਾ ਲੋਭੀ। ਉਹ ਕੁੱਤਾ ਅਪਮਾਨ ਕਰਕੇ ਕਿਹਾ। ਇਹ ਕੁੱਤਾ ਇਹਨਾਂ ਭਲੀ ਰੀਤ। ਫਰੀਦ ਕਹਿੰਦਾ ਬੇਨਵਾਜਾ ਕੁੱਤਿਆ, ਇਹਨਾਂ ਭਲੀ ਰੀਤ। ਉਹ ਇਹਦੀ ਬੇਇੱਜ਼ਤੀ ਉਹ ਕਰਦਾ। ਉਹ ਤੂੰ ਜਿਹੜੀ ਗੱਲ ਕਰਕੇ ਪੰਜੇ ਵਕਤ ਮਸੀਤ ਨਹੀਂ ਵੜਦਾ, ਉਹ ਤੇਰਾ ਲੋਭ ਨਹੀਂ ਬਣਨ ਦਿੰਦਾ। ਲੋਭ ਦੇ ਵਿੱਚ ਦੁਨੀਆ ਦੀ ਵਡਿਆਈ ਛੁਪੀ ਹੋਈ ਆ। ਚਾਰ ਪੈਸੇ ਆਉਣਗੇ ਵਡਿਆਈ ਹੋਊਗੀ, ਤੇ ਉਧਰ ਵਡਿਆਈ ਦੀ ਭੁੱਖ ਹੈ, ਇਧਰ ਅਪਮਾਨਤਾ ਦੀ ਜੁੱਤੀ ਪੈਂਦੀ ਹੈ। ਉਧਰ ਮਾਣ ਕਰਕੇ ਲੋਭ ਹੈ, ਸਨਮਾਨ ਕਰਕੇ ਲੋਭ ਕਰਦਾ। ਇਧਰ ਅਪਮਾਨਤਾ ਜੇ ਨਾ ਮਿਲੇ ਤਾਂ ਲੋਭ ਛੁੱਟਦਾ ਵੀ ਹੈ ਨਹੀਂ, ਬੇਇੱਜ਼ਤ ਹੋਣਾ ਪੈਂਦਾ। ਇਹ ਉਲਟੀ ਦਵਾਈ ਦੇਈਦੀ ਹਮੇਸ਼ਾ। ਉਧਰ ਜੇ ਮਾਨਤਾ ਦੀ ਭੁੱਖਾ ਨੂੰ ਕਹੇ ਮਾਨਤਾ ਤੇਰੀ ਨਾਲ ਜਾਣ ਵਾਲੀ ਨਹੀਂ ਹੈ।
ਜਿਹੜੀ ਸਦਾ ਦੀ ਤੇਰੀ ਮਾਨਤਾ ਹੈ ਨਾ ਮਿਲਣ ਵਾਲੀ, ਉਹ 'ਚ ਵਿਘਨ ਪਾ ਰਹੀ ਹੈ ਤੇਰੀ ਟੈਂਪਰੇਰੀ। ਇਹ ਟੈਂਪਰੇਰੀ ਜਿਹੜੀ ਤੇਰੀ ਹੈ ਨਾ, ਜਸ ਟੈਂਪਰੇਰੀ ਸੰਸਾਰੀ, ਇਹ ਟੈਂਪਰੇਰੀ ਹੈ। ਬੜੇ ਬੜੇ ਰਾਜੇ ਹੋ ਕੇ ਚਲੇ ਗਏ, ਕੋਈ ਨਹੀਂ ਪੁੱਛਦਾ। ਇਹ ਟੈਂਪਰੇਰੀ ਹੈ 4 ਦਿਨ ਦੀ, ਕਿਸੇ ਨਹੀਂ ਪੁੱਛਣਾ ਤੈਨੂੰ। ਅਪਮਾਨ ਕਰਕੇ ਚਾੜਿਆ, ਅਪਮਾਨ ਕਰੇ ਤੇ ਬਿਨਾਂ ਲੋਭ ਨਹੀਂ ਤਿਆਗਿਆ ਜਾ ਸਕਦਾ। ਲੋਭ ਦਾ ਅਪਮਾਨ ਹੈ ਕੀਤਾ ਜਾਣਾ ਚਾਹੀਦਾ। ਲੋਭੀ ਦਾ ਵੀ ਤਾਂ ਹੀ ਕਿ ਭਰੋਸਾ ਨਾ ਕਰੋ ਵੀ ਭਰੋਸਾ, ਜਿਹਦਾ ਆਪਾਂ ਭਰੋਸਾ ਨਹੀਂ ਕਰਦੇ ਘਰ ਆਏ ਦਾ, ਉਹਦੀ ਇੱਜ਼ਤ ਕਰਾਂਗੇ? ਉਹਦਾ ਕਹੀਦਾ ਆ ਕਿਉਂ ਗਿਆ, ਜਾਂਦਾ ਕਿਉਂ ਨਹੀਂ, ਬਹਿ ਕਿਉਂ ਗਿਆ, ਉਹਨੂੰ ਚਾਹ ਪਾਣੀ ਵੀ ਨਹੀਂ ਪੁੱਛਦੇ ਵੀ ਚਲਿਆ ਜਾਵੇ, ਸਮਝ ਲਵੇ ਵੀ ਇਹ ਚਾਹੁੰਦੇ ਨਹੀਂ। ਜੇ ਉਹੀ ਕਹਿ ਦੇ ਵੀ ਤੂੰ ਕੀ ਕਰਨਾ, 4 ਗੱਲਾਂ ਹੀ ਭਗਵਾਨ ਦੀਆਂ ਕਰਦੇ, ਆਪੇ ਚਲੇ ਜਾਊ। ਜੇ ਖੜੇ ਨੂੰ 4 ਗੱਲਾਂ ਉਲਟੀਆਂ ਸੁਣਾਈਏ ਤੇ ਆਇਆ ਤਾਂ ਸਿਫਾਰਸ਼ ਨੂੰ, ਮੈਂ ਕਹਿਤੀਆਂ ਉਹਨੂੰ ਗੱਲਾਂ 4 ਉਲਟ ਵੀ ਤੂੰ ਚੰਗੇ ਰੋਜ਼ ਲੱਛਣ ਫੜੇ ਨੇ ਓਏ, ਰੋਜ਼ਾਨਾ ਸਿਫਾਰਸ਼ ਨੂੰ। ਖਬਰਦਾਰ ਭੱਜਾ ਇੱਥੇ, ਅਸੀਂ ਇਹੋ ਜਿਹੇ ਬੰਦਿਆਂ ਦੇ ਗਾਹਕ ਨਹੀਂ ਹੈਗੇ ਜੇ ਤੁਸੀਂ ਸਾਡੀ ਬਦਨਾਮੀ ਕਰਾਉਣੇ। ਚੱਲ ਆਪੇ ਨਹੀਂ ਆਊਗਾ, ਇਹ ਸੁਧਰ ਜੂਗਾ, ਇਹ ਆਊ ਨਹੀਂ, ਇਹ ਤਾਂ ਸੁਧਰ ਜੂ, ਇਹ ਆਊ ਨਹੀਂ। ਹਾਂਜੀ, ਜਨਮ ਕਾਲ ਕਰ ਜੋੜ, ਹੁਕਮ ਜੋ ਹੋਏ ਸੋ ਮੰਨੈ। ਜਨਮ ਔਰ ਕਾਲ ਮਰਨ, ਜਨਮ ਔਰ ਮਰਨ, ਕਾਲ ਮਰਨਾ ਨਾ। ਜਨਮ ਕਾਲ ਕਰ ਜੋੜ, ਉਹ ਜਨਮ ਦਾ ਹੈ ਹੀ, ਕਾਲ ਕੀ ਹੈ, ਕਾਲ ਮਰਨਾ। ਜੇ ਕਾਲ ਕਹਿਤਾ ਤਾਂ ਮਰਨ, ਕਾਲ ਮਰਨਾ ਹੀ ਹੁੰਦਾ। ਜਨਮ ਮਰਨ ਨਹੀਂ ਕਿਹਾ, ਜਨਮ ਦੇ ਨਾਲ ਕਾਲ ਲਾਤਾ। ਜਨਮ ਮਰਨ ਹੱਥ ਜੋੜ ਕੇ ਖੜਾ ਹੋ ਗਿਆ ਵੀ ਮੈਨੂੰ ਕੀ ਹੁਕਮ ਹੈ। ਜਾਂ ਲੋਭ ਦਾ ਛਿੱਤਰ ਫਿਰਿਆ, ਉਹ ਜਨਮ ਮਰਨ ਪਹਿਲਾਂ ਹੀ ਖੜਾ ਹੋ ਗਿਆ। ਜਨਮ ਕਾਲ ਕਰ ਜੋੜ, ਹੱਥ ਜੋੜ ਲੈ, ਹੱਥ ਜੋੜ ਕੇ ਖੜਾ ਹੋ ਗਿਆ। ਹੁਕਮ ਜੋ ਹੋਏ ਸੋ ਮੰਨੈ, ਵੀ ਮੈਨੂੰ ਕੀ ਹੁਕਮ ਹੈ, ਮੈਂ ਤਾਂ ਮੰਨਣ ਨੂੰ ਤਿਆਰ ਹਾਂ। ਲੋਭੀ ਤਾਂ ਮੰਨਦਾ ਨਹੀਂ, ਉਹ ਲੋਭ ਦੇ ਭਗਵਾਨ 'ਚ ਜਨਮ ਮਰਨ ਖੜਾ ਹੋ ਗਿਆ ਆਪ ਹੀ ਵੀ ਨੰਬਰ ਮੇਰਾ ਵੀ ਆਉਣ ਵਾਲਾ ਹੁਣ। ਉਹ ਮੈਨੂੰ ਕੀ ਹੁਕਮ ਹੈ ਕਹਿੰਦਾ, ਉਹ ਹੱਥ ਜੋੜ ਕੇ ਖੜਾ ਹੋ ਗਿਆ ਵੀ ਮੈਨੂੰ ਜੋ ਹੁਕਮ ਹੋਵੇ ਮੈਂ ਤਾਂ ਮੰਨਣ ਨੂੰ ਤਿਆਰ ਹਾਂ। ਇਹਦੇ ਨਾਲ ਰੋਜ਼ ਕਪੱਤ ਹੁੰਦੀਆਂ ਨੇ, ਇੱਕ ਨਹੀਂ ਮੰਨੀ ਅਜੇ ਤੱਕ। ਪਹਿਲੇ ਹੀ ਗੱਲੇ ਮੰਨ ਲੈਂਦਾ ਜਨਮ ਮਰਨ, ਇਹਨੂੰ ਉਹਦੇ ਕਿਹਾ ਹੀ ਨਹੀਂ ਕਦੇ ਕੁਛ। ਅਸੀਂ ਇੱਕ ਦਿਨ ਜਿੱਦਣ ਇਹਨੂੰ ਗੱਲ ਕਹਿਤੀ ਜਨਮ ਮਰਨ ਨੇ, ਉਹਦੇ ਨਾਲ ਹੀ ਪਲਟ ਜਾਣਾ। ਇਹ ਦੂਈ ਵਾਰ ਨਹੀਂ ਕਹਾਉਂਦਾ ਜਨਮ ਮਰਨ, ਇਹ ਮਤਲਬ ਹੈ ਇਹਦਾ। ਕਿਹਾ ਹੀ ਨਹੀਂ, ਜਨਮ ਮਰਨ ਦਾ ਭਰਮ ਮਿਟਿਆ ਹੀ ਨਹੀਂ ਸਾਡਾ। ਜਿੱਦਣ ਜਨਮ ਮਰਨ ਦਾ ਭਰਮ ਮਿਟ ਗਿਆ, ਮੁੜ ਕੇ ਵਿਹੜਾ ਬਣਨਾ ਹੀ ਨਹੀਂ ਇਹਨੇ। ਜਨਮ ਮਰਨ ਦੀ ਪੈ ਰਹਿਣੀ ਹੋਈ ਨਹੀਂ। ਇਸ ਕਰਕੇ ਜਨਮ ਮਰਨ ਹੱਥ ਜੋੜ ਕੇ ਖੜਾ ਹੋ ਗਿਆ, ਜੋ ਹੁਕਮ ਹੈ ਮੈਂ ਮੰਨਣ ਨੂੰ ਤਿਆਰ ਹਾਂ। ਮੇਰੀ ਹੋਂਦ ਹੈ ਜਾਂ ਨਹੀਂ ਹੈ, ਮੈਨੂੰ ਮਾਨਤਾ ਦਿੰਦੇ ਹੋ ਜਾਂ ਨਹੀਂ ਦਿੰਦੇ। ਹਾਂਜੀ, ਭਵ ਸਾਗਰ ਬੰਧਿਓ, ਸਿੱਖ ਤਾਰੇ ਸੋ ਪ੍ਰਸੰਨੈ। ਭਵ ਸਾਗਰ ਬੰਧਿਓ, ਭਵ ਸਾਗਰ ਬੰਨ ਦਿੱਤਾ। ਕਿਵੇਂ ਬੰਨ ਦਿੱਤਾ? ਭਵ ਸਾਗਰ ਕੀ ਹੈ? ਉਹ ਮਨੇ ਭਵ ਸਾਗਰ ਹੈ, ਔਰ ਭਵ ਸਾਗਰ ਹੈ। ਭਵ ਸਾਗਰ ਮਨ ਦੇ ਅੰਦਰ ਹੈ, ਭਵ ਸਾਗਰ ਬਾਹਰ ਕਿੱਥੇ ਹੈ? ਭਵ ਸਾਗਰ ਬਾਹਰ ਨਹੀਂ, ਮਨ ਦੇ ਅੰਦਰ ਅੰਦਰ ਭਵ ਸਾਗਰ ਹੈ। ਸਭ ਕੁਝ ਘਰ में ਬਾਹਰ ਨਹੀਂ। ਇਹ ਭਵ ਸਾਗਰ ਮਨ ਦੇ ਬਾਹਰ ਹੈ, ਅੰਦਰ ਹੈ। ਭਵ ਸੁਖ ਸਾਗਰ ਮਨ ਤੇ ਬਾਹਰ ਹੈ। ਸੁਖ ਸਾਗਰ ਮਨ ਤੇ ਬਾਹਰ ਹੈ, ਭਵ ਸਾਗਰ ਮਨ ਦੇ ਅੰਦਰ ਹੈ। 3 ਲੋਕ ਮਨ ਦੇ ਅੰਦਰ ਨੇ, ਸਾਨੂੰ ਬਾਹਰ ਲੱਗਦੇ ਨੇ। ਅਜੀ ਗਿਆਨ ਥੋੜਾ। ਪਹਿਲਾ ਕੀ ਹੈ? ਪਹਿਲੀ ਸਟੇਜ ਕੀ ਹੈ? ਤਨ ਤੇਰੇ ਭਵਨ में ਰਹਿਆ ਸਮਾਏ। ਸਾਡਾ ਜਿਹੜਾ ਬਾਹਰਲਾ ਮਨ ਹੈ ਨਾ, ਇਹੀ ਤਨ ਬੁੱਧੀ ਦਾ। ਇਹ ਕਹਿੰਦੀ 3 ਭਵਨਾਂ ਸਮਾਇਆ ਹੋਇਆ। ਇਹ ਕਹਿੰਦਾ ਵੀ ਹੁਣ ਭਾਈ ਸਰੀਰ ਛੱਡ ਜਾਣਾ, ਫਿਰ ਆਪਾਂ ਨੇ ਮਰ ਜਾਣਾ, ਫਿਰ ਜਨਮ ਲੈ ਲਾਂਗੇ। ਅੱਗੇ ਤਾਂ ਲੋਕ ਬਹੁਤ ਪੱਕਾ ਵਿਸ਼ਵਾਸ ਰੱਖਦੇ ਤੇ ਵੀ ਜਨਮ ਆਏ। ਹੁਣ ਇਹ ਲੋਕਾਂ ਨੂੰ ਹੁਣ ਕੋਈ ਸੁਣਦਾ ਹੀ ਨਹੀਂ ਧਰਮ। ਅੱਗੇ ਸਭ ਨੂੰ ਪਤਾ ਹੁੰਦਾ ਸੀ। ਕਹਿੰਦੇ ਵੀ ਆਹ ਤਾਂ ਆਪਣਾ ਦਾਦਾ ਲੱਗਦਾ, ਨਿਆਣਿਆਂ ਨੂੰ ਕਹਿ ਦਿੰਦੇ ਤੇ। ਉਹਦਾ ਸੁਭਾਅ ਇਹ ਜਾਤਾ, ਇਹ ਤਾਂ ਉਹ ਜਿਹਾ ਲੱਗਦਾ ਸੁਭਾਅ। ਤੇ ਨਿਆਣਿਆਂ ਨੂੰ ਗੱਲਾਂ ਸੁਣਦੇ ਨਾ ਪਿਛੇ ਸੁਭਾਅ ਦੀਆਂ,
ਬੁੜਿਆਂ ਦੇ ਸੁਭਾਅ ਆਇਆ ਤਾਂ ਜਵਾਕ ਦਾ ਉਹ ਜਿਹਾ ਸੁਭਾਅ ਤਾਂ ਉਹ ਲੱਗਦਾ ਹੈ। ਐਂ ਗੱਲਾਂ ਕਰਦੇ ਹੁੰਦੇ ਸੀ। ਉਹਨਾਂ ਤਾਂ ਐਂ ਵੀ ਇਹਦਾ ਹੜ ਦੀਆਂ ਡੰਡਾਂ ਚੱਲਦੀਆਂ ਨੇ, ਚੱਲੀ ਜਾਣੀਆਂ ਨੇ। ਉਹ ਡਰਦੇ ਡਰਦੇ ਵੀ ਨਹੀਂ ਸੀ ਜਨਮਣ ਤੇ, ਵਿਸ਼ਵਾਸ ਸੀ। ਹੁਣ ਤਾਂ ਕਿਸੇ ਨੂੰ ਪਤਾ ਹੀ ਕੋਈ ਨਹੀਂ ਧਰਮ ਕੀ ਹੁੰਦਾ, ਹੁਣ ਤਾਂ TV ਦੇਖੀ ਜਾਊ। हाँ, भव सागर बंधे हो, भव सागर बने हो, ज्ञान का बंधा मन रहे मन बने 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 तन तेरे भवन में रहा समाए। पहला ऐ लगता भी असी तेरे भवन चो, मैं थोड़ी जी जगह चा, क्यों शरीर है ना मैं, जे मैं शरीर हाँ फिर तो थोड़ी जी जगह के पिछे ही, फिर तो भव सागर च मैं हाँ। पर जे मैं शरीर नहीं है फिर भव सागर मेरे च है, बस इन्ना ही फर्क है। जिद्दल मैनू पता लगा मैं शरीर नहीं मैं आत्मा माना, फिर भव सागर मेरे च है। अंदरे भव सागर, अंदरे सुख सागर बनना, फिर अंदरे होया भव सागर, बाहर तो होया ना। जब तेरे भवन, कबीर की कहना, जब तेरे भवन तन माहे समावा, जब अंदर तेरे भवन समा गया, थोड़े सारे तिना लोगों का ज्ञान आ गया, तब पाओ भान भरोसो आवा। फिर थोनू भरोसा होगा कि हुक्म नाले जम्मण मरना, उदों पहला नहीं होना भरोसा। सारी गल वो कबीर वाली हुई है, लेकिन उदों तुहाडे समझ नहीं आई। जब मैं कहती गल कहती उदों भी सुन, उदों भी लई, इत्थों खुलदियां ने हुण गल्लां अखीर जाके भी गल की कही सी। गल तो उही कही है, उही दसी है, लेकिन अज जिन्नी बरीकी ना तुसीं समझ रहे हो, उधर नहीं पिछे नहीं समझे। 10 बार गल हुई हो, पता नहीं 15 बार हुई हो, हर बार तुसीं नेड़ेओं समझना गल नूं जाके, हर बार नेड़ेओं समझना जाके। गल इत्थे पिछे आके भी उही आ गई। भव सागर बंदे हो गए तैन, गल कमा के कहती। बंदा तो मन है, मन मनना अपना, ज्ञान का बंदा मन रहे। बनने वाला चीज़ कोई है संसार, दूजी है ही नहीं। या गुरमुखी बांधे हो क्या सेहत बढ़ाते, सेहत की है, सेतु भी तो बने बने और की बने। गुरमुखी का मन बने है, मन बनया गया, पुल बनया गया, बने पुल। वो मने पत्थर है, या पत्थर तरन लगे, राम दा पुल हो गया है। ये पत्थर तरदा मन हुण, ये पत्थर तरदा मन हुण, डुबदा नहीं है। यही पुल है लंका का, रामचंद्र होएगा राम सेतु उत्थे, वो तो डुबया होया। वो पत्थर हुण क्यों नहीं तरदे? वो तो चलो उन्होंने अजो पता नहीं ये गल दा, गल की सी। जब विचार लैणगे पता लग जूगा, आपे मन लैणगे। हाँ जी, भव सागर सब शरीर है, भव सागर शरीर है, भव सागर है शरीर है, शरीर है भव सागर है। शरीर बाहरला नहीं भव सागर है। हाँ, शरीर तो है ही नहीं बाहरला। ये शरीर मेरे आ कहने इहनूं। हाँ, ये शरीर मेरे, हर तो मैं जो तरी हर बिना वर्ण देखो कोई, वो है भव सागर। तो शरीर कहेगा फिर बाहरला मान लेंगे अगले। कितों कितों तुसीं बचाओगे इहनूं? कहता ये तो ला के हेड़ी एक जीव है। शंकावां एहड़ियों ने सारियां, शंका मार कर दियां, जिथे शंका हुई मार देनी। हाँ, भव सागर बंधियो सिख तारे सो प्रसन्न है, सिख तारे सो प्रसन्न है, सो प्रसन्न है। जेड़े सिख तर गए वो प्रसन्न हो गए। सिख तारे सो प्रसन्न है, जेड़े तारते वो प्रसन्न हो गए। जिन्हां दा मन बंज गया, बन्या गया, ज्ञान का बंधा मन रह गया, टिक गया, उन्हां दे अंदर नानक भगतां सदा विकास हो गया। जो तरते सिख प्रसन्न हो गए, डुबदे ही नहीं जेड़े प्रसन्न ने हो। हाँ, श्री आतपत सचो तख्त जोग भोग संयुत बल, श्री आतपत, श्री आतपत सचो तख्त, सच्चो तख्त। जब सच्चो तख्त ते आ गया, बस इज्जत भी गई हुई मुड़े आई।
ਹੁਣ ਇੱਜ਼ਤ ਦੀ ਨਾ ਹੋਈ ਭਿਖਾਰੀ ਬਣਿਆ ਹੋਇਆ ਸੀ ਨਾ, ਸੁਪਨੇ ਪਿਆ ਭਿਖਾਰੀ ਸੀ। ਜਦ ਅੱਖ ਖੁੱਲੀ ਬੈਠਾ ਤਾਂ ਤਖਤ ਤੇ ਹੀ ਸੀ। ਤਖਤ ਤੇ ਬੈਠਾ ਆਲੇ ਦੁਆਲੇ ਝਾਕ ਕੇ ਮੈਂ ਤਾਂ ਰਾਜਾ ਹੀ ਹਾਂ। ਉਹ ਜਿਹੜੀ ਇੱਜ਼ਤ ਗਈ ਹੋਈ ਤੀ ਵਾਪਸ ਆ ਗਈ। ਸ੍ਰੀ ਗਈ ਪਤ ਸਚੋ ਤਖਤ ਆ ਗਈ, ਪਤ ਮੁੜਿਆ ਹੀ। ਸੱਚੇ ਤਖਤ ਤੇ ਬੈਠਣ ਕਰਕੇ ਜਿਹੜੀ ਬੇਇੱਜ਼ਤੀ ਦੀ ਘਾਟ ਮਿਲਦੀ ਸੀ ਅੰਦਰ, ਇੱਜ਼ਤ ਦੀ ਘਾਟ ਸੀ, ਜਿਹੜੀ ਬੇਇੱਜ਼ਤੀ ਮਹਿਸੂਸ ਕਰਦਾ ਸੀ, ਉਹ ਆ ਗਈ ਵਾਪਸ। ਪਤ ਸੇਤੀ ਕਰ ਜਾਇਆ ਨਾ, ਪਤ ਇੱਜ਼ਤ ਮੁੜਿਆ ਹੀ ਵਾਪਸੀ। ਜਿਹੜਾ ਹੋਇਆ ਹੋਇਆ ਸੀ ਨਾ ਅਵਗੁਣਿਆ ਭਰੇ ਇੱਕ ਗੁਣ ਨਹੀਂ, ਉਹ ਗੁਣਵੰਤਾ ਹੋ ਗਿਆ। ਅਵਗੁਣਿਆਰਾ ਗੁਣਵੰਤਾ ਹੋ ਗਿਆ, ਕੂੜਿਆਰਾ ਸਚਿਆਰਾ ਹੋ ਗਿਆ। ਸਚਿਆਰੇ ਦੀ ਮੋਹਰ ਲੱਗ ਗਈ, ਸਰਟੀਫਿਕੇਟ ਮਿਲ ਗਿਆ ਸਚਿਆਰੇ ਦਾ। ਕੂੜਿਆਰੇ ਦੀ ਬੇਇੱਜ਼ਤੀ ਹੈ, ਸਚਿਆਰੇ ਦੀ ਇੱਜ਼ਤ ਹੈ। ਜੋਗ ਭੋਗ ਸੰਯੁਕਤ ਬਲ, ਜੋਗ ਭੋਗ ਸੰਯੁਕਤ ਬਲ। ਹੁਣ ਕੀ ਹੋ ਗਿਆ? ਬਲ ਵੀ ਉਹਨਾਂ ਹੀ ਹੋ ਗਿਆ ਜਿਹੜਾ ਬਲ ਛੁੱਟ ਕੇ ਉਹ ਸੀ ਨਾ ਬੰਧਨ ਭਰੇ। ਉਹਦਾ ਜਵਾਬ ਦੇ ਦਿੱਤਾ ਇੱਥੇ। ਸੰਯੁਕਤ ਬਲ ਹੈ, ਬੁੱਧ ਬਲ ਪੂਰਾ ਹੋ ਗਿਆ। ਫੇਰ ਸੰਯੁਕਤ ਬੁੱਧ ਬਲ ਦੇ ਸਹਿਤ ਹੈ, ਪੂਰੇ ਬੁੱਧ ਬਲ ਦੇ ਸਹਿਤ ਹੈ। ਬੁੱਧ ਬਲ ਜਿਹੜਾ ਘਟਿਆ ਨਾ ਬਲ ਛੁੱਟ ਕੇ ਉਹ ਬੰਧਨ ਭਰੇ। ਹੁਣ ਬਲ ਪੂਰਾ ਹੋ ਗਿਆ, ਬੰਧਨ ਕੱਟੇ ਗਏ। ਬਲ ਹੋ ਆ ਬੰਧਨ ਛੁੱਟੇ। ਇਹ ਬਲ ਹੋ ਆ ਬੰਧਨ ਛੁੱਟੇ ਵਾਲੀ ਗੱਲ ਕਹਿ ਰਿਹਾ, ਜਵਾਬ ਦੇ ਰਿਹਾ ਇੱਥੇ 9ਵੇਂ ਪਾਤਸ਼ਾਹ ਵਾਲਾ ਸ਼ਲੋਕ। ਜਦ ਆਤਪਤ ਹੋ ਗਿਆ, ਜਾਂ ਪਤ ਮੁੜਿਆ ਹੀ ਤਖਤ ਤੇ ਬਹਿ ਗਿਆ, ਫਿਰ ਬੰਧਨ ਛੁੱਟੇ ਹੋਏ ਨੇ। ਬੁੱਧ ਬਲ ਵੀ ਪੂਰਾ, ਸੰਯੁਕਤ ਬਲ, ਸੰਯੁਕਤ ਬਲ, ਬਲ ਦੇ ਸਹਿਤ ਹੈ। ਬੁੱਧ ਬਲ ਪੂਰੇ ਦੇ ਸਹਿਤ ਬੈਠਾ ਹੈ, ਪੂਰੇ ਗੁਣਾਂ ਦੇ ਨਾਲ ਬੈਠਾ ਹੈ ਤਖਤ ਤੇ, ਕੋਈ ਕਮੀ ਨਹੀਂ। ਆਤਪਤ, ਸ੍ਰੀ ਆਤਪਤ, ਹਾਂ ਸਚੋ ਤਖਤ, ਸੱਚੇ ਤਖਤ ਤੇ ਜਦ ਬੈਠਾ ਤਾਂ ਪਤ ਵਾਪਸ ਮੁੜਿਆ ਹੀ। ਜੋਗ ਭੋਗ ਸੰਯੁਕਤ ਬਲ, ਜੋਗ ਵੀ ਹੈ ਜੁੜਿਆ ਹੋਇਆ ਵੀ ਨਾਲ ਆਪਣੇ ਇੱਕ ਹੈ। ਭੋਗ ਕੀ ਹੈ? ਗਿਆਨ ਤੇ ਬਿਨਾਂ ਕੋਈ ਖੁਰਾਕ ਵੀ ਨਹੀਂ। ਸੱਚ ਖਾਣਾ, ਸੱਚ ਪਹਿਨਣਾ, ਸੱਚ ਖਾਣਾ। ਔਰ ਸੰਯੁਕਤ ਬਲ ਕੀ ਹੈ? ਬੁੱਧ ਬਲ ਵੀ ਪੂਰਾ। ਇਹ ਕਹਿ ਰਿਹਾ, ਇੰਨੇ ਪੁਆਇੰਟ ਇਹ ਕਲੀਅਰ ਕਰ ਰਿਹਾ ਇੱਕ ਪੰਕਤੀ 'ਚ। ਜੋਗ ਭੋਗ, ਜੋਗ ਕਰਕੇ, ਭੋਗ ਕਰਕੇ, ਖੁਰਾਕ ਕਰਕੇ। ਮਾਇਆ ਨਾਲ ਨਹੀਂ ਜੁੜਿਆ ਹੋਇਆ। ਹੁਣ ਜੇ ਮਾਇਆ ਨਾਲ ਜੁੜਿਆ ਹੋਇਆ ਸੀ ਤਾਂ ਉਹ ਕਹਿੰਦਾ ਸੀ ਖੁਰਾਕ ਮੇਰੀ ਮਾਇਆ 'ਚ, ਫਿਰ ਵਿਖਿਆ ਖੁਰਾਕ ਸੀ। ਹੁਣ ਅੰਮ੍ਰਿਤ ਛਾੜ ਵਿਖੇ ਵੇ ਖਾਈ ਸੀ ਨਾ, ਹੁਣ ਅੰਮ੍ਰਿਤ ਖਾਂਦਾ ਵਿਖ ਛੱਡੀ ਹੋਈ ਹੈ। ਹੁਣ ਆ ਜਿਹੜਾ ਭੋਗ ਹੈ ਨਾ, ਅੰਮ੍ਰਿਤ ਦਾ ਖਾਂਦਾ ਹੈ, ਅੰਮ੍ਰਿਤ ਛਕਦਾ ਹੈ, ਵਿਖਿਆ ਛੱਡੀ ਹੋਈ ਹੈ, ਤਿਆਗੀ ਹੋਈ ਹੈ। ਭੋਗ ਦੀ ਪਛਾਣ ਹੋ ਗਈ। ਸੰਯੁਕਤ ਬਲ, ਬੁੱਧ ਬਲ ਵੀ ਪੂਰਾ। ਜੇ ਖੁਰਾਕ ਸਹੀ ਹੈ, ਜੇ ਖੁਰਾਕ ਸਹੀ ਹੈ ਤਾਂ ਸ਼ਕਤੀ ਵੀ ਸਹੀ ਹੈ ਪੂਰੀ। ਹਾਂ। ਗੁਰ ਰਾਮਦਾਸ ਸੱਚ ਸਲ ਭਣ, ਤੂੰ ਅਟਲ ਰਾਜ ਅਭੰਗ ਦਲ। ਗੁਰ ਰਾਮਦਾਸ, ਹਾਂ ਸੱਚ ਸਲ ਭਣ, ਗੁਰੂ ਰਾਮਦਾਸ ਨੂੰ ਕਿਹਾ ਹੋਇਆ ਸਲ ਭਣ। ਦੇਖੋ ਜਿਹੜਾ ਰਾਮਦਾਸ ਹੈ, ਜਿਹਦੇ ਨਾਲ ਦਾਸ ਲੱਗ ਗਿਆ ਉਹ ਛੋਟਾ ਹੀ ਹੁੰਦਾ। ਜੇ ਗੁਰੂ ਰਾਮਦਾਸ ਹੈ, ਇਹਦਾ ਅਰਥ ਹੁੰਦਾ ਰਾਮ ਕਾ ਦਾਸ। जिसके हृदय पारब्रह्म का निवास तिसका नाम सत रामदास। रामदास कोई भी हो सकता है। गुरु रामदास सच सल भण, सच सल भण। सल जिहड़ा पट है वो सच कहंदा है, भण दा मतलब बोलदा है, सच बोलदा है, झूठ नहीं बोलदा। कोई रामदास की नजायज़ उस्ती नहीं करता। वो कहंदा मैं सच बोलदा, मैनूं कोई लोड़ नहीं नजायज़ उस्ती करन दी रामदास की। मैनू की लोड़ है मैं किसी आदमी की उस्ती करा। सच सल भण, सल सच भण। सल तो सच्ची गल कहना, कोई रियायत नहीं करता किसी की। कोई वो नहीं कहना भी मूँह ते मैं वडियाई का टिक्का लाउणा। सल भण। तू अटल राज अभंग दल। तू अटल राज, तेरा भी वो जा, तेरा है जा अटल राज है, तू तख्त ते बैठा।
तेरी यह अवस्था जिहड़ी मैं उत्ते कही है, अपनी अवस्था नहीं कह रहा, अपनी नहीं अवस्था कह रहा। रामदास दी, रामदास तेरी ये अवस्था सी। ਭੰਗ ਦਲ और तेरा जो दल सी, गुण सी, पग सी, उन्होंने नहीं कोई तोड़ सकिया। तेरे गुणां दी फौज नूं कोई तोड़ नहीं सकिया। पग रहा, दल जुड़िया रहा, खड़ा रहा, उन्होंने कोई खड़ा नहीं सकिया। फौज खड़ जाती है ना, या हमला करता दूआ, कोई किधरे नूं पग रहा, दल टुटिया नहीं है। कोई भी गुण अपने थां ते हिलिया नहीं तेरा। किसी ने कोई आया ही नहीं मूहरे हिलाउण जोगा। किसी माया का कोई जादू नहीं चलिया, किसी औगण का कोई जोर नहीं चलिया, किसी काल की कोई भै ने काम नहीं किया। काल की भै ने की काम करना, हुक्म दे भी तो पहला ही है, हुक्म तो मनण नूं तैयार है। भै तो उन्होंने है जिहड़ा हुक्म मनदा नहीं, वो जिन्हों हुक्म मनण च आनाकानी करना, भै तो उन्होंने है। हाँ जी। ਤੂੰ ਸਤਿਗੁਰ ਚੌ ਜੁਗੀ ਆਪ ਹੀ ਆਪੇ ਪਰਮੇਸ਼ਰ। तू सतयुग ਚੌ ਜੁਗੀ ਆਪ चौं जुगी। सतगुरु ने कहा भी तू तो चारों युगों च आप ही है, आप है आप परमेश्वर है। तू चारों युगों च वो जाए जा जुग हो जा परमेश्वर। तू सतगुर चौं जुगी आप है आप परमेश्वर। परमेश्वर तो जड़ा है चारों युगों च उहदा राज है। इत्थे युग तो इत्थे बदलते हैं, युग बाहर थोड़ी बदलते हैं, युग तो अंदर ही बदलते हैं। माया के अंदर ही बदलणगे युग। जे तीन बदलणगे भी तो माया के अंदर ही बदलणगे। फिर चौथा तो बाहर हैगा ही है। चौथे के विचे तीन ने, सतयुग के विचे तीन ने। असल युग एक रहिंदा है या चारे रहिंदे ने, इक्को ही गल है। जे युग एक मन लीए ना आप, हमेशा ही रहिंदा है। सचखंड वाले वास्ते इक्को युग रहिंदा है, सतयुग ही रहिंदा। उन्हां वास्ते बदलदा कद है। सचखंड दे विच सतयुग ही रहिंदा। ते आ जिहड़े तीन ने उहदे विचे अंदर उहदे विचे चलदे ने, तां भवसागर दे ने दा युग। फिर भवसागर दा सुख सागर दे विचे है। फिर इकट्ठे ही चलते हैं चारे युग। तू सतयुग सतगुर चौं जुगी। चारां युगां दे विच सतगुर नूं मानता है। तू सतगुर चौं जुगी चौं जुगी। आप ही आपे परमेश्वर। जेड़ा गुरदेव है वो मरदा है, चारां युगां च नहीं मरदा। तू चारां युगां दे विच ही तू ज्ञान दे रहा। सचखंड चो इस वक्त ज्ञान दे रहा, वो भी सतगुर है। सतपुरख जिन्ने वाले जेड़े हुण सचखंड च बैठे ज्ञान दे रहे हैं, तीन लोक वाले दे रहे हैं। उत्थे तक किसी नूं ज्ञान की लोड़ नहीं। वो देने वाले ने, लैने वाले ने। गुरु देण वाला हुंदा, गुरु ने, देण वाले ने, ये लैण वाले ने। जिहड़ा इत्थे देण वाला ज्ञान है कोई, वो तां तुहाडा सुण के ही बोलदा। फिर वो सतगुर है। वो सतगुरु ने जानी सतगुर है। फर्क तो इन्ना ही है। बोलण वाला सतगुर है, बुलाउण वाला सतगुरु है। एक डिग्री का फर्क है। बोलण वाले का शरीर है, बुलाउण वाले का शरीर है नहीं। वो सीधा बोल नहीं सकता। ये भाषा संसार वालियां दी एको भी खास खिते की भाषा, थोड़े एरिए की भाषा। सारे संसार की भाषा तो है नहीं है पंजाबी, कुछ लोगों की भाषा है। वो ज्ञान कराया होया है। फिर आप ही आपे परमेश्वर। आप ही आपे परमेश्वर। परमेश्वर सतगुर नूं कहंदे ने। ईश्वर उन्ना चिर है, ईश्वर उन्ना चिर है जिन्ना चिर जपदा है। ईश्वर तो जपदा है। गावण तुद नूं ईश्वर ब्रह्मा देवी। ईश्वर ब्रह्मा और देवी जिहड़े ने ना, ब्रह्मा ईश्वर शिवजी का ईश्वर है, तो विष्णु का भी ईश्वर है। तो ईश्वर तो इस लैवल के जपण वाले देहधारी ने सारे।
ਈਸ਼ਰ ਦੇਹਧਾਰੀ ਹੁੰਦੇ ਨੇ, ਬ੍ਰਹਮਾ ਦੇਹਧਾਰੀ ਹੁੰਦੇ ਨੇ, ਜਿਹੜੀ ਦੇਵੀ ਆ ਉਹ ਵੀ ਦੇਹਧਾਰੀ ਹੁੰਦੀ ਹੈ, ਪਰ ਦੇਹ ਨਹੀਂ ਹੁੰਦੀ, ਦੇਹਧਾਰੀ ਹੁੰਦੀ ਹੈ। ਬਾਣਾ ਪਾਇਆ ਹੋਇਆ, ਜਿਹਨੇ ਪਾਇਆ ਉਹ ਬਾਣਾ ਥੋੜੀ ਹੈ। ਜਿਹਨੇ ਪਾਇਆ ਬਾਣਾ ਉਹ ਬਾਣਾ ਨਹੀਂ ਹੈ, ਬਾਣਾ ਉਹਨੇ ਪਾਇਆ ਹੋਇਆ। ਮੈਂ ਦੇਹ ਤਾਂ ਇੱਕ ਬਾਣਾ ਹੈ, ਉਹਦਾ ਧਾਰਨ ਕੀਤਾ। ਜਿਹਨੇ ਧਾਰਨ ਕੀਤਾ ਉਹ ਕੌਣ ਹੈ? ਸਰੀਰ ਤਾਂ ਹੈਗਾ, ਸਰੀਰ ਦੀ ਮੂਰਤੀ ਬਣਾ ਲਈ। ਉਹ ਜਿਹਨੇ ਧਾਰਨ ਕੀਤੀ ਹੈ ਮੂਰਤੀ, ਉਹਦੀ ਮੂਰਤੀ ਬਣਾਓ। ਪੂਜਾ ਉਹਦੀ ਕਰਨੀ ਹੈ, ਕਿਹਦੀ ਕਰਨੀ ਹੈ? ਇੰਨੀ ਉਹ ਗਲਤੀ ਹੋਈ ਹੈ, ਹੋਰ ਕੀ ਹੋਇਆ? ਬਈ ਮੂਰਤੀ ਉਹਦੀ ਬਣਾਓ, ਆਤਮਾ ਦੀ। ਅਸੀਂ ਵੀ ਮੰਨ ਲੈਂਦੇ ਹਾਂ, ਅਸੀਂ ਵੀ ਪੂਜ ਲੈਂਦੇ ਹਾਂ। ਗੁਰ ਕੀ ਮੂਰਤ ਬਣਾਓ। ਜੇ ਗੁਰ ਕੀ ਮੂਰਤ ਦਾ ਦਰਸ਼ਨ ਕਰਨਾ ਹੈ, ਕਹਿੰਦੇ ਜੇ ਗੁਰ ਕੀ ਮੂਰਤ ਦਾ ਦਰਸ਼ਨ ਕਰਨਾ, ਆਹ ਮੂਰਤ ਨਹੀਂ ਹੁੰਦੀ ਗੁਰ ਕੀ। ਆਪਣੇ ਮਨ 'ਚ ਨਿਗਾਹ ਮਾਰ, ਮਨ ਮੈਂ ਧਿਆਨ, ਉਹਦੀਆਂ ਗੱਲਾਂ ਦਾ ਧਿਆਨ ਕਰ। ਜੋ ਤੈਨੂੰ ਸਿੱਖਿਆ ਦੇਗਾ ਉਹਦੇ 'ਚੋਂ ਗੁਰ ਕੀ ਮੂਰਤ ਹੈ, ਉਹਦੇ ਵਿੱਚ ਹੈ। ਉਹਦੀ ਕਿੱਥੇ ਖੜਾ ਸੀ ਉਹ, ਕਿੰਨੀ ਉਹਦੇ 'ਚ ਕੁਆਲੀਫਿਕੇਸ਼ਨ ਸੀ। ਗੁਰ ਕੀ ਮੂਰਤ ਪਛਾਣੀ ਉਹਨੇ, ਕਬੀਰ ਨੇ ਮੌਲਾ ਵਾਲੇ ਦੀ ਪਛਾਣ ਲਈ ਨਾ, ਵੀ ਕੱਚਾ ਗੋਰਾ ਹੈ। ਉਹਨੂੰ ਕਿਹਾ ਮੌਲਾ ਆਪਣੀ ਲੀਜਾ, ਮੌਲਾ ਤਾਂ ਮੋੜਿਆ ਆ। ਗੁਰ ਕੀ ਮੂਰਤ 'ਚ ਗੁਰ ਨੂੰ ਪਛਾਣ ਲਿਆ ਆਪਣੇ ਨੂੰ, ਵੀ ਇਹ ਤਾਂ ਕੱਚਾ, ਇਹਦਾ ਫਸਾਤਾ ਮੈਨੂੰ। ਉਹਦੀ ਮਾਲਾ ਮੋੜਿਆ, ਵੀ ਲਾ ਫੜ ਮਾਲਾ ਆਪਣੀ। ਐਵੇਂ ਗੁਰ ਕੀ ਮੂਰਤ ਜਾਂ ਪਛਾਣੀ ਗੁਰੂ ਅੰਗਦ ਨੇ, ਉਹਦੇ ਵੀ ਛੜਤੀ ਪੱਥਰ ਵਾਲੀ। ਗੁਰ ਕੀ ਮੂਰਤ ਮਨ 'ਚੋਂ ਦੇਖ ਲਈ ਨਾ, ਮਨ ਦੇ ਵਿੱਚੋਂ ਦੇਖ ਲਈ। ਮਨ ਮੈਂ ਧਿਆਨ ਮਾਰਿਆ, ਮਨ ਦੇ ਵਿੱਚ ਆਪੇ ਸੀ ਉਹ। ਮਨ ਦੇ ਵਿੱਚ ਆ ਉਹ ਮੂਰਤ ਜੀ ਦਾ ਦਰਸ਼ਨ ਕਰਨਾ, ਬਾਹਰ ਨਹੀਂ ਹੁੰਦੀ। ਬਾਹਰ ਤਾਂ ਉਹਦੇ ਕੱਪੜੇ ਨੇ ਜਿਹੜੇ ਉਹਨੇ ਧਾਰਨ ਕੀਤੇ ਤੇ, ਬਾਹਰ ਤਾਂ ਮਾਇਆ, ਮਾਇਆ ਨਾਲ ਹੁਣ ਜੋੜ ਰਹੇ ਨੇ, ਰਮਾਲਿਆਂ ਨਾਲ, ਬੀੜ ਨਾਲ ਤੇ ਕਾਗਜ਼ਾਂ ਨਾਲ। ਇਹ ਕੀ ਹੈ? ਇਹ ਗੁਰ ਕੀ ਮੂਰਤ ਹੈ। ਉਹੀ ਫਰੌਡ ਕੀਤਾ, ਤਰੀਕੇ ਨਾਲ ਫਰੌਡ ਕੀਤਾ। ਤਰੀਕੇ ਨਾਲ ਗੱਲ ਕਹਿ ਕੇ ਸਾਨੂੰ ਉਹ ਡੋਜ਼ ਕਰ ਦੇ ਰਹੇ ਨੇ, ਪਬਲਿਕ ਨੂੰ ਫਰੌਡ ਕਰਕੇ। ਉਹੀ ਗੱਲ ਕਰ ਰਹੇ ਨੇ ਜਿਹੜੀ ਪਿੱਛੇ ਸੀ, ਪਰ ਹੁਣ ਕਹਿਣ ਲੱਗੇ। ਮਹਿਸੂਸ ਕਰ ਲਿਆ ਸਿਆਣਿਆਂ ਨੇ ਵੀ ਇਹ ਤਾਂ ਉਹੀ ਮੂਰਤੀ ਪੂਜਾ ਜਿਹੜੀ ਛਡਾਈ ਸੀ। ਹੁਣ ਹੁਣ ਇਹਨਾਂ ਨੂੰ ਥੋੜ੍ਹਾ ਬਖਸ਼ ਪੈਣ ਲੱਗਿਆ ਵੀ ਇਹ ਤਾਂ ਸਾਰੇ ਹੀ ਥਰਡ ਕਲਾਸ ਆਦਮੀ ਨੇ, ਜਿਹਨੇ ਵੀ ਪ੍ਰਚਾਰ ਕਰਨਾ। ਉਹ ਛੋਟੇ ਛੋਟੇ ਗ੍ਰੰਥੀਆਂ ਨੂੰ ਚੱਕ ਕੇ ਤੁਸੀਂ ਅਕਾਲ ਤਖਤ ਦੇ ਜਥੇਦਾਰ ਏਡੇ ਪੋਸਟਾਂ ਦਿੱਤੀਆਂ ਨੇ। ਪੱਲੇ ਕੀ ਹੈ? ਜਿਹੜੇ ਪੜ੍ਹਾਈ 'ਚੋਂ ਫੇਲ ਹੋਏ ਨੇ ਆਪਣੀ ਜ਼ਿੰਦਗੀ 'ਚ, ਉਹ ਗ੍ਰੰਥੀ ਬਣਾ ਕਰਦੇ ਨੇ। ਜਿਨ੍ਹਾਂ ਨੂੰ ਕੋਈ ਜਗ੍ਹਾ ਨਹੀਂ ਸੀ, ਉਹ ਗ੍ਰੰਥੀ ਹੋਏ ਨੇ। ਉਦੋਂ ਚੰਗਾ ਇੰਟੈਲੀਜੈਂਟ ਆਦਮੀ ਕਿਹੜਾ ਉੱਥੇ? ਤਾਂ ਹੀ ਤੁਹਾਡੇ ਜੁੱਤੀ ਹੇਠ ਰਹਿੰਦੇ ਨੇ ਸਿਆਸਤਦਾਨਾਂ ਦੇ। ਇੰਟੈਲੀਜੈਂਟ ਆਦਮੀ ਰਹਿ ਜੂ ਤੁਹਾਡੀ ਜੁੱਤੀ ਥੱਲੇ। ਆਪਣੀ ਜ਼ਮੀਰ ਨੂੰ ਮਾਰ ਕੇ ਰਹਿੰਦੇ ਨੇ ਉੱਥੇ। ਕਰਨ ਵੀ ਕੀ ਵਿਚਾਰੇ? ਉਹ ਵੀ ਨੌਕਰੀ ਕਰਦੇ ਨੇ, ਉਹ ਕੀ ਕਰਨ? ਅੰਦਰੋਂ ਦੁਖੀ ਵੀ ਹੋਣਗੇ, ਹੈ ਮਜਬੂਰੀ ਹੈ ਉਹਨਾਂ ਦੀ ਰੋਟੀ ਖਾਣੀ। ਇਹ ਗੱਲ ਔਖੀ ਹੈ ਕਿ ਕੁਰਬਾਨੀ ਕਰਕੇ ਛੱਡੇ ਆਉਣ ਵੀ ਗੁਰੂ ਦੀ ਗੱਲ ਹੈ। ਅਸੀਂ ਹੋਰ ਕੋਈ ਕੰਮ ਕਰ ਲਾਂਗੇ, ਰਿਕਸ਼ਾ ਚਲਾ ਲਾਂਗੇ, ਪਰ ਇੱਥੇ ਗੁਰਦੁਆਰੇ 'ਚ ਅਸੀਂ ਇਹ ਕੰਮ ਨਹੀਂ ਕਰਨਾ। ਗੁਰੂ ਦਾ ਅਸੀਂ ਦੋਸ਼ ਨਹੀਂ ਲੈਣਾ, ਝੂਠ ਨਹੀਂ ਬੋਲਣਾ। ਇਹਨੇ ਜੋਗੇ ਨਹੀਂ ਹਨ ਨੌਕਰੀ ਛੱਡ ਕੇ ਪਰੇ ਮਾਰਨ। ਕੁਰਬਾਨੀ ਕੌਣ ਕਰੇ? ਇੱਥੇ ਕੁਰਬਾਨੀ ਦੀ ਲੋੜ ਹੈ, ਇਹਨੇ ਜੋਗੇ ਨਹੀਂ ਹੁਣ। ਹਾਂਜੀ। ਸੁਰ ਨਰ ਸਾਧਕ ਸਿੱਧ, ਸਿੱਖ ਸੇਵੰਤ ਤੁਰਹੁ ਧੁਰ। ਸਿੱਖ ਸੁਰ ਨਰ ਸਾਧਕ ਸਿੱਧ। ਹਾਂ, ਸੁਰ ਨਰ, ਸੁਰ ਹੁੰਦਾ ਜਿਹੜਾ ਛੇਤੀ ਮੰਨ ਲੈਂਦਾ ਨਾ ਗੱਲ ਧਰਮ ਦੀ, ਉਹ ਸੁਰ ਹੈ। ਚਾਹੇ ਗਾਹਾਂ ਜਾ ਕੇ ਅੜੇ ਜਾਵੇ, ਅੜਦੇ ਸੁਰੇ ਨੇ ਜਾ ਕੇ। ਜਿਹੜੇ ਉਸੋਲਣੇ ਪਹਿਲਾਂ ਮੰਨਦੇ ਨਹੀਂ, ਫਿਰ ਅੜਦੇ ਨਹੀਂ। ਇਹ ਅੜੀਅਲ ਘੋੜੇ ਨੇ, ਘੋੜਾ ਜੇ ਅੜੀਅਲ ਚੱਲ ਪਵੇ ਫਿਰ ਸਾਰੀ ਜ਼ਿੰਦਗੀ ਰੁਕਦਾ ਨਹੀਂ, ਨਹੀਂ ਉਹ ਚੱਲਦਾ ਹੀ ਨਹੀਂ। ਜਾਂ ਤਾਂ ਚੱਲਦਾ ਹੀ ਨਹੀਂ, ਪੁੱਠਾ ਚੱਲਦਾ। ਜੇ ਚੱਲ ਪਵੇ ਫਿਰ ਸਾਰੀ ਜ਼ਿੰਦਗੀ ਰੁਕਦਾ ਨਹੀਂ। ਉਹ ਫਿਰ ਕਿਸੇ ਨੂੰ ਨੇੜੇ ਆਉਣ ਨਹੀਂ ਦਿੰਦਾ। ਜਿਹੜੇ ਪਹਿਲਾਂ ਨਹੀਂ ਚੱਲਦੇ ਨੇ ਉਹ ਥੱਕ ਵੀ ਛੇਤੀ ਹੋ ਜਾਂਦੇ ਨੇ। ਸੁਰ ਨਰ ਸਾਧਕ ਸਿੱਧ। ਨਰ ਆਮ ਨੇ, ਜਿਹੜਾ ਨਾਲ ਇੱਕ ਉਹ ਆਦਮੀ ਹੈ ਜਿਹੜਾ ਅਸੁਰ ਵੀ ਹੋ ਸਕਦਾ, ਸੁਰ ਵੀ ਹੋ ਸਕਦਾ। ਆਹ ਲੋਕ ਜਿਹੜੇ ਨੇ
ਕੋਈ ਕਿਸੇ ਸੰਤ ਵੱਲ ਚਲਿਆ ਗਿਆ, ਇਹ ਨਾਰੇ ਨਹੀਂ ਇਹਨਾਂ ਨੂੰ ਕਹਿੰਦੇ। ਇਹ ਜਿਹਦੀ ਗੱਲ ਸੁਣ ਲੈਂਦੇ ਨੇ ਉਹਦੀ ਗੱਲ ਮੰਨ ਲੈਂਦੇ ਨੇ, ਇਹ ਨਾਲ ਨੇ। ਸਾਧਕ ਸਿੱਧ, ਸਾਧਕ ਸਿੱਧ, ਸਾਧਨਾ ਕਰਨ ਵਾਲੇ ਨੇ, ਕੁਛ ਸਾਧਨਾ ਕਰਾਉਣ ਵਾਲੇ ਨੇ। ਜਿਹੜੇ ਸਾਧਨਾ ਕਰਾਉਣ ਵਾਲੇ ਨੇ, ਸਾਧਨਾ ਦੀ ਸਮਝ ਹੈ, ਕਰਦੇ ਰਹੇ ਨੇ, ਟੀਚਰ ਨੇ, ਉਹ ਸਿੱਧ ਕਹਿ ਦਿੰਦੇ ਨੇ ਉਹਨਾਂ ਨੂੰ। ਇੱਧਰ ਤਾਂ ਹੁੰਦੇ ਨੇ ਨਾ ਸਤਿਗੁਰ, ਇੱਧਰ ਸਤਿਗੁਰ ਹੈ, ਉੱਧਰ ਸਿੱਧਾ ਲਫ਼ਜ਼। ਜਿਹੜੀ ਪੜ੍ਹਾਈ ਹੈ ਨਾ, ਇੱਧਰ ਸਤਿਗੁਰ ਲਫ਼ਜ਼ ਹੈ, ਉੱਧਰ ਸਿੱਧਾ। ਉਹ ਸਾਧਕ ਨੇ, ਇਹ ਸਿੱਖ ਨੇ। ਸਮਾਧੀ ਵਾਲਿਆਂ 'ਚ ਜਿਹੜੇ ਪੜ੍ਹਾਉਣ ਵਾਲੇ ਨੇ ਉਹਨਾਂ ਨੂੰ ਸਿੱਧਾ, ਪੜ੍ਹਨ ਵਾਲਿਆਂ ਦਾ ਸਾਧਕ ਹੈ। ਜਿਹੜੇ ਸਿੱਖ ਰਹੇ ਨੇ ਸਮਾਧੀ ਵੱਲ ਨੂੰ, ਜੋ ਜਾ ਰਹੇ ਨੇ, ਜਿਹੜੇ ਕਾਮਯਾਬੀ ਕਹਿੰਦੇ ਨੇ ਅਸੀਂ ਕਰ ਲਈ ਜਾਣ ਕੇ ਸਾਰੇ, ਉਹ ਸਿੱਧ ਬਣ ਗਏ। ਜਿਨ੍ਹਾਂ ਨੂੰ ਸਿੱਖਿਆ ਦੇ ਰਹੇ ਨੇ ਉਹ ਸਾਧਕ ਨੇ। ਇਵੇਂ ਇੱਥੇ ਸਤਿਗੁਰ ਹੈ, ਦੂਏ ਸਿੱਖ ਨੇ। ਸਤਿਗੁਰ ਸਿੱਖ ਕੇ ਬੰਧਨ ਕੱਟੇ। ਹੁਣ ਸਿੱਧ ਨੇ ਕਿਸੇ ਸਾਧਕ ਦੇ ਬੰਧਨ ਕੱਟੇ ਨਹੀਂ ਲਿਖੇ ਹੋਏ। ਇਹ ਪੰਡਤ ਨੇ ਕਿਸੇ ਦੇ ਬੰਧਨ ਕੱਟੇ ਹੋਣੇ ਨਹੀਂ ਲਿਖੇ ਹੋਏ। ਸੰਤ ਨੇ ਕਿਸੇ ਦੇ ਬੰਧਨ ਕੱਟੇ ਹੋਣੇ ਨਹੀਂ ਲਿਖੇ ਹੋਏ। ਸਾਧ ਨੇ ਕਿਸੇ, ਸਾਧ ਤਾਂ ਚਲੋ ਉਹਨਾਂ ਦੇ ਵਿੱਚ ਆ ਕੇ ਇਹ ਨਹੀਂ ਲਿਖੇ। ਸਤਿਗੁਰ ਸਿੱਖ ਕੇ ਬੰਧਨ ਕੱਟਦਾ। ਸੱਚ ਦਾ ਗਿਆਨ ਦੇਣ ਵਾਲਾ ਸਤਿਗੁਰ ਹੁੰਦਾ। ਸਤਿਪੁਰਖ ਜਿਹਨੇ ਜਾਣਿਆ, ਸਤਿਗੁਰ ਤਿਸ ਕਾ ਨਾਮ। ਸਤਿਪੁਰਖ ਨੂੰ ਜਿਹਨੇ ਜਾਣ ਲਿਆ ਉਹੀ ਬੰਧਨ ਕੱਟ ਸਕਦਾ, ਦੂਆ ਨਹੀਂ ਕੋਈ ਕੱਟ ਸਕਦਾ। ਹਾਂ, ਸਿੱਖ ਸੇਵੰਤ ਧੁਰੋਂ ਧੁਰ, ਸਿੱਖ ਸੇਵੰਤ ਧੁਰੋਂ ਧੁਰ। ਜਿਹੜੇ ਸਿੱਖ ਨੇ ਉਹ ਧੁਰ ਤੋਂ ਹੀ ਸੇਵਾ ਕਰਦੇ ਆਏ ਨੇ, ਪਹਿਲੇ ਜਨਮ ਤੋਂ ਹੀ। ਸਿੱਖ ਜਿਹੜੇ ਨੇ ਨਾ, ਉਹ ਧੁਰੋਂ ਹੀ ਸੇਵਾ ਕਰਦੇ ਆਏ ਨੇ। ਜੇ ਵਿਚਾਲੇ ਹਟ ਕੇ ਹੁਣ ਤਾਂ ਲੱਗ ਗਏ, ਹੁਣ ਤਾਂ ਜਾਂ ਸਿੱਖ ਆ ਜਾਂ ਧੁਰੋਂ ਹੀ ਸੇਵਾ ਕਰਦਾ ਹੋਇਆ। ਫਿਰ ਜੇ ਵਿਚਾਲੇ ਹਟ ਵੀ ਗਿਆ ਹੋਵੇ, ਹੁਣ ਤਾਂ ਲੱਗਿਆ ਹੋਇਆ ਨਾ। ਸਿੱਖ ਸੇਵੰਤ ਧੁਰੋਂ ਧੁਰ, ਧੁਰੋਂ ਧੁਰ। ਕੀ ਸੇਵੰਤ? ਅੰਤਰਾਤਮਾ ਦੀ ਭਾਣਾ ਮੰਨਦੇ ਨੇ ਸਿੱਖ। ਉਹ ਨੇ ਜਿਹੜੇ ਭਾਣਾ ਮੰਨਣ, ਭਾਣੇ ਚੱਲਣ। ਸੇਵਾ ਉਹੀ ਹੈ ਜਿਹੜੇ ਭਾਣੇ ਚੱਲਣ ਵਾਲੇ ਨੂੰ ਸੇਵਾ ਹੁੰਦੇ ਨੇ। ਆਦ ਜੁਗਾਦ ਅਨਾਦਿ ਕਲਾ ਧਾਰੀ ਤ੍ਰਿਲੋਹਾ। ਆਦ ਜੁਗਾਦ ਅਨਾਦਿ, ਆਦ ਜੁਗਾਦ ਤੋਂ ਲੈ ਕੇ ਆਦ ਜੁਗਾਦ ਹੈ ਨਾ। ਜੋਤ ਆਦ ਜੁਗਾਦ ਹੈ। ਜਿਹੜਾ ਆਦ ਜੁਗਾਦ ਹੈ ਉਹ ਅਨਾਦਿ ਹੈ। ਜਿਹੜਾ ਸੰਸਾਰ ਦਾ ਆਦ ਹੈ, ਸੰਸਾਰ ਦਾ ਆਦ ਹੈ। ਜਿਹੜਾ ਇੱਕ ਹੈ ਉਹ ਆਦ ਹੈ। ਸ਼ਬਦ ਵੀ ਉਹ 'ਚੋਂ ਹੀ ਪੈਦਾ ਹੁੰਦਾ ਨਾ। ਇੱਕ ਹੋਏ ਤਾਂ ਹੁਕਮ ਹੈ, ਹੁਕਮ ਵੀ ਉਸੇ 'ਚੋਂ ਪੈਦਾ ਹੁੰਦਾ, ਤੇ ਮਨ ਵੀ ਉਸੇ 'ਚੋਂ ਪੈਦਾ ਹੁੰਦਾ, ਤੇ ਮਾਇਆ ਵੀ ਉਹਦੇ ਨਾਲ ਪੈਦਾ ਹੁੰਦੀ ਹੈ, ਉਹ 'ਚੋਂ ਹੀ ਪੈਦਾ ਹੁੰਦੀ ਹੈ। ਉਹ ਆਦ ਹੈ। ਇਸ ਕਰਕੇ ਅਨਾਦਿ ਇੱਕ ਆਦ ਹੈ। ਸਾਬਤ ਜਿਹੜਾ ਇੱਕ ਹੈ ਉਹ ਆਦ ਹੈ। ਆਦ ਜੁਗਾਦ ਅਨਾਦਿ। ਜੁਗਾਦ ਜਦ ਮਾਇਆ ਪੈਦਾ ਹੁੰਦੀ ਹੈ ਉਹਦਾ ਵੀ ਆਦ ਹੈ। ਮਾਇਆ ਦਾ ਵੀ ਆਦ ਹੈ। ਸੱਚੇ ਤੋਂ ਜਿਹੜਾ ਪਵਨਾ ਪਿਆ ਉਹ ਆਦ ਹੈ। ਇੱਧਰ ਅਬ ਨੂਰ, ਇੱਕ ਨੂਰ ਪੈਦਾ ਹੋਣਾ ਜਿਹੜਾ ਆਦ ਹੈ। ਜਦ ਅੱਬਲ ਲੈ ਲਓ, ਨੂਰ ਦਾ ਪੈਦਾ ਹੋਣ ਕਰਕੇ ਆਦ ਹੈ। ਸਮਝਿਆ ਨਹੀਂ? ਸੱਚੇ ਤੇ ਪਵਨਾ ਪਿਆ ਉਹ ਜੁਗਾਦ ਹੈ। ਸੱਚੇ ਤੇ ਜਾਂ ਪਵਨਾ ਪਿਆ ਉਹ ਜੁਗਾਦ ਹੈ। जुग शुरू हो गया जाते, समा शुरू हो गया जाते, काल शुरू हो गया जाते। ये जुगाद है। नूर का पैदा होना आद है, अव्वल है ना। माया का पैदा होना जुगाद है। और जी तो पैदा होए ने दो चीज़ां, वो आप अनाद है। वो आद नहीं है, वो अनादि है। जिन्हें दो चीज़ां पैदा की वो आप अनादि। हाँ अव्वल अल्लाह एक है जड़ा वो अनादि है। हाँ कलाधारी त्रिलोहा, कलाधारी त्रिलोहा वो नहीं है। कला एक नहीं, कलाधारी है तिना लोकां च। हुण एक तो ही दो होए हुए ने। एक तो ही दो होए ने। कलाधारी एक दे ही रूप ने बने हुए। किवें कलाधारी? एक हुक्म कितनी मत्ता बनिया तो
ਇੱਕੇ ਮੱਤ ਪਹਿਲਾਂ ਪੈਦਾ ਹੋਈ ਹੈ। ਬਾਕੀ ਜਿਹੜੇ ਰਾਹ ਵਾਲਿਆਂ ਨੇ ਆਦਮੀ ਨੇ ਮੱਤਾਂ ਕਿੰਨੀਆਂ ਬਣਾ ਲਈਆਂ ਫਿਰ ਆ ਕੇ, ਇਹ ਆਦਮੀ ਨੇ ਬਣਾਈਆਂ ਮੱਤਾਂ, ਹੋਰ ਕਿਸੇ ਜੀਵ ਨੇ ਤਾਂ ਮੱਤ ਨਹੀਂ ਬਣਾਈ ਕਿਸੇ। ਬਾਕੀ ਕਿੰਨੇ ਪ੍ਰਕਾਰ ਦੀਆਂ ਮੱਤਾਂ ਨੇ। ਇਵੇਂ ਜਦ ਇੱਕ ਦਾਣਾ ਜੰਮੇ ਉਹ ਜੋ ਕੀ ਜੜ ਵੀ ਪੈਦਾ ਹੋਈ, ਮੂਲ ਵੀ ਹੈ ਪੈਦਾ ਹੋਇਆ, ਤੇ ਮੂਲ ਦੇ ਉਤਲਾ ਹਿੱਸਾ, ਮੂਲ ਤੋਂ ਥੱਲੇ ਨੂੰ ਜੜ ਗਈ, ਉੱਤੇ ਨੂੰ ਰੁੱਖ ਗਿਆ, ਰੁੱਖ ਉੱਤੇ ਨੂੰ ਗਿਆ, ਜੜ ਥੱਲੇ ਨੂੰ ਗਈ, ਰੁੱਖ ਸੀ। ਪੱਤੇ ਪੈਦਾ ਹੋਏ, ਫੁੱਲ ਪੈਦਾ ਹੋਏ, ਫਲ ਪੈਦਾ ਹੋਏ, ਕਿੰਨੇ ਰੂਪ ਨੇ ਉਹਦੇ? ਕਲਾਧਾਰੀ ਕਿੰਨੇ ਰੂਪ ਪੈਦਾ ਹੋਏ? ਕਲਾਧਾਰ ਜਗ ਮੈਂ ਪਰਵਰੇ। ਕੰਡੇ ਵੀ ਪੈਦਾ ਹੋਏ। ਕੰਡੇ ਦਾ ਹੋਰ ਰੂਪ ਹੈ, ਕੰਡੇ ਦੀ ਹੋਰ ਕਲਾ, ਫੁੱਲ 'ਚ ਹੋਰ ਚੀਜ਼ ਹੈ, ਫਲ 'ਚ ਹੋਰ ਚੀਜ਼ ਹੈ। ਕਲਾ ਹੀ ਹੈ ਨਾ, ਹੈ ਜਿੱਥੇ ਜਿੱਥੇ ਦੇਖੋ ਸਭ ਕਲਾ ਹੀ ਕਲਾ। ਸਰੀਰ 'ਚ ਕਿੰਨੀਆਂ ਚੀਜ਼ਾਂ ਨੇ ਮਨੁੱਖਾ ਸਰੀਰ ਦੇ ਵਿੱਚ? ਦੰਦ ਵੀ ਨੇ, ਹੱਡੀਆਂ ਵੀ ਨੇ, ਬਾਲ ਵੀ ਨੇ, ਮਿੱਝ ਵੀ ਹੈ, ਚਰਬੀ ਵੀ ਹੈ। ਖਾਂਦੇ ਕੀ ਆ? ਖਾਂਦੇ ਇੱਕੋ ਚੀਜ਼, ਇੱਕੋ ਚੀਜ਼ ਖਾ ਕੇ ਅੰਦਰ ਮਸ਼ੀਨ ਅੱਡੋ ਅੱਡ ਕਰੀ ਜਾਂਦੀ ਹੈ। ਇਹ ਕੀ ਆ? ਕਲਾਧਾਰੀ ਹੈ। ਅੰਦਰ ਵਾਲੇ ਕੋ ਬੁੱਧੀ ਹੈ, ਉਹਨੂੰ ਦੰਦ ਵੀ ਚਾਹੀਦੇ ਨੇ, ਉਹਨੂੰ ਹੱਡੀਆਂ ਵੀ ਚਾਹੀਦੀਆਂ ਨੇ, ਉਸੇ ਮਿੱਟੀ ਦੀਆਂ ਬਣਾਉਣੀਆਂ ਨੇ, ਉਸੇ ਦੁੱਧ 'ਚੋਂ ਬਣਦਾ ਬੱਚੇ ਦਾ ਸਭ ਕੁਛ। ਉਹ ਦੁੱਧ ਵਾਲੇ ਦੇ ਵਿੱਚ ਹੱਡੀਆਂ ਵਾਲੀ ਚੀਜ਼ ਕੱਢ ਕੇ ਬਾਹਰ ਰੱਖ ਲੈਂਦਾ, ਇੱਕ ਪਾਸੇ ਰੱਖਦਾ। ਜੋ ਚਰਬੀ ਬਣਨੀ ਹੈ ਬਸ ਪਾਸੇ ਰੱਖਦਾ, ਜੋ ਖੂਨ ਬਣਨਾ ਅੱਡੋ ਅੱਡ ਕਰਦਾ। ਉਹ ਸਾਰੇ ਮਸ਼ੀਨ ਐਸੀ ਹੈ। ਇਹ ਕਲਾ ਨਹੀਂ ਹੈ, ਕਲਾਧਾਰੀ ਹੈ। ਹਾਂ, ਕਲਾਧਾਰੀ ਤ੍ਰਿਲੋਹਾ। ਤਿੰਨਾਂ ਲੋਕਾਂ ਦੇ ਵਿੱਚ ਕਲਾਧਾਰੀ ਹੈ। ਤਿੰਨਾਂ ਲੋਕਾਂ 'ਚ ਕਲਾਧਾਰੀ ਹੋਈ ਹੈ ਉਹਦੀ। ਦੇਖੋ ਕਿਤੇ ਕਹਿਆ ਜਾ ਉਹ ਜੀਵ ਉਹੀ ਹੈ, ਕਿੰਨੇ ਪੇੜ ਪੌਦੇ ਨੇ, ਕਿੰਨੇ ਉਹਨਾਂ ਦੇ ਸੁਭਾਅ ਨੇ, ਕਿੰਨੀਆਂ ਵੈਰਾਈਟੀਆਂ ਨੇ, ਸੱਪਾਂ ਦੀਆਂ ਕਿੰਨੀਆਂ ਕੁਲਾਂ ਨੇ, ਮੱਛੀਆਂ ਦੀਆਂ ਕਿੰਨੀਆਂ ਕੁਲਾਂ ਨੇ, ਜਾਨਵਰਾਂ ਦੀਆਂ, ਪੰਛੀਆਂ ਦੀਆਂ ਕਿੰਨੀਆਂ ਕੁਲਾਂ ਨੇ, ਕਿੰਨੀ ਕਲਾ ਹੈ ਉਹਨਾਂ ਦੇ ਵਿੱਚ। ਇਹ ਸਭ ਕੁਛ ਕੀ ਹੈ? ਉਹਦੀ ਉਹ ਕਲਾ ਹੈ, ਅੰਦਰਲੇ ਦੀ ਉਹ ਕਲਾਧਾਰੀ। ਤ੍ਰਿਲੋਹਾ। ਤਿੰਨੇ ਲੋਕਾਂ 'ਚ ਉਹਦੀ ਕਲਾ ਚੱਲਦੀ ਹੈ, ਉਹਦੀ ਅਕਲ ਚੱਲਦੀ ਹੈ। ਉਹਦੀ ਅਕਲ ਤਿੰਨ ਲੋਕ 'ਚ ਚੱਲਦੀ ਹੈ, ਪਰ ਚੌਥੇ ਲੋਕ 'ਚ ਫਿਰ ਉਹਦੀ ਅਕਲ ਨਹੀਂ ਚੱਲਦੀ, ਉੱਥੇ ਸਾਬਤ ਦੀ ਅਕਲ ਚੱਲਦੀ ਹੈ। ਤਿੰਨਾਂ ਲੋਕਾਂ 'ਚ ਇਹਦੀ ਆਪਣੀ ਅਕਲ ਚੱਲਦੀ ਹੈ। ਜਿਹੜਾ ਕਰੈਕ ਹੋ ਗਿਆ ਨਾ, ਕਰੈਕ, ਇਹ ਕਰੈਕ ਆ। ਕਰੈਕ ਦੀ ਅਕਲ ਤਿੰਨ ਲੋਕ 'ਚ ਚੱਲਦੀ ਹੈ, ਬਾਹਰ ਨਹੀਂ ਚੱਲਦੀ। ਇਹ ਵਿਦਵਾਨ ਤਾਂ ਹੀ ਕਰੈਕ ਨੇ ਸਾਰੇ ਹੀ। ਤਿੰਨ ਲੋਕ ਨੂੰ ਸੱਚ ਮੰਨਣ ਵਾਲੇ ਸਾਰੇ ਕਰੈਕ ਨੇ। ਸੰਸਾਰ ਹੈ, ਤਿੰਨ ਲੋਕ ਨੇ, ਸੰਸਾਰ ਵਿੱਚ ਹੈ ਤਿੰਨ ਲੋਕਾਂ ਦੇ। ਜਿਹੜਾ ਇਹਨਾਂ ਨੂੰ ਸੱਚ ਮੰਨਦਾ ਉਹ ਕਰੈਕ ਨੇ ਸਾਰੇ ਹੀ। ਕਰੈਕ ਨੇ, ਕਰੈਕ ਦਾ ਮਤਲਬ ਦਾਲ ਨਹੀਂ ਆਣਾ। ਉਹ ਕਰੈਕ ਦਿਮਾਗ ਕਰਕੇ ਵੀ ਕਰੈਕ ਨੇ। ਉਹ ਆਪਾਂ ਕਰੈਕ ਕਹਿੰਦੇ ਦਿਮਾਗ ਕਰੈਕ ਹੈ, ਉਹਨਾਂ ਦਾ ਦਿਮਾਗ ਵੀ ਕਰੈਕ ਹੈ, ਉਹਨਾਂ ਦੀ ਅਕਲ ਵੀ ਕਰੈਕ ਹੈ। ਅਕਲ ਪੂਰੀ ਨਹੀਂ ਹੋਈ ਉਹਨਾਂ ਦੀ, ਬੁੱਧ ਪੂਰੀ ਨਹੀਂ ਹੈ। ਉਹ ਸਾਰੇ ਕਰੈਕ ਨੇ। ਕਰੈਕ ਕਰਕੇ ਗੁਰਬਾਣੀ 'ਤੇ ਸ਼ੰਕਾ ਕਰਦੇ ਨੇ। ਉਹ ਕਰੈਕ ਕਰਕੇ ਹੀ ਧਰਮ 'ਤੇ ਸ਼ੰਕਾ ਕਰਦੇ ਨੇ। ਕਰੈਕ ਨੇ ਉਹ ਆਪ। ਹਾਂਜੀ, ਆਪ ਹੀ ਨਾਰਾਇਣ ਕਲਾਧਾਰ ਜਗ ਮੈਂ ਪਰਵਰੇ। ਹਾਂ। ਅਗੰਮ ਨਿਗਮ ਉਦਰਨ ਜਰਾ ਜਮੇ ਆਰੋ ਆਹ। ਅਗੰਮ ਨਿਗਮ ਉਧਰ ਉਧਾਰ ਕਾਹਦੇ ਨਾਲ ਹੁੰਦਾ? ਅਗੰਮ ਉਹ ਨਿਗਮ, ਉਹ ਨਿਗਮ ਜਿਹੜਾ ਹੈਗਾ ਵੇਦ ਨਿਗਮ ਹੁੰਦਾ, ਵੇਦ, ਉਹ ਗਿਆਨ ਵੇਦ, ਉਹ ਵੇਦ ਬਾਣੀ ਨਾਲ ਉਧਾਰ ਹੁੰਦਾ ਜਿਹੜੀ ਮਨੁੱਖੀ ਬੁੱਧੀ ਨੂੰ ਸਮਝ ਨਹੀਂ ਆਉਂਦੀ। ਅਗੰਮ ਅਗੰਮ ਹੈ ਮਨੁੱਖੀ ਬੁੱਧੀ ਤੋਂ। ਮਨੁੱਖੀ ਬੁੱਧੀ ਦੇ ਤਾਂ ਪੜ੍ਹ ਕੇ ਵੀ ਸਮਝ ਨਹੀਂ ਆਉਂਦੀ ਉਹ ਗੱਲ ਕੀ ਹੈ, ਉਹਦੇ ਨਾਲ ਉਧਾਰ ਹੁੰਦਾ। ਹੁਣ ਆਦਮੀ ਕਰੈਕ ਹੈ ਸਮਝਣ, ਜਿਹਦੀ ਗੱਲ ਹੈ ਉਹ ਕਰੈਕ ਹੈ ਨਹੀਂ ਸੀ। ਉਹ ਸਾਬਤ ਸੂਰਤ ਸੀ, ਦਸਤਾਰ ਸਿਰਾ ਸੀ। ਉਹਨੇ ਤਾਂ ਦਿੱਤਾ ਗਿਆਨ, ਸਮਝਣ ਵਾਲਾ ਕਰੈਕ। ਮਿਸ਼ਨਰੀ ਕਰੈਕ ਨੇ, ਕਰੈਕ ਨੇ। ਜਿੰਨਾ ਚਿਰ ਕਰੈਕ ਨੇ ਉਹ ਨਜ਼ਰ ਨਹੀਂ ਸਮਝ ਆਉਂਦੀ ਗੱਲ।
ਇਹ ਸਾਰੇ ਵਿਦਵਾਨ ਕਰਾਏ ਗਏ ਨੇ, ਸੰਤ ਕਰਾਏ ਗਏ ਨੇ, ਜਿੰਨਾ ਚਿਰ ਮਾਇਆ ਮੋਹ ਕਰਾਏ ਗਏ ਨੇ ਸਭ। ਹਮ ਅਵਗੁਣ ਭਰੇ ਇਹ ਗੁਣ ਆਹੀ ਅੰਮ੍ਰਿਤ ਛਾੜ, ਜਿਹਨੇ ਅੰਮ੍ਰਿਤ ਛੱਡ ਕੇ ਵੇਖਾਂਦਾ ਉਹ ਕਰਾਇਕ ਨਹੀਂ ਤਾਂ ਹੋਰ ਕੀ ਹੈ। ਜੇ ਅੰਮ੍ਰਿਤ ਛੱਡ ਕੇ ਵੇਖਾਂਦਾ ਫਿਰ ਉਹ ਕਰਾਇਕ ਨਹੀਂ ਤਾਂ ਹੋਰ ਕੀ ਹੈ। ਇਹ ਸਭ ਕਰਾਇਕ ਨੇ। ਅੱਜ ਦੀ ਬੋਲੀ 'ਚ ਕਰਾਇਕ ਕਹਿ ਦਿੰਦੇ ਅਸੀਂ ਇਹਨਾਂ ਨੂੰ, ਉਦੋਂ ਕਰਾਇਕ ਇੱਦਾਂ ਹੀ ਕਹੇ ਜਾਂਦੇ ਸੀ। ਜਿਹੜਾ ਅੰਮ੍ਰਿਤ ਛੱਡ ਕੇ ਵੇਖਾਵੇ, ਅੱਜ ਵੀ ਉਹਨੂੰ ਕਰਾਇਕ ਕਹਾਂਗੇ, ਪੁੱਠਾ ਕੰਮ ਕਰੇ। ਜਿਹੜਾ ਅੱਜ ਪੁੱਠਾ ਕੰਮ ਕਰਦਾ ਸੀ ਕਹਿੰਦਾ ਤਾਂ ਕਰਾਇਕ ਛੱਡ ਪਰੇ ਨੂੰ। ਭਾਸ਼ਾ ਹੈ, ਬਦਲਦੀ ਰਹਿੰਦੀ ਹੈ ਭਾਸ਼ਾ, ਸੈਂਸ ਉਹੀ ਰਹਿੰਦੀ ਹੈ, ਲਫ਼ਜ਼ ਬਦਲ ਜਾਂਦੇ ਨੇ। ਅਗੰਮ ਨਿਗਮ ਉਦਰਣ, ਅਗੰਮ ਨਿਗਮ, ਉਹ ਨਿਗਮ ਜਿਹੜਾ ਹੈਗਾ ਵੇਦ ਹੈ, ਗਿਆਨ ਹੈ, ਉਹ ਅਗੰਮੀ ਗੱਲ ਹੈ, ਮਨੁੱਖੀ ਬੁੱਧੀ ਤੋਂ ਪਰੇ ਦੀ ਗੱਲ ਹੈ। ਉਦਰਣ ਉਹਦੇ ਨਾਲ ਉਧਾਰ ਹੁੰਦਾ। ਹੁਣ ਇਹਦੀ ਜੇ ਇਹਨੂੰ ਸਮਝ ਆ ਵੀ ਜਾਵੇ ਬਾਣੀ ਇਹਦੇ ਕੋਲ, ਕੋਈ ਲਿਖਤ ਜਾਂ ਦੂਈ, ਇਹਦੇ ਸਮਝ ਨਹੀਂ ਆਉਂਦੀ, ਬੁੱਧੀ ਤੇ ਪਰੇ। ਉਧਾਰ ਹੋਵੇ ਕਿਵੇਂ, ਸਮਝਾਵੇ ਕੌਣ ਇਹਨੂੰ। ਗੁਰਬਾਣੀ ਦਾ ਕੋਲੇ ਸੀ ਸਾਡੇ, ਆਹ ਹਾਲ ਕਿਉਂ ਹੋਇਆ? ਇਹ ਅਗੰਮ ਹੈ, ਇਹਨੂੰ ਅਗੰਮ ਨਹੀਂ ਅਸੀਂ ਮੰਨ ਕੇ ਚੱਲੇ ਹੋਏ। ਜੇ ਅਗੰਮ ਮੰਨ ਕੇ ਚੱਲਦੇ, ਉਹ ਕਹਿ ਵੀ ਦਿੰਦੇ ਨੇ, ਮੰਨਦੇ ਨੇ ਵੀ ਇਹ ਨਹੀਂ ਜੇ ਸਮਝ ਆਉਂਦੀ ਕਿਸੇ ਤਾਂ ਅਗਾਧ ਬੋਧ ਹੈ। ਫਿਰ ਰੌਲਾ ਕਾਹਦਾ ਪਾਉਣਾ? ਤੁਸੀਂ ਕੀਰਤਨ ਕਰੀ ਜਾਓ। ਜੇ ਅਗੰਮ ਹੈ ਤਾਂ ਬੋਲੋ ਨਾ, ਬੋਲੇ ਤੇ ਭੁਲੇਖਾ ਪਈ ਜਾਂਦਾ ਹੈ। ਵਿਆਖਿਆ ਨਾ ਕਰੋ, ਵਿਆਖਿਆ ਕਰਕੇ ਤਾਂ ਭੁਲੇਖਾ ਪਾਉਣੇ। ਕੋਈ ਕੁਛ ਕਰ ਦਿੰਦਾ, ਕੋਈ ਕੁਛ ਕਰ ਦਿੰਦਾ, ਸੁਣਨੇ ਵਾਲੇ ਭੁਲੇਖੇ ਚਲੇ ਜਾਂਦੇ ਨੇ। ਜੇ ਅਗੰਮ ਮੰਨਦੇ ਹੋ ਤਾਂ ਵਿਆਖਿਆ ਨਾ ਕਰੋ, ਪੜ੍ਹੀ ਜਾਓ। ਵਿਆਖਿਆ ਕਰਨ ਵਾਲਾ ਕੋਈ ਆਜੂ ਕਰ ਦੂਗਾ, ਜਾਂ ਉਨੀ ਕੁ ਵਿਆਖਿਆ ਕਰ ਲਓ ਜਿੰਨੀ ਕੁ ਪਤਾ। ਜਿਹੜੀ ਬਾਕੀ ਉਹਨੂੰ ਕਹੋ ਵੀ ਇੱਥੋਂ ਨਹੀਂ ਪਤਾ। ਜਿੱਥੇ ਤੱਕ ਤੁਹਾਡੇ ਮਤਭੇਦ ਨਹੀਂ ਉਨੀ ਵਿਆਖਿਆ ਕਰ ਲਓ। ਜਿੱਥੇ ਮਤਭੇਦ ਆ ਜਾਂਦੇ ਵਿਆਖਿਆ ਨਾ ਕਰੋ। ਹਾਂਜੀ। ਜਰਾ ਜੰਮੈ ਆਰੋਹ, ਜਰਾ ਜਮ ਹੀ ਆਰੋਹ, ਜਮ ਹੀ ਆਰੋਹ, ਜਿਹੜਾ ਜਰਾ ਰੋਗ ਹੈ ਔਰ ਜਮ, ਦੋਹਾਂ ਦੀ ਆਰੋਹੀ ਹੈ, ਦੋਹਾਂ ਨੂੰ ਬੰਦ ਲਾ ਦਿੰਦੀ ਹੈ, ਬੰਦ ਕਰ ਦਿੰਦੀ ਹੈ। ਨਾ ਜਨਮ ਹੈ ਨਾ ਉੱਥੇ ਮਰਨਾ, ਨਾਨਕ ਬੱਧਾ ਕਰਤਾ ਹਾਂ ਜਿੱਥੇ ਮਿਰਤ ਨਾ ਜਨਮ ਜਰਾ। ਆਰੋਹਾ ਉਹਨੂੰ ਕਹਿੰਦੇ ਨੇ, ਆਰੋਹੀ ਆਰੋਹ, ਜਰਾ ਜੰਮੈ ਆਰੋਹੀ, ਬੰਦ ਉੱਥੇ ਆ ਗਏ। ਜਰਾ ਰੋਗ ਔਰ ਮਿਰਤ ਦੋਹਾਂ ਦਾ ਬੈਰੀਅਰ ਲਾਤਾ, ਪਰੇ ਨੇ। ਫਿਰ ਔਰ ਉਹੀ ਤਾਂ ਬੈਰੀਅਰ ਹੈ। ਜਰਾ ਰੋਗ ਔਰ ਮੌਤ ਤੇ ਬੈਰੀਅਰ ਹੈ, ਲਾ ਦਿੰਦਾ ਉਹ ਜਿਹੜਾ ਨਿਗਮ। ਉਹ ਜਿਹੜਾ ਨਿਗਮ ਹੈ, ਗਿਆਨ ਹੈ ਨਾ, ਜਰਾ ਰੋਗ ਤੋਂ ਔਰ ਮੌਤ ਤੋਂ ਬੈਰੀਅਰ ਲਾ ਦਿੰਦਾ। ਦੋਏ ਨਹੀਂ ਨੇੜੇ ਆਉਂਦੇ, ਨਾ ਜਰਾ ਰੋਗ ਨੇੜੇ ਆਵੇ, ਜਰਾ ਰੋਗ ਰਹਿ ਜਾਂਦਾ ਸਰੀਰ ਨੂੰ। ਮੌਤ ਵੀ ਸਰੀਰ ਦੀ ਹੈ, ਇਹ ਬਾਹਰ ਰਹਿ ਗਿਆ, ਉਹ ਅੰਦਰ ਆ ਗਿਆ। ਉਹ ਤਿਰਕੁਟੀ 'ਚ ਜਾਂ ਛੁੱਟ ਗਈ ਤਾਂ ਇਹ ਛੁੱਟ ਗਿਆ ਸਾਰਾ ਹੀ ਜਰਾ ਰੋਗ, ਇਹਦੇ ਨਾਲ ਰਹਿ ਗਿਆ ਬਾਹਰ। ਜਦੋਂ ਹਿਰਦੇ 'ਚ ਆ ਗਿਆ, ਹਿਰਦੇ ਨਾਲ ਜਰਾ ਰੋਗ ਹੈ। ਹਿਰਦੇ ਵਾਲੀ ਵਸਤੂ ਨੂੰ ਨਾ ਜਰਾ ਰੋਗ ਹੈ, ਨਾ ਉਹਦੀ ਮੌਤ ਹੈ। ਜੀਵ ਆਤਮਾ ਦੀ ਮੌਤ ਹੈ। ਫਿਰ ਜਦੋਂ ਜੀਵ ਆਤਮਾ ਹੋ ਕੇ ਟਿਕ ਗਿਆ ਇੱਕ ਹੋ ਕੇ, ਫਿਰ ਜਰਾ ਔਰ ਜਨਮ ਤੇ ਆਰੋਹੀ ਹੋ ਗਈ। ਗੁਰ ਅਮਰਦਾਸ, ਜਰਾ ਦੇਖੋ ਫਿਰ ਤੇ ਪੜੇ ਨੂੰ, ਅਗੰਮ ਨਿਗਮ ਉਦਰਣ, ਜਰਾ ਜਮਹੀ ਆਰੋਹ। ਜਰਾ ਦੇ ਨਾਲ ਜਨਮ ਦੀ ਆਰੋਹੀ ਕਹੀ ਹੈ। ਜਨਮ ਰੋਕਣਾ ਅਗਲਾ, ਆ ਮਰਨ ਨਹੀਂ ਰੋਕਣਾ। ਸਰੀਰ ਤਾਂ ਛੱਡਿਆ ਹੋਇਆ ਅਸਲ 'ਚ। ਇਹਦਾ ਮਨ ਮਰਿਆ ਤਾਂ ਹੋਇਆ, ਉਹ ਜੀਵਨ ਮੁਕਤ ਹੈ ਜਿਹਦੀ ਗੱਲ ਕਰ ਰਹੇ ਨੇ। ਇਹ ਤਿਰਕੁੜੀ ਛੁੱਟ ਗਈ, ਮੌਤ ਛੁੱਟ ਗਈ, ਮਾਇਆ। ਇਹ ਜਿਹੜਾ ਜਨਮ ਆਰੋਹਾ ਲਿਖਿਆ ਬਹੁਤ ਬਰੀਕ ਗੱਲ ਹੈ, ਮਰਨ ਆਰੋਹ ਹੀ ਨਹੀਂ ਹੈ।
ਜਰਾ ਜਮਹੀ ਆਰੋਹ। ਉਹ ਜੰਮਣ ਤੇ ਆਰੋਹੀ ਬੰਦਾ ਹੈ, ਅੱਗੇ ਜੰਮਣ ਨੂੰ ਬੈਰੀਅਰ, ਅਗਲੇ ਜਨਮ ਦਾ ਬੈਰੀਅਰ। ਆ ਸਰੀਰ ਛੱਡਣ, ਸਰੀਰ ਤਾਂ ਛੱਡ ਚੁੱਕਿਆ, ਉਹ ਤਾਂ ਬੈਰੀਅਰ ਨਹੀਂ ਹੈ। ਕਬੀਰ ਇਹ ਤਨ ਜਾਏਗੋ, ਹਾਂ ਇਹ ਤਨ ਜਾਏਗੋ, ਨਹੀਂ ਉੱਥੋਂ ਲਾਈਨ ਬਦਲ ਜੂਗੀ। ਐਵੇਂ ਨਹੀਂ ਅਸੀਂ ਅਰਥ ਕਰ ਸਕਦੇ ਅੱਖਾਂ ਮੀਚ ਕੇ, ਬੈਰੀਅਰ ਜਗ੍ਹਾ ਜਗ੍ਹਾ ਲੱਗੇ ਪਏ ਨੇ। ਹਰ ਇੱਕ ਪੰਕਤੀ ਦਾ ਸਾਨੂੰ ਧਿਆਨ ਰੱਖ ਕੇ ਅਰਥ ਕਰਨੇ ਪੈਣੇ ਨੇ। ਫਿਰ ਕੀ ਕਹੋ, ਉਹ ਤਾਂ ਕਹਿੰਦਾ ਜੇ ਤਨ ਜਾਏਗਾ, ਉੱਥੇ ਰੋਈ ਕਿਵੇਂ ਲੱਗ ਜੂਗੀ? ਉਹ ਤਾਂ ਸਮਾਂ ਪਹਿਲਾਂ ਛੱਡਤਾ, ਜਾਂ ਜਾਏਗਾ ਕਹਿੰਦਾ, ਤਾਂ ਹੀ ਉਹ ਕਹਿੰਦੇ ਪਹਿਲੇ ਮਨ ਕਬੂਲ। ਕਬੀਰ ਕਹਿੰਦਾ ਤਨ ਜਾਏਗਾ, ਉਹਨਾਂ ਨੇ ਕਿਹਾ ਮਨ ਕਬੂਲ, ਚਲੋ ਮਰਨੇ ਕਬੂਲ ਹੈ ਪਹਿਲਾਂ ਜੇ। ਹਾਂਜੀ, ਗੁਰ ਅਮਰਦਾਸ ਥਿਰ ਥੱਪਿਓ, ਪਰਗਾਮੀ ਤਾਰਨ ਤਰਨ। ਗੁਰੂ ਅਮਰਦਾਸ ਥਿਰ ਥੱਪਿਓ, ਗੁਰ ਅਮਰ ਦਾਸ ਥਿਰ ਥੱਪਿਓ। ਅਮਰ ਗੁਰ ਨੇ, ਅਮਰ ਗਿਆਨ ਨੇ, ਕਿਉਂਕਿ ਚੌਥੇ ਪਾਤਸ਼ਾਹ ਦਾ ਸਵਈਆ ਹੈ। ਥਿਰ ਥੱਪਿਓ, ਥਿਰ ਥੱਪਿਓ ਜਿਹੜਾ ਅਮਰ ਗਿਆਨ ਹੁੰਦਾ ਨਾ, ਇਹ ਟਿਕਾਉਂਦਾ ਹੈ ਮਨ ਨੂੰ। ਉਹ ਕੀ ਸੀ? ਉਹ ਸੀ ਮਨੁੱਖੀ ਬੁੱਧੀ ਤੋਂ ਪਰੇ। ਮਨੁੱਖੀ ਬੁੱਧੀ ਤੋਂ ਜਿਹੜਾ ਪਰੇ ਸੀ, ਉਹੀ ਅਮਰ ਗੁਰ ਹੈ। ਉਹ ਗਿਆਨ ਹੈ ਅਮਰ ਕਰ ਦਿੰਦਾ। ਜਿਹੜਾ ਅਮਰ ਗੁਰ ਦਾ ਮਤਲਬ ਹੈ ਐਸਾ ਗਿਆਨ ਜਿਹੜਾ ਅਮਰ ਕਰ ਦਿੰਦਾ, ਜਿਹੜਾ ਮੌਤ ਨੂੰ ਮਤਲਬ ਹੈ ਗਾਹਾਂ ਜਨਮ ਗਾਹਾਂ ਦੇ ਰੋਕ ਦਿੰਦਾ। ਜੇ ਜਨਮ ਹੋਊ, ਜਨਮ ਤਾਂ ਮਰਨਾ ਹੈ। ਥਿਰ ਥੱਪਿਓ, ਪਰਗਾਮੀ ਤਾਰਨ ਤਰਨ। ਪਰਗਾਮੀ ਤਾਰਨ ਤਰਨ, ਪਰਗਾਮੀ ਹੋ ਗਿਆ ਆ ਜਿਹੜਾ ਹੈ ਨਾ ਗਾਉਂ, ਜਿਹੜੇ ਗਾਉਂ 'ਚ ਰਹਿੰਦਾ ਸੀ ਇਹ ਗਾਉਂ ਤੋਂ ਪਰੇ ਕਰ ਦਿੰਦਾ, ਇਹ ਗਾਉਂ ਛਡਾ ਦਿੰਦਾ। ਬਾਬਾ ਆਪਣਾ ਬਸੋਂ ਇਹ ਗਾਉਂ ਛੱਡ ਕੇ ਪਰਗਾਮੀ ਹੋ ਗਿਆ, ਗਾਉਂ ਦੇ ਪਰੇ ਹੋ ਗਿਆ। ਸਾਏਂ ਚੱਲੀ ਜਾਣੇ। ਗਾਬੀ ਵੀ ਜਿੱਥੇ ਗਾਉਂ ਹੈ, ਗਾਉਂ ਆਇਆ ਸੀ, ਕਿੱਥੇ ਆਇਆ ਸੀ, ਕਿਵੇਂ ਆਇਆ ਸੀ, ਐਂ ਚੜੀ ਜਾਓ ਪੌੜੀ, ਆਪੇ ਚੜੀ ਜਾਣਾ। ਕੋਈ ਦਿੱਕਤ ਨਹੀਂ ਹੈ ਗੁਰਬਾਣੀ ਨੂੰ ਪੜ੍ਹਨ ਦੀ, ਸਮਝਣ ਦੀ। ਜਾਂ ਗਾਮੀ ਲਿਖਦਾ, ਗਾਉਂ ਲੱਭ ਲਓ ਕਿੱਥੇ ਲਿਖਿਆ। ਗਾਉਂ ਬਾਰੇ ਕੀ ਲਿਖਿਆ ਸੀ? ਗਾਉਂ ਵਾਲੀਆਂ ਵਕਤ ਆਪੇ ਦੱਸ ਦੇਣੀ ਹੋਵੇ ਆ ਗੱਲ। ਇਹ ਖੋਜ ਤਾਂ ਤੁਸੀਂ ਆਪੇ ਚੱਲੀ ਜਾਣਾ ਸਿੱਧੇ ਰਸਤੇ, ਕੋਈ ਦਿੱਕਤ ਆਉਣੀ ਹੋਈ ਨਹੀਂ। ਦਿੱਕਤ ਤਾਂ ਆਈ ਹੈ, ਇਹ ਤਾਂ ਇੱਕ ਪੰਕਤੀ ਨੂੰ ਲੈ ਕੇ ਉਹਦਾ ਅਰਥ ਕਰਦੇ ਨੇ। ਐਂ ਤੁਹਾਨੂੰ ਕਿਉਂ ਪਤਾ ਲੱਗ ਜੂ ਇਹ ਕੀ ਗੱਲ ਕਹੀ ਹੈ? ਇਹ ਤਾਂ ਰਿਲੇਟਡ ਹੈ ਸਾਰੀ ਗੱਲ ਇੱਕ ਦੂਜੀ ਨਾਲ। ਪਰਗਾਮੀ ਤਾਰਨ ਤਰਨ। ਜੇ ਕੋਈ ਛੱਤ ਖੜੀ ਹੈ, ਪੂਰੀ ਕੰਧ ਦੇ ਸਿਰ ਤੇ ਖੜੀ ਹੈ, ਇੱਕ ਇੱਟ ਦੇ ਸਿਰ ਤੇ ਨਹੀਂ ਖੜੀ। 10 ਇੱਟਾਂ ਤੁਸੀਂ ਕਦੋਂ ਵੀ ਖੜਦੇ ਹੋ, ਛੱਤ ਫਿਰ ਵੀ ਖੜੀ ਹੈ। ਉਹ ਜੇ ਇੱਕ 2-4 ਸ਼ਬਦ ਚੋਂ ਕੱਢ ਵੀ ਦਈਏ ਗੁਰਬਾਣੀ ਚੋਂ, ਛੱਤ ਫਿਰ ਵੀ ਖੜੀ ਹੈ। ਜਦ ਕੱਲੀ ਗੁਰਬਾਣੀ, ਜਦ ਕਬੀਰ ਦੀ ਬਾਣੀ ਕੱਲੀ ਸੀ, ਜਦ ਵੀ ਛੱਤ ਖੜੀ ਸੀ। ਇਹ ਬ੍ਰਹਮ ਗਿਆਨ ਸੀਗਾ। ਹੁਣ ਵਾਲੀ ਬਾਣੀ ਆ, ਛੱਤ ਹੁਣ ਵੀ ਖੜੀ ਹੈ। 10ਵੇਂ ਪਾਤਸ਼ਾਹ ਦੀ ਨਾਲ ਆ ਗਈ, ਛੱਤ ਫਿਰ ਵੀ ਖੜੀ ਹੈ। ਹੋਰ ਇਹ ਤੋਂ ਇੰਨੀ ਹੋਰ ਆ ਜਾਵੇ ਤਾਂ ਵੀ ਛੱਤ ਖੜੀ ਹੈ। ਇਹ ਸਾਰੀ ਨਾਲ ਵੀ ਖੜੀ ਹੈ। ਪਰ ਮਿਨੀਮਮ ਜਿਹੜਾ ਹੈਗਾ, ਕਬੀਰ ਨੇ ਕੀ ਕੀਤਾ ਸੀ? ਕਬੀਰ ਕਹਿੰਦਾ ਬਿਨ ਥੰਮ ਹੀ ਥੰਮ, ਮੰਦਰ ਥੰਮ। ਉਹਨੇ ਥੰਮ ਬਣਾਏ ਸੀ, ਦੀਵਾਰ ਨਹੀਂ ਸੀ ਬਣਾਈ। ਪਿੱਲਰਾਂ ਦੇ ਛੱਤ ਪਾਤੀ ਸੀ ਕਬੀਰ ਨੇ। ਕਬੀਰ ਕਹਿੰਦਾ ਮੰਦਰ ਤਾਂ ਮੈਂ ਬਣਾਤਾ, ਪਰ ਪਿੱਲਰੇ ਨੇ ਅਜੋ 4 ਚੁਫੇਰਾ ਖਾਲੀ ਪਿਆ। ਮੰਦਰ ਬਣਾਤਾ। ਹੁਣ ਤਾਕੀਆਂ ਬੂਏ ਫਿਰ ਗਾਹਾਂ ਡਿਜ਼ਾਈਨ ਜਿਹੜਾ ਦਿੱਤਾ, ਫਿਰ ਗਾਹਾਂ ਵਾਲਿਆਂ ਨੇ ਦਿੱਤਾ। ਮੰਦਰ ਦੇ ਵਿੱਚ ਹੋਰ ਵੀ ਤਾਂ ਕੁਝ ਚਾਹੀਦਾ, ਸਾਰਾ ਕੁਝ। ਫਿਰ ਉਹਦੇ ਵਿੱਚ ਮੰਦਰ ਦੇ ਵਿੱਚ ਮੰਦਰ ਦਾ ਸ਼ਿੰਗਾਰ, ਉਹ ਸਾਰਾ ਬਾਅਦ ਦੇ ਵਿੱਚ ਕੀਤਾ ਹੋਇਆ। ਉਹਨੇ ਤਾਂ ਪਿੱਲਰ ਖੜੇ ਕਰਕੇ ਛੱਤ ਪਾਤੀ। ਤੁਹਾਨੂੰ ਛੱਤ ਤਾਂ ਫਿਰ ਵੀ ਖੜੀ ਹੈ। ਹਾਂਜੀ, ਅਗ ਅੰਤਕ ਵਧੇ ਨਾ ਸਲ ਕਵੀ ਗੁਰੂ ਰਾਮ। ਅਗ ਅੰਤਕ ਵਧੇ ਨਾ ਸਲ ਕਵੀ ਗੁਰੂ ਰਾਮਦਾਸ ਤੇਰੀ ਸ਼ਰਨ। ਅਗ ਅੰਤਕ, ਅਗ ਅੰਤਕ ਵਧੇ ਨਾ ਸਲ ਕਵੀ। ਵਧਾ, ਅਗ ਅੰਤਕ ਵਧੈ,
ਦੱਦੇ ਨੂੰ ਦਲਾਵਾਂ ਨੇ। ਅੱਛਾ, ਅਗ ਅੰਤਕ ਵਧੇ ਨਾ ਸਲ ਕਵੀ ਬਦੈਨ ਹੈ ਲਫ਼ਜ਼ ਇਹ। ਬਦੈਨ। ਮੈਂ ਵੀ ਉਹੀ ਕਹਿਣਾ ਵੀ ਇਹ ਕੀ ਇੱਥੇ ਕਰਤਾ ਤੋੜ ਆਪਾਂ ਨੇ ਅੱਗੇ ਬਦੈਨ ਕੀਤਾ ਹੋਇਆ ਦਾ ਬਦੈਨ। ਅਗ ਅੰਤਕ ਬਦੈਨ। ਅਗ ਅੰਤਕ ਦਾ ਮਤਲਬ ਹੈ ਜਿਹੜਾ ਅਗ ਹੈ ਨਾ ਹੁਕਮ ਦਾ ਵਿਰੋਧ ਹੈ, ਇਹਦਾ ਖਾਤਮਾ ਕਰਨ ਵਾਲਾ ਹੈ। ਅੰਤਕ ਖਾਤਮਾ ਕਰਨ ਵਾਲਾ ਬਦੈਨ। ਅਗ ਅੰਤਕ ਬਦੈਨ। ਬਦੈਨ ਬਦੈਨ। ਇਹਦਾ ਜਿਹੜਾ ਹੁਕਮ ਦਾ ਵਿਰੋਧ ਕਰਦੇ ਨੇ ਨਾ, ਅਗ ਅੰਤਕ। ਅਗ ਪਾਪ ਹੁੰਦਾ ਹੈ, ਅੰਤਕ। ਅੰਤਕ ਹੁੰਦਾ ਅੰਤ ਕਰਨ ਵਾਲਾ। ਅਗ ਅੰਤਕ ਬਦੈਨ। ਬਦੈਨ ਸਲ ਕਵੀ ਗੁਰੂ ਰਾਮਦਾਸ ਤੇਰੀ ਸ਼ਰਨ। ਮੈਂ ਨਾ ਬਦੋਂ ਕਹਿ ਕਬੀਰ ਨੇ, ਮੈਂ ਨਹੀਂ ਮੰਨਦਾ, ਮੈਂ ਨਾ ਬਦੂ। ਮੈਂ ਨਹੀਂ ਮੰਨਦਾ। ਇਹ ਮੰਨਿਆ ਗਿਆ ਹੈ, ਮੰਨਿਆ ਹੋਇਆ ਹੈ ਵੀ ਆਗੰਤਕ ਹੈ, ਪਾਪਾਂ ਨੂੰ ਖਤਮ ਕਰ ਦਿੰਦਾ ਹੈ। ਇਹ ਗਿਆਨ ਹੈ, ਪਾਪ ਨਹੀਂ ਰਹਿਣ ਦਿੰਦਾ ਹੈ, ਪਾਪ ਨਾਸ਼ਕ ਹੈ ਇਹ। ਆਗੰਤਕ ਦਾ ਪਾਪ ਨਾਸ਼ਕ, ਪਾਪ ਨਾਸ਼ਕ ਬਦੈਨ ਕਿਹਾ ਜਾਂਦਾ ਹੈ, ਮੰਨਿਆ ਹੋਇਆ ਹੈ। ਬਦੈਨ ਸਲ ਕਵੀ ਕਹਿੰਦਾ ਮੰਨਿਆ ਹੋਇਆ ਗਿਆਨ ਗੁਰਮਤਿ ਦਾ ਵੀ ਆਗੰਤਕ ਹੈ, ਪਾਪ ਦਾ ਨਾਸ਼ਕ ਹੈ। ਪਾਪ ਦਾ ਨਾਸ਼ਕ ਪੁੰਨ ਨਹੀਂ ਹੋ ਸਕਦਾ। ਪਾਪ ਦਾ ਨਾਸ਼ਕ ਪੁੰਨ ਹੋ ਹੀ ਨਹੀਂ ਸਕਦਾ। ਪੁੰਨ ਨਾਲ ਪਾਪ ਨਹੀਂ ਨਾਸ਼ ਹੁੰਦੇ। ਪੁੰਨ ਆਪਣੇ ਆਪ 'ਚ ਪਾਪ ਹੈ, ਜਿਹੜਾ ਸੰਸਾਰੀ ਪੁੰਨ ਆਪਣੇ ਆਪ 'ਚ ਪਾਪ ਹੈ। ਜੇ ਪੁੰਨ ਕਰਦਾ ਪਾਪ ਪੁੰਨ ਜੇ ਬੀਜਦੇ ਤੇ ਸਭ ਧਰਮ ਦਾ ਕੀ ਕਰਨ ਜਾਂਦਾ ਪੁੰਨ ਕੀਤਾ ਹੋਇਆ ਬਈ। ਚਾਹੇ ਕਰਜ਼ਾ ਲਿਆ, ਚਾਹੇ ਪੈਸੇ ਜਮ੍ਹਾਂ ਕਰੇ ਨੇ, ਬੈਂਕ ਦੇ ਖਾਤੇ ਦੋਹਾਂ ਦੀ ਐਂਟਰੀ ਹੈ। ਬਕਾਇਆ ਤੇਰੇ ਸਿਰ, ਬਕਾਇਆ ਤਾਂ ਚੱਲਦਾ ਨਾ। ਜੇ ਜਮ੍ਹਾਂ ਕਰਾਇਆ ਤਾਂ ਵੀ ਬਕਾਇਆ, ਲੈਣਾ ਤਾਂ ਵੀ ਬਕਾਇਆ ਤੇਰਾ, ਜੇ ਦੇਣਾ ਤਾਂ ਵੀ ਬਕਾਇਆ। ਉਹ ਬਕਾਇਆ ਤਾਂ ਇੱਕੋ ਹੀ ਲਫ਼ਜ਼ ਆਊਗਾ, ਬੈਲੈਂਸ ਤਾਂ ਇੱਕੋ ਹੀ ਆਊਗਾ। ਪੁੰਨ ਕਰ ਲੈ ਪਾਪ ਕਰ ਲੈ, ਬੈਲੈਂਸ ਤਾਂ ਖੜਾ ਹੈ ਤੇਰਾ। ਜੇ ਬੈਲੈਂਸ ਖੜਾ ਹੈ, ਹਿਸਾਬ ਚੱਲਦਾ ਹੈ, ਤੇ ਮੁਕਤੀ ਕਿਵੇਂ ਹੋ ਜੂ? ਪਾਪ ਪੁੰਨ ਤਾਂ ਜਮ੍ਹਾਂ ਕਰਿਆ ਆਇਆ ਖੜਾਇਆ, ਉਹ ਬੈਲੈਂਸ ਤਾਂ ਬਾਕੀ ਦਾ ਖੜੀ ਹੈ। ਬਾਕੀ ਨਿਕਸੀ ਭਾਰੀ, ਬਾਕੀ ਦਾ ਕਰਜ਼ਾ ਤਾਂ ਨਹੀਂ ਗਿਆ ਨਿਕਸਿਆ ਭਾਰਾ। ਬਾਕੀ ਭਾਈ ਆਪਣੀ ਦੱਸ ਕੀ ਕਰਨੀ ਹੈ? ਖਾ, ਦੂਆ ਜਨਮ ਲਾਇਆ, ਹੁਣ ਖਾਣੀ ਪਊਗੀ ਇਹ। ਉਹ ਬਾਕੀ ਨਿਕਸੀ ਭਾਰੀ ਹੋ ਕੇ ਹੈ। ਬਾਕੀ ਦੇਣਾ ਹੀ ਤਾਂ ਨਹੀਂ ਹੁੰਦਾ, ਲੈਣਾ ਵੀ ਤਾਂ ਬਾਕੀ ਹੁੰਦੀ ਹੈ। ਉਹ ਕਹਿੰਦਾ ਭਾਈ ਆ ਤੈਨੂੰ ਦੇ ਦਿੱਤਾ ਮੈਂ 1000 ਦਾ ਨੋਟ, ਤੂੰ ਦੁਕਾਨਦਾਰ ਨੂੰ ਕਹੇ ਜਿਹੜੇ ਤੈਂ ਕੱਟਣੇ ਤੇਰੇ ਬਣਦੇ ਕੱਟ ਕੇ ਬਾਕੀ ਮੈਨੂੰ ਦੇ ਦੇ। ਉਹ ਵੀ ਬਾਕੀ ਹੈ, ਬਾਕੀ ਦਾ ਕੀ ਰਹਿ ਗਿਆ? ਉਹ ਵੀ ਬਾਕੀ ਹੈ, ਬਾਕੀ ਤਾਂ ਬਾਕੀ ਉਹ ਹੈ। ਉਹ ਬਾਕੀ ਨਿਕਸੀ ਭਾਰੀ ਗਿਆ, ਬਾਕੀ ਕੋ ਕਰਜ਼ੇ ਦਾ ਨਾਂ ਹੈ। ਕਰਜ਼ੇ ਦਾ ਨਾਂ ਤਾਂ ਬਾਕੀ ਹੈ ਨਹੀਂ, ਲੈਣਾ। ਇਸ ਕਰਕੇ ਦੋਹਾਂ ਦਾ ਹੀ ਉੱਥੇ ਹੈ ਪੇਸ਼ੀ। ਜਾਂ ਲੈਣ ਜਾਊਗਾ ਜਾਂ ਭਰਨ ਜਾਊਗਾ ਕਿਸ਼ਤ। ਜਾਂ ਤਾਂ ਲੈਣ ਜਾਊਗਾ ਬੈਂਕ ਤੋਂ ਖਰਚੇ ਵਾਸਤੇ। ਭਾਈ ਜੇ ਜਮ੍ਹਾਂ ਕਰਾਏ ਤੇ ਕਾਹਦੇ ਵਾਸਤੇ ਕਰਾਏ? ਤੇ ਖਰਚੇ ਵਾਸਤੇ। ਖਰਚ ਭਾਈ ਇਹਨੂੰ ਲੈ ਜਨਮ ਅਗਲਾ, ਉਹਨੇ ਤਾਂ ਅਗਲੇ ਜਨਮ ਵਾਸਤੇ ਹੀ ਲਏ। ਤੇ ਕਹਿੰਦਾ ਜੀ ਗਾਹਾਂ ਖਰਚ ਹੋਵਾਂਗੇ, ਤਾਂ ਕੋਈ ਨਹੀਂ, ਗਾਹਾਂ ਲੈ ਲਈ, ਹਿਸਾਬ ਤੇਰਾ ਪਿਆ, ਲੈ ਲਈ ਆ ਕੇ। ਅੰਤਕਾਲ ਜੇ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੌਨ ਬਲ ਬਲ ਉਤਰੈ। ਸਰਪ ਜੌਨ ਬਲ ਬਲ ਉਤਰੈ, ਅਗਲਾ ਜਨਮ ਲਊ ਨਹੀਂ। ਫਿਰ ਲੈਣ ਖਾਤਰ ਤਾਂ ਉਹਨੇ ਬੀਜਿਆ ਵਿਚਾਰੇ ਨੇ, ਉਹਨੂੰ ਨਿਰਾਸ਼ ਥੋੜ੍ਹੀ ਕਰਨਾ। ਉਹ ਵੀ ਚਾਹੁੰਦਾ ਤੇ ਦੇਣ ਵਾਲਾ ਵੀ ਚਾਹੁੰਦਾ, ਦੇਣ ਵਾਲਾ ਇਮਾਨਦਾਰ ਹੈ ਵੀ ਤੇਰੀ ਬਾਕੀ ਪਈ ਹੈ ਭਾਈ ਲੈ ਜਾ ਆਪਣੀ। ਬੈਂਕ ਵਾਲਾ ਕਿ ਮੈਂ ਕਹਿ ਦੂੰ ਵੀ ਤੇਰੇ ਪੈਸੇ ਮੈਂ ਨਹੀਂ ਦਿੰਦਾ, ਕਹਿੰਦਾ ਭਾਈ ਤੇਰੇ ਬਣਦੇ ਲੈ ਲੈ, ਜਦ ਮਰਜ਼ੀ ਲੈ ਲੈ। ਹਾਂਜੀ, ਗੁਰੂ ਰਾਮਦਾਸ ਤੇਰੀ ਸ਼ਰਨ। ਗੁਰੂ ਰਾਮਦਾਸ ਤੇਰੀ ਸ਼ਰਨ। ਹੇ ਰਾਮ, ਜਿਹੜੇ ਤੇਰੇ ਦਾਸ ਨੇ ਤੇਰੀ ਸ਼ਰਣੇ ਹੁੰਦੇ ਨੇ। ਰਾਮ ਹੈ ਸਭ ਨੂੰ ਗਿਆਨ ਦੇਣ ਵਾਲਾ ਸੰਸਾਰ 'ਚ। ਜੇ ਰਾਮ ਗਿਆਨ ਦੇਣ ਵਾਲਾ ਨਹੀਂ, ਉਹ ਰਾਮ ਰਾਮ ਨਹੀਂ ਹੈ। ਯੋਧਿਆ ਦਾ ਰਾਮ ਗਿਆਨ ਦੇਣ ਵਾਲਾ ਨਹੀਂ, ਉਹਦਾ ਆਪ ਗੁਰੂ ਬਣਾਈ ਫਿਰਦਾ ਪਤੰਦਰ।
ਉਹ ਗੁਰ ਰਾਮ ਤਾਂ ਆਉਂਦਾ, ਗੁਰ ਰਾਮ ਤਾਂ ਆਉਂਦਾ, ਗੁਰ ਰਾਮ ਤਾਂ ਉਹਦੇ ਵਾਲੇ ਰਾਮ ਦੇ ਉੱਤੇ ਵਰਸਦਾ ਹੈ ਭੱਟ ਬਾਹਮਣ ਪੰਡਤ ਸਾਰਸਵਤ। ਉਹ ਮੂਰਤੀ ਤੇ ਵਰਸ ਰਿਹਾ ਇਹਦਾ ਥੌੜਾ ਚੱਲਦਾ ਮੂਰਤੀ ਤੇ, ਇਹ ਮੂਰਤੀਆਂ ਦੇ ਥੌੜਾ ਚੱਲਦਾ ਇਹਦਾ। ਗੁਰ ਰਾਮ ਕਹੀ ਜਾਂਦਾ, ਰਾਮ ਦਾ ਗੁਰ ਹੈ ਹੀ ਨਹੀਂ ਗਿਆਨ ਦੇਣ ਵਾਲਾ, ਰਾਮ ਦਾ ਆਪ ਗੁਰੂ ਬਣਾ ਹੀ ਬੈਠਾ। ਰਾਮ ਦਾ ਪੰਡਤ ਦੇ ਕਹੇ ਤੇ ਚੱਲਦਾ। ਜੇ ਪੰਡਤ ਨੇ ਕਹਿਤਾ ਵੀ ਇੱਥੇ ਭਗਤੀ ਕਰਦਾ ਕੋਈ, ਮੇਰਾ ਮੁੰਡਾ ਮਰ ਗਿਆ ਤਾਂ ਮਰ ਗਿਆ, ਉਹ ਕਹਿੰਦਾ ਠੀਕ ਕਹਿੰਦਾ ਪੰਡਤ, ਉਹ ਤਾਂ ਪੰਡਤ ਦੇ ਕਹੇ ਤੇ ਹੈ। ਪੰਡਤ ਨੇ ਦਿਨ ਕਹਿਤਾ ਦਿਨ, ਰਾਮ ਨੇ ਮੰਨ ਲਿਆ। ਪੰਡਤ ਨੇ ਰਾਤ ਕਹਿਤੀ ਰਾਤ ਮੰਨ ਲਈ। ਅਸਲੀ ਜਿਹੜਾ ਬ੍ਰਾਹਮਣ ਹੈ ਉਹਦੇ ਨਾਲ ਉਹ ਪੰਗਾ ਲੈਂਦਾ, ਜਿਹੜਾ 4 ਵੇਦ ਦਾ ਗਿਆ ਤਾਂ ਉਹਦੇ ਵਿਰੋਧ 'ਚ ਖੜਾ। ਡੁਪਲੀਕੇਟ ਪੰਡਤ ਦੇ ਦਾ ਚੇਲਾ ਬਣਿਆ ਹੋਇਆ, ਅਸਲੀ ਜਿਹੜਾ ਬ੍ਰਾਹਮਣ ਹੈ ਉਹਦੇ ਖਿਲਾਫ ਖੜਾ ਰਾਮ। ਇਹਨਾਂ ਦਾ ਰਾਮ ਤਾਂ ਇਹ ਜਿਹਾ, ਤਾਂ ਹੀ ਤਾਂ ਰੋਂਦਾ ਹੋਰ ਕਾਤੇ ਉਹ ਰੋਏ ਰਾਮ, ਹੋਰ ਕੀ ਕਰੂਗਾ? ਜਾਂ ਸੀਤਾ ਗਈ ਆ, ਰੋਂਦਾ ਨਹੀਂ ਫਿਰਦਾ, ਤਾਂ ਹੀ ਤਾਂ ਰੋਂਦਾ। ਰੋਵੇ ਰਾਮ ਨੇ ਕਾਲਾ ਪਿਆ, ਰੋਂਦਾ ਕਾਤੇ ਫਿਰ? ਰੋਊਗਾ ਹੀ ਜਿਹੜਾ ਪੰਡਤ ਦਾ ਚੇਲਾ ਬਣੂ, ਰੋਊਗਾ ਹੀ ਉਹ ਕਿਵੇਂ ਹੱਸੂਗਾ? ਪੰਡਤ ਹੱਸਣ ਦਿੰਦਾ। ਹਾਂਜੀ ਸਵਈਏ ਮਹੱਲੇ ਪੰਜਵੇਂ ਕੇ। ਹਾਂਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਿਮਰ ਸੋਈ ਪੁਰਖ ਅਚਲ ਅਵਿਨਾਸ਼ੀ, ਜਿਤ ਸਿਮਰਤ ਦੁਰਮਤ ਮਲ ਨਾਸੀ। ਸਿਮਰ ਸੋਈ ਪੁਰਖ ਅਚਲ ਅਵਿਨਾਸ਼ੀ। ਸਿਮਰਨ ਸੋਈ ਪੁਰਖ, ਕਹਿੰਦੇ ਜੇ ਸਿਮਰਨ ਕਰਨਾ ਉਹਦਾ ਸਿਮਰਨ ਕਰ, ਉਹ ਪੁਰਖ ਦਾ ਜਿਹੜਾ ਅਚਲ ਹੈ, ਜਿਹੜਾ ਕਦੇ ਜੰਮਿਆ ਮਰਿਆ ਹੈ ਹੀ ਨਹੀਂ, ਥਿਰ ਹੈ, ਜਿਹੜਾ ਅਵਿਨਾਸ਼ੀ ਹੈ, ਕਦੇ ਮਰਿਆ ਹੀ ਨਹੀਂ, ਅਚਲ ਅਵਿਨਾਸ਼ੀ, ਜਿਹਦਾ ਗਿਆਨ ਦਾ ਕਦੇ ਨਾਸ ਹੋਇਆ ਹੀ ਨਹੀਂ, ਗਿਆਨ ਘਟਿਆ ਹੀ ਨਹੀਂ, ਜਿਹਦਾ ਬਲ ਛੁਟਕਿਆ ਹੀ ਨਹੀਂ, ਜਿਹੜਾ ਬੰਧਨ 'ਚ ਪਿਆ ਹੀ ਨਹੀਂ, ਉਹਨੂੰ ਸਿਮਰ। ਉਹ ਕੌਣ ਹੈ? ਉਹ ਇੱਕ ਹੈ ਸਾਬਤ ਪੂਰਨ ਬ੍ਰਹਮ, ਉਹਨੂੰ ਸਿਮਰ। ਅਚਲ ਅਵਿਨਾਸ਼ੀ, ਜਿਸ ਸਿਮਰਤ ਦੁਰਮਤ ਮਲ ਨਾਸੀ। ਜੀ ਜਿਸ ਸਿਮਰਤ ਦੁਰਮਤ ਮਲ ਨਾਸੀ, ਉਹਦਾ ਜੇ ਸਿਮਰਨ ਕਰੇਗਾ, ਜਿਹੜੀ ਦੁਰਮਤ ਦੀ ਮੈਲ ਹੈ ਨਾ, ਉਹ ਤੋਂ ਦੂਰੀ ਬਣਾਈ ਹੈ। ਰਾਮ ਨਾਲ ਜੋੜਤਾ ਤੈਨੂੰ ਅਗਿਆਨੀ ਨਾਲ, ਰਾਮ ਦਾ ਅਗਿਆਨੀ ਹੈ ਜਿਹਦੇ ਨਾਲ ਤੈਨੂੰ ਜੋੜਤਾ। ਉਹ ਸੂਰਮਾ ਜ਼ਰੂਰ ਹੈ, ਲੜਦਾ ਹੈ, ਜੰਗ ਕਰਦਾ ਹੈ, ਤਾਂ ਮੰਨਦੇ ਹਾਂ, ਪਰ ਗਿਆਨ ਨਹੀਂ ਹੈ ਉਹਨੂੰ। ਗਿਆਨ ਰਾਵਣ ਕੋਲ ਹੀ ਹੈ। ਰਾਵਣ ਜੰਗ ਵੀ ਕਰਦਾ, ਗਿਆਨ ਵੀ ਹੈ ਉਹਦੇ ਕੋਲ, ਦੋ ਚੀਜ਼ਾਂ ਨੇ ਬਰਾਬਰ ਦੀਆਂ। ਉਹ ਜੰਗ ਦੇ ਵਿੱਚ ਦਾ ਵੀ ਧਨੀ ਹੈ, ਤਲਵਾਰ ਦਾ ਧਨੀ, ਤੀਰ ਦਾ ਧਨੀ ਵੀ ਹੈ, ਤੇ ਗਿਆਨ ਦਾ ਧਨੀ ਵੀ ਹੈ। ਜੇ ਸਿਮਰਤ ਦੁਰਮਤ ਮਲ ਨਾਸੀ, ਜਿਹਦੇ ਸਿਮਰਨ ਨਾਲ ਦੁਰਮਤ ਦੀ ਮੈਲ ਦੂਰ ਹੋ ਜਾਂਦੀ ਹੈ। ਦੁਰਮਤ ਦੀ ਮੈਲ ਲੱਗਦੀ ਚਲੀ ਆਉਂਦੀ ਹੈ ਥੱਲੇ। ਆ ਜਿਹੜੀਆਂ ਮੱਤਾਂ ਨੇ ਨਾ, ਮਨਮੱਤਾਂ ਜਿਹੜੀਆਂ, ਇਹ ਦੂਰੀ ਬਣਾ ਕੇ ਰੱਖਦੀਆਂ ਨੇ। ਇਹ ਮਾਇਆ ਨਾਲ ਜਿਹੜੀ ਮੱਤ ਮਾਇਆ ਨਾਲ ਜੋੜਦੀ ਹੈ, ਉਹ ਅਸਲ 'ਚ ਜੋਤ ਨਾਲ ਦੂਰੀ ਬਣਾ ਕੇ ਰੱਖਦੀ ਹੈ। ਜੋਤ ਨਾਲ ਇੱਕ ਮਿਕ ਜਿਹੜੀ ਮੱਤ ਕਰਦੀ ਹੈ, ਉਹ ਫਿਰ ਬਾਹਰੋਂ ਤੋੜ ਕੇ ਤੁਹਾਨੂੰ ਮਾਇਆ ਨਾਲ ਤੋੜ ਕੇ ਮੂਲ ਨਾਲ ਜੋੜਦੀ ਹੈ। ਉਹ ਨੇੜੇ ਕਰਦੀ ਹੈ, ਕਉ ਕਬੀਰ ਹੱਥ ਪੇ ਫਿਰ ਉਹ ਨੇੜੇ ਹੂੰ ਤੇ ਨੇੜੇ ਕਰਦੀ ਹੈ, ਦੁਰਮਤ ਦੂਰ ਕਰਦੀ ਹੈ। ਦੁਰਮਤ ਦੂਰ ਕਹਿੰਦੀ ਹੈ, ਦੂਰ ਬਤਾਵਤ ਪਾਇਓ ਨੀਰਾ। ਦੂਰ ਮੰਨਣ ਵਾਲੀ, ਬਾਹਰ ਮੰਨਣ ਵਾਲੀ ਜਿਹੜੀ ਮੱਤਾਂ ਨੇ, ਇਹ ਦੁਰਮਤਾਂ ਨੇ। ਸਤਿਗੁਰ ਚਰਨ ਉਹ ਜਿਹੜੇ ਤਾਰੇ ਤੂਰੇ ਦਿਖਾ ਕੇ ਕਰਦੇ ਨੇ ਨਾ, ਇੰਨੇ ਉੱਥੇ ਜਾਣਾ ਬਾਹਰ, ਜੋਤਾਂ ਜਾਤਾਂ ਦਿਖਾ ਕੇ, ਉਹ ਸਭ ਦੁਰਮਤ ਵਾਲੇ ਹੀ ਨੇ। ਬ੍ਰਹਮ ਕੁਮਾਰੀਆਂ ਵੀ ਕਰਦੀਆਂ ਨੇ। ਉਹ ਜਿਵੇਂ ਉਹਨੇ ਕਹਿੰਦੇ ਪੁੱਛਿਆ, ਕਹਿੰਦਾ ਇੱਥੋਂ ਇੱਥੇ ਦੀ ਕਿੰਨੇ ਕਿਲੋਮੀਟਰ ਦੀ ਹੈ? ਜਿਹੜਾ ਤੁਸੀਂ ਨਕਸ਼ਾ ਬਣਾਇਆ, ਇਹਦਾ ਪੈਮਾਨਾ ਕੀ ਹੈ? ਕਿੰਨੇ ਕਰੋੜ ਕਿਲੋਮੀਟਰ ਦਾ 1 ਸੈਂਟੀਮੀਟਰ ਹੈ ਜਾਂ ਇੰਚ ਹੈ? ਨਕਸ਼ੇ ਦੇ ਥੱਲੇ ਤਾਂ ਲਿਖਿਆ ਨਹੀਂ ਹੋਇਆ। ਭੱਜ ਕੇ ਲੈ ਕੇ ਹਰ ਨਕਸ਼ਾ ਬਣਦਾ, ਕਿਹੜੇ ਰੂਲ ਤੇ ਬਣਦਾ, ਥੱਲੇ ਰੂਲ ਲਿਖਿਆ ਹੁੰਦਾ। ਤੁਸੀਂ ਰੂਲ ਕਿਉਂ ਨਹੀਂ ਲਿਖਿਆ? ਨਕਸ਼ਾ ਬਣਾ ਲਿਆ। ਆਹ ਚੰਦ ਦਾ ਸਾਇੰਸਦਾਨਾਂ ਨੂੰ ਪਤਾ ਇੰਨੇ ਕਰੋੜ ਕਿਲੋਮੀਟਰ ਹੈ, ਇੰਨਾ ਟਾਈਮ 'ਚ ਸਾਡਾ ਰਾਕਟ ਜਾਊਗਾ, ਇੰਨੀ ਸਪੀਡ ਨਾਲ ਜਾਊਗਾ। ਤੁਹਾਨੂੰ ਤਾਂ ਇਹ ਵੀ ਨਹੀਂ, ਤੁਹਾਡੇ ਨੂੰ ਤਾਂ ਇਹ ਗਿਆਨਵਾਨ ਨੇ ਮੰਗਲ ਗ੍ਰਹਿ 'ਤੇ ਭੇਜਣ ਵਾਲੇ, ਇਹਨਾਂ ਨੂੰ ਪਤਾ ਸੂਰਜ ਇੰਨੀ ਦੂਰ ਹੈ, ਤੁਹਾਨੂੰ ਪਤਾ ਹੀ ਨਹੀਂ। ਉਹ ਕਾਗਜ਼ ਪੱਤਰ ਜਲ ਬੈਠ ਕੇ ਭੱਜ ਲਏ।
ਹਾਂਜੀ ਸਤਿਗੁਰ ਚਰਨ ਕਵਲ ਰਿਤ ਧਾਰੰ। ਸਤਿਗੁਰ ਚਰਨ ਕਮਲ ਰਿਤ ਧਾਰੰ। ਸਤਿਗੁਰ ਦੇ ਜਿਹੜੇ ਚਰਨ ਕਮਲ ਨੇ, ਰਿਤ ਧਾਰੰ ਚਰਨ ਕਮਲ ਕੀ ਹੈ? ਅਸਲ 'ਚ ਜਿਹੜੀ ਬਾਣੀ ਹੁੰਦੀ ਹੈ ਨਾ, ਉਪਦੇਸ਼ ਹੁੰਦਾ, ਚਰਨ ਕਮਲੇ ਹੁੰਦਾ। ਗੁਰਬਾਣੀ ਦੇ ਇੱਕ ਤੋਂ ਇੱਕ ਗੱਲ ਕਹੀ ਤੇ ਤਾਂ ਗੱਲ ਸਮਝ ਨਹੀਂ ਆਉਣੀ। ਰੋਜ਼ ਕੁਛ ਨਾ ਕੁਛ ਥੋੜਾ 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 ਸੁਣਦੇ ਰੋਜ਼, ਜਿਵੇਂ ਕਲਾਸ ਦੇ ਵਿੱਚ ਰੋਜ਼ ਕੁਛ ਨਾ ਕੁਛ ਲੈ ਕੇ ਆਉਂਦੇ ਨੇ ਟੀਚਰ, ਤੇ ਉਹ ਬਾਈ ਪਾਰਟ ਗਿਆਨ ਲੈ ਕੇ ਆਉਂਦੇ ਨੇ। ਜਿੰਨਾ ਵੀ ਸਾਡੇ ਕੋਲ ਗਿਆਨ ਆਉਂਦਾ ਉਹਨੂੰ ਹਿਰਦੇ 'ਚ ਧਾਰਨ ਕਰੀ ਜਾਈਦਾ। ਗਿਆਨ ਦਾ ਇੱਕ ਹਿੱਸਾ ਤਾਂ ਆਉਂਦਾ ਨਾ ਉੱਦਣ ਸਾਡੇ ਕੋਲ, ਸਾਰਾ ਤਾਂ ਆਉਂਦਾ ਨਹੀਂ ਇਕੱਠਾ, ਹਿੱਸਿਆਂ 'ਚ ਆਊਗਾ। ਇਹ ਚਰਨ ਕਮਲ ਦਾ ਹਰ ਹਿੱਸੇ ਨੂੰ, ਹਰ ਪਾਰਟ ਨੂੰ, ਜਿਵੇਂ ਕਿਤਾਬ ਦੇ ਪੰਨੇ ਨੇ ਆਪਣੇ ਕੋਲ 400 ਪੰਨੇ, ਉਹ ਪੰਨੇ ਜੇ ਸਾਰੇ ਹੋਣਗੇ ਤਾਂ ਕਿਤਾਬ ਦੇ ਗਿਆਨ ਦਾ ਪਤਾ ਲੱਗੂ। ਜੇ ਅੱਧੇ ਪੰਨੇ ਹੀ ਨਾ ਹੋਣ ਵਿੱਚ, 2 ਪੰਨੇ ਹੈਗੇ ਨੇ 2 ਹੈ ਨਹੀਂ ਵਿੱਚ, ਫਿਰ ਕਿਤਾਬ ਦਾ ਕੀ ਸਮਝ ਆਊਗਾ ਤੁਹਾਡਾ? 2-4 ਪੰਨੇ ਹੈਗੇ ਨੇ, ਬਾਕੀ ਪੰਨਾ ਹੀ ਹੈ ਨਹੀਂ, ਬਲੈਂਕ ਪਏ ਨੇ, ਕੀ ਸਮਝ ਲਓਗੇ ਤੁਸੀਂ? ਇਸ ਕਰਕੇ ਸਾਰੇ ਹੀ ਪੰਨਾ, ਇੱਕ ਵੀ ਪੰਨਾ ਗਾਇਬ ਨਹੀਂ ਹੋਣਾ ਚਾਹੀਦਾ ਇਹਦੇ 'ਚ, ਇੱਕ ਅੱਖਰ ਵੀ ਨਹੀਂ ਗਾਇਬ ਹੋਣਾ ਚਾਹੀਦਾ। ਇੱਥੇ ਅੱਖਰ ਜਿੰਨਾ ਚਿਰ ਅੱਖਰ ਦਾ ਸਾਡੇ ਕੋਲ ਪਤਾ ਨਹੀਂ, ਸਾਨੂੰ ਸਮਝ ਨਹੀਂ, ਇਹਨਾਂ ਅੱਖਰਾਂ ਮੈਂ ਕੋਈ ਗੁਰਮੁਖ ਇਕੱਲੇ ਅੱਖਰ 'ਚ ਖੋਜ। ਇਹ ਤਾਂ ਨਹੀਂ ਵੀ ਤੁਸੀਂ ਛੱਡ ਦੋ, ਅੱਖਰ ਦਾ ਗਿਆਨ ਹੈ ਸਾਡੇ ਕੋਲ। ਚਰਨ ਕਮਲ ਕੀ ਹੈ? ਇਹ ਅੱਖਰੇ ਹੈ, ਇਹਦੀ ਬਰੀਕੀ ਨੂੰ ਸਮਝਣਾ, ਇਹਦੇ 'ਚ ਭਾਵ ਕੀ ਹੈ। ਹਾਂਜੀ, ਗੁਰ ਚਰਨ ਕਮਲ ਰਿਤ ਧਾਰੰ। ਰਿਤ ਧਾਰੰ, ਇਹ ਚਰਨ ਕਮਲ ਹਿਰਦੇ ਧਾਰਨੇ ਨੇ। ਹੁਣ ਪੈਰਾਂ ਨੂੰ ਜੇ ਚਰਨ ਕਹਦੀ ਹਿਰਦੇ ਧਾਰੇ ਨਹੀਂ ਜਾ ਸਕਦੇ, ਫਿਰ ਧਾਰੇ ਨਹੀਂ ਜਾ ਸਕਦੇ, ਫਿਰ ਹੁਣ ਕੀ ਹੋਊ? ਵੀ ਕਹੀ ਕੀ ਗੱਲ? ਪੈਰ ਕਿਵੇਂ ਧਾਰੂਗਾ ਕੋਈ ਹਿਰਦੇ 'ਚ? ਬਈ ਉਹ ਕਹਿੰਦੇ ਪੈਰਾਂ ਦਾ ਨਕਸ਼ਾ ਧਾਰ ਲਵੇ, ਉਹ ਵੀ ਬ੍ਰੇਨ 'ਚ ਜਾਊਗਾ ਨਕਸ਼ਾ, ਹਿਰਦੇ 'ਚ ਨਹੀਂ ਹੁੰਦਾ। ਬ੍ਰੇਨ 'ਚੋਂ ਜਾ ਕੇ ਹੀ ਕਹਾਂ ਜਾਊਗਾ? ਜਿਹੜੀ ਸਾਨੂੰ ਫੋਟੋ ਸ਼ੀਸ਼ੇ ਦਿੰਦੀ ਹੈ, ਉਹ ਸ਼ੀਸ਼ੇ 'ਚ ਵੀ ਬਣੀ ਹੋਈ ਹੈ ਅੰਦਰ। ਸਾਨੂੰ ਸ਼ੀਸ਼ੇ ਦਿੰਦੀ ਹੈ, ਉੱਧਰ ਉਹ ਹੈ, ਉੱਧਰ ਸ਼ੀਸ਼ੇ ਦਿੰਦੀ ਹੈ, ਅਸਲ ਤਾਂ ਉੱਧਰ ਹੈ, ਸ਼ੀਸ਼ੇ 'ਚ ਤਾਂ ਸਾਨੂੰ ਦਿੰਦੀ ਹੈ ਬਣੀ ਹੋਈ। ਉਹ ਸ਼ੀਸ਼ੇ ਦੇ ਹਿਰਦੇ ਧਾਰਨ ਕੀਤੀ ਹੈ ਤਾਂ ਦਿੰਦੀ ਹੈ ਸਾਨੂੰ, ਸਾਨੂੰ ਦਿਖਾਉਂਦਾ ਸ਼ੀਸ਼ਾ। ਜੇ ਮਨ ਦੇ ਵਿੱਚ ਧਾਰਨ ਕੀਤੀ ਹੈ ਕੋਈ ਚੀਜ਼ ਤਾਂ ਉਹਨੂੰ ਬੁੱਧੀ ਦੇਖਦੀ ਹੈ, ਪੜ੍ਹਦੀ ਹੈ। ਸ਼ੀਸ਼ਾ ਦਾ ਮਨ ਹੈ, ਮਨ ਕੋਈ ਨਕਸ਼ਾ ਅੰਦਰ ਆਪਣੇ ਧਾਰਨ ਕਰਦਾ, ਉਹ ਬੁੱਧੀ ਪੜ੍ਹਦੀ ਹੈ, ਤਾਂ ਗਾਹਾਂ ਗੱਲ ਚੱਲਦੀ ਹੈ। ਹਾਂਜੀ, ਗੁਰ ਅਰਜਨ ਗੁਣ ਸਹਿਜ ਵਿਚਾਰੰ। ਗੁਰ ਅਰਜਨ ਗੁਣ ਸਹਿਜ ਵਿਚਾਰੰ। ਜਿਹੜਾ ਗੁਰ ਅਰਜਨ ਹੈ ਉਹ ਸਹਿਜ ਅਵਸਥਾ ਦੇ ਵਿੱਚ ਹੋ ਕੇ ਜਿਹੜੇ ਗੁਣ ਧਾਰਨ ਕੀਤੇ ਹੋਏ ਸੀ ਹਿਰਦੇ 'ਚ, ਉਹਨਾਂ ਦੀ ਵਿਚਾਰ ਦੱਸ ਰਿਹਾ ਗੁਰਬਾਣੀ 'ਚ। ਉਹ ਗੁਣ ਵਿਚਾਰੇ ਨੇ, ਉਹੀ ਤੁਹਾਨੂੰ ਗੁਣ ਵਿਚਾਰ ਕੇ ਸਮਝਾਏ ਨੇ ਗੁਰ ਅਰਜਨ ਨੇ। ਜਿਹੜੇ ਗੁਣ ਨੇ ਨਾ, ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬੰਗ, ਇਹ ਵਿਚਾਰ ਕੇ ਇੱਕ ਦੇ ਆਲੇ ਦੁਆਲੇ ਇਹਨਾਂ ਨੂੰ ਇੱਕ ਦਾ ਨਕਸ਼ਾ ਬਣਾਇਆ, ਤਾਂ ਗੁਰਬਾਣੀ ਲਿਖੀ ਹੈ। ਸਹਿਜ ਵਿਚਾਰੰ, ਐਸੇ ਗੁਣਾਂ ਦੀ ਵਿਚਾਰ ਕੀਤੀ ਹੈ ਜਿਹਦੇ ਨਾਲ ਮਨ ਟਿਕ ਜਾਵੇ। ਮਨ ਨੂੰ ਟਿਕਾਉਣ ਵਾਲੇ ਗੁਣ ਵਿਚਾਰੇ ਨੇ। ਮਨ ਟਿਕਾਉਣਾ ਬਾਣੀ ਨੇ, ਮਨੇ ਟਿਕਾਉਣਾ। ਸਹਿਜ ਆਪ ਸਹਿਜ ਅਵਸਥਾ 'ਚ ਹੋ ਕੇ ਵਿਚਾਰੇ ਨੇ ਗੁਰਬਾਣੀ। ਸਹਿਜ ਅਵਸਥਾ 'ਚ ਕਿਵੇਂ ਮੈਂ, ਮੇਰੀ ਸਹਿਜ ਅਵਸਥਾ ਕਿਵੇਂ ਮੈਨੂੰ ਪ੍ਰਾਪਤ ਹੋਈ ਹੈ ਤੁਹਾਨੂੰ ਦੱਸਦੀ। ਮੈਂ ਕਿਵੇਂ ਵਿਚਾਰੀ ਬਾਣੀ, ਕਿਵੇਂ ਮੈਨੂੰ ਸਹਿਜ ਅਵਸਥਾ ਪ੍ਰਾਪਤ ਹੋਈ, ਕੀ ਮੈਨੂੰ ਕਰਨਾ ਪਿਆ, ਕੀ ਔਕੜਾਂ ਆਈਆਂ। ਜਿਹੜੇ ਲੋਕ ਐ ਨਹੀਂ ਕਰਦੇ ਉਹਨਾਂ ਦੀ ਹਾਲਤ ਕੀ ਹੈ? ਬਰਾਬਰ ਪੈਰਲਲ ਉਹਨਾਂ ਨੂੰ ਹੀ ਦੱਸੀ ਹੋਈ ਹੈ ਨਾ। ਜਿਨ੍ਹਾਂ ਨੇ ਸੱਚ ਕਰਕੇ ਬਾਣੀ ਨਹੀਂ ਮੰਨੀ, ਉਹਨਾਂ ਨੂੰ ਕੀ ਨੁਕਸਾਨ ਹੋਇਆ? ਦੋਏ ਗੱਲਾਂ ਡਿਸਕਸ ਕੀਤੀਆਂ ਹੋਈਆਂ। ਹਾਂਜੀ, ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ। ਗੁਰੂ ਰਾਮਦਾਸ ਘਰ ਕੀਓ ਪ੍ਰਗਾਸਾ। ਗੁਰੂ ਰਾਮਦਾਸ ਦੇ ਘਰ ਜਨਮ ਲੈ ਲਿਆ, ਪ੍ਰਗਾਸ ਕੀਤਾ। ਸਗਲ ਮਨੋਰਥ ਯਾ ਗੁਰੂ ਰਾਮ ਨੇ ਦਾਸ ਦੇ ਘਰ ਪ੍ਰਗਾਸਾ ਕੀਤਾ। ਇਹਦਾ ਵੀ ਗੁਰੂ ਰਾਮ ਹੈ, ਅਰਜਨ ਦਾ ਵੀ। ਅਰਜਨ ਦਾ ਵੀ ਅੰਦਰ ਰਾਮ ਹੈ, ਗੁਰ ਹੈ।
ਉਹਨੇ ਪ੍ਰਕਾਸ਼ ਕਰਤਾ ਇਹਦੇ ਹਿਰਦੇ 'ਚ। ਬਾਹਰ ਪ੍ਰਕਾਸ਼ ਨਹੀਂ ਕਹਿ ਸਕਦੇ ਕਰ ਕੀ ਪ੍ਰਕਾਸ਼ਾ। ਉਹ ਪ੍ਰਕਾਸ਼ ਕਿਵੇਂ ਹੋ ਗਿਆ? ਪ੍ਰਕਾਸ਼ ਤਾਂ ਹਿਰਦੇ 'ਚ ਹੋਊਗਾ। ਸਗਲ ਮਨੋਰਥ ਪੂਰੀ ਆਸਾ। ਫਿਰ ਸਗਲ ਮਨੋਰਥ ਪੂਰੀ ਆਸਾ ਕਿਵੇਂ ਹੋ ਗਈ ਬਈ? ਕਹਿੰਦੇ ਕੋਈ ਬੱਚਾ ਪੈਦਾ ਹੋਣ ਨਾਲ ਸਗਲ ਮਨੋਰਥ ਪੂਰੀ ਆਸਾ ਹੋ ਜਾਂਦੀ ਹੈ। ਔਰੰਗਜ਼ੇਬ ਨੇ ਵਧੀਆ ਪੂਰਨ ਆਸਾ ਕਰਤੀ ਸੀ, ਬਾਬੇ ਕੈਦ ਕਰਤਾ ਸੀ। ਜਾਂ ਔਰੰਗਜ਼ੇਬ ਦਾ ਜਨਮ ਹੋਇਆ ਉਹ ਖੁਸ਼ੀ ਤਾਂ ਉਹਦੇ ਪਿਓ ਨੂੰ ਵੀ ਬਥੇਰੀ ਹੋਈ ਹੋਊ। ਆ ਜਿਹੜੇ ਬਾਪ ਨੂੰ ਰੋਜ਼ ਮਾਰਦੇ ਨੇ, ਕਤਲ ਹੁੰਦੇ ਨੇ ਰੋਜ਼, ਪਤਾ ਲੱਗਦਾ ਇਹ ਵੀ ਉਹ ਕਿਹੜਾ ਕਾਂ ਨਾਰਾਜ਼ ਸੀਗੇ ਜਦ ਨਿਆਣੇ ਜੰਮੇ ਨੇ। ਖੁਸ਼ੀ ਤਾਂ ਉਹਨਾਂ ਨੇ ਵੀ ਮਨਾਈ ਹੋਊ, ਪੂਰਨ ਆਸਾ ਤਾਂ ਉਹਨਾਂ ਦੀ ਵੀ ਹੋਈ ਹੋਊ। ਕੀ ਹੋ ਗਈ? ਇਸ ਲੈਵਲ 'ਤੇ ਜਿਹੜੇ ਆਦਮੀ ਸੋਚਦੇ ਨੇ ਉਹ ਬਿਲਕੁਲ ਡਫਰੇ ਨੇ। ਜਿਹੜੇ ਇਸ ਲੈਵਲ ਦੇ ਅਰਥ ਕਰਦੇ ਨੇ ਉਹ ਧਾਰਮਿਕ ਬੰਦੇ ਹੀ ਨਹੀਂ ਹਨ। ਉਹ ਧਰਮ ਦੇ ਤਾਂ ਵਿਹੜੇ 'ਚ ਨਹੀਂ ਬੜੇ ਜੋ। ਹਾਂਜੀ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਆ ਦੇਖੋ ਹੁਣ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਜੇ ਹੁੰਦਾ, ਅੱਗੇ ਜਾ ਕੇ ਗੱਲ ਅੜ ਜਾਣੀ ਹੈ। ਜਦ ਗੁਰੂ ਪੰਜਵੇਂ ਪਾਤਸ਼ਾਹ ਦੀ ਗੱਲ ਆਉਣੀ ਹੈ ਤਾਂ ਉਹਨੇ ਨਹੀਂ ਕਹਿਣਾ ਮੈਂ ਜੰਮਦੇ ਨੇ ਗੁਰਮਤ ਬ੍ਰਹਮ ਪਛਾਣ ਲਿਆ। ਜਨਮਤ ਲਫ਼ਜ਼ ਆ ਗਿਆ। ਜਿਹੜਾ ਸਰੀਰ ਕਰਕੇ ਜਨਮ ਹੈ ਉਹਨੂੰ ਗੁਰਬਾਣੀ ਨਹੀਂ ਮੰਨਦੀ। ਨਾ ਕੁਛ ਜਨਮ ਹੈ, ਜਿਹੜਾ ਜਨਮ ਹੈ ਉਹਦਾ ਤਾਂ ਮੰਨਣਾ ਹੈ। ਫਿਰ ਜਨਮਤ ਗੁਰਮਤ ਬ੍ਰਹਮ ਨਹੀਂ ਪਛਾਣਿਆ ਜਾਂਦਾ, ਮਰੇ ਤੇ ਪਛਾਣ ਹੁੰਦਾ। ਬ੍ਰਹਮ ਮਰੇ ਤੋਂ ਬਾਅਦ ਪਛਾਣ ਹੁੰਦਾ, ਜੰਮੇ ਤੇ ਨਹੀਂ ਪਛਾਣ ਹੁੰਦਾ। ਕਿਸੇ ਨੇ ਜੰਮੇ ਤੇ ਬ੍ਰਹਮ ਨਹੀਂ ਪਛਾਣਿਆ, ਮਰ ਕੇ ਪਛਾਣ ਹੁੰਦਾ। ਉਹ ਜਾਗੂ ਮਰੇ ਤੇ ਜਾਗੂਗਾ, ਕਈ ਕਬੀਰ ਤੇ ਹੀ ਨਰ ਜਾਗਾ, ਜਮ ਕਾ ਡੰਡ ਮੂੰਡ में ਲੱਗਾ। ਬ੍ਰਹਮ ਦੀ ਪਛਾਣ ਮਰੇ ਤੇ ਹੁੰਦੀ ਹੈ, ਜੰਮੇ ਤੇ ਨਹੀਂ ਹੁੰਦੀ। ਉਹ ਜਨਮ ਕਿਹੜਾ ਹੈ? ਜਨਮ ਜਿਹਦੇ ਨਾਲ ਬ੍ਰਹਮ ਪਛਾਣਿਆ। ਉਹ ਜਨਮ ਇਹ ਨਹੀਂ ਹੈ। ਉਹ ਜਨਮ ਉਹ ਹੈ ਜਨਮ ਪਦਾਰਥ ਹੈ। ਇੱਕ ਹੋਏ ਤਾਂ ਉਗਵੇ। ਜਦ ਪਛਾਣਿਆ ਜਾਂ ਤਿਰਕੁਟੀ ਛੁੱਟ ਗਈ, 10ਵਾਂ ਦਵਾਰ ਖੋਲਿਆ, ਇੱਕ ਹੋ ਗਿਆ, ਇੱਕ ਹੋ ਕੇ ਉੱਗਿਆ, ਤਾਂ ਬ੍ਰਹਮ ਪਛਾਣਿਆ। ਸ਼ਬਦ ਮਰੈ ਫੁਨ ਜੀਵੈ। ਸ਼ਬਦ ਮਰੈ ਮਰੈ ਫੁਨ ਜੀਵੈ। ਜਾਂ ਸ਼ਬਦ ਨਾ ਮਰਿਆ, ਮਰ ਕੇ ਫਿਰ ਜੰਮਿਆ ਜਿਉਂਦਾ ਹੋਇਆ, ਫਿਰ ਬ੍ਰਹਮ ਪਛਾਣਿਆ। ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਆ। ਤੈਂ ਜਨਮ ਲਿਆ ਸੰਸਾਰ 'ਚ, ਜਨਮ ਪਦਾਰਥ ਖਟਿਆ, ਫਿਰ ਗੁਰਮਤ ਨਾਲ। ਗੁਰਮਤ ਬ੍ਰਹਮ ਪਛਾਣਿਆ ਨਾਲੇ ਹੈ। ਗੁਰਮਤ ਬ੍ਰਹਮ ਪਛਾਣਿਆ। ਹਾਂ, ਗੁਰਮਤ ਦੇ ਨਾਲ ਬ੍ਰਹਮ ਪਛਾਣਿਆ। ਗੁਰਮਤ ਨਾਲੇ ਜਨਮ ਹੋਇਆ, ਗੁਰਮਤ ਨਾਲੇ ਮਰਨ ਹੋਇਆ। ਮਰਿਆ ਕੀ ਹੈ? ਧਾਤ ਮਰ ਜਾਏ, ਮੂੰਹੀ ਸੁਰਤ ਬਾਦ ਹੰਕਾਰ। ਤਿੰਨ ਚੀਜ਼ਾਂ ਮਰੀਆਂ ਨੇ। ਸੁਰਤ ਮਰ ਗਈ, ਇੱਕ ਤਾਂ ਜਿਹੜੀ ਭੱਜੀ ਫਿਰਦੀ ਸੀ ਮਾਇਆ 'ਚ। ਬਾਦ ਜਿਹੜਾ ਝਗੜਾ ਸੀ ਇਹ ਮਰ ਗਿਆ। ਹਮਰਾ ਝਗੜਾ ਰਹਾ ਨਾ ਕਹੂ। ਬਾਦ ਵਿਵਾਦ ਮਰ ਗਿਆ। ਔਰ ਹੰਕਾਰ ਮਰ ਗਿਆ, ਹੁਕਮ ਦਾ ਵਿਰੋਧ ਨਹੀਂ ਕਰਦਾ। ਇਹ ਮਰਦੀਆਂ ਤਿੰਨ ਚੀਜ਼ਾਂ, ਇਹ ਮਰੀਆਂ ਨੇ ਤੇਰੇ ਅੰਦਰ। ਤੇ ਫਿਰ ਗੁਰਮਤ ਬ੍ਰਹਮ ਪਛਾਣਿਆ। ਜਿਹਨੂੰ ਗੁਰਮਤ ਬ੍ਰਹਮ ਕਹਿੰਦੀ ਉਹ ਪਛਾਣਿਆ। ਫਿਰ ਤਾਂ ਜਿਹਨੂੰ ਦੁਨੀਆ ਬ੍ਰਹਮ ਕਹਿੰਦੀ ਉਹ ਨਹੀਂ ਪਛਾਣਿਆ। ਉਹਦਾ ਬ੍ਰਹਮਾ ਨੂੰ ਆਦਮੀ ਨੂੰ ਕਹੇ ਜਾਂਦੇ। ਪਛਾਣਿਆ ਤਾਂ ਹੈ, ਉਹ ਨਕਲੀ ਬ੍ਰਹਮਾ ਹੈ। ਦੱਸ ਦਿੱਤਾ ਇਹਨਾਂ ਦਾ। ਗੁਰਮਤ ਬ੍ਰਹਮ ਪਛਾਣਿਓ। ਜਨਮਤ, ਤੈਨੂੰ ਜਨਮ ਪਦਾਰਥ ਮਿਲਿਆ। ਅਰਜਨ ਨੂੰ ਪਟ ਗਵਾਹੀ ਦੇ ਰਿਹਾ। ਤੂੰ ਇੱਕ ਹੋ ਕੇ ਉੱਗਿਆ। ਸ਼ਬਦ ਨਾਲ ਮਰਿਆ ਤੂੰ। ਆਪਣਾ ਮਨ ਮਾਰਿਆ ਤਾਂ ਸ਼ਬਦ ਨਾਲ ਆਪਣਾ ਮਨ ਜਿੱਤਿਆ। ਤਾਂ ਸ਼ਬਦ ਮਾਰਾ ਮਾਰਾ ਫੁਨ ਜੀਵੈ। ਮਨ ਨੂੰ ਜਿੱਤ ਲੈਣਾ ਹੀ ਮਨ ਨੂੰ ਮਾਰ ਲੈਣਾ। ਹਾਂਜੀ, ਕਲ ਜੋੜ ਕਰ ਸੁਜਸ ਬਖਾਣਿਓ। ਇਸ ਕਰਕੇ ਕੱਲ ਨੇ ਹੱਥ ਜੋੜ ਕੇ ਇਹ ਅਰਜਨ ਦਾ ਜਸ ਕੀਤਾ ਵੀ ਤੈਂ ਗੁਰਮਤ ਬ੍ਰਹਮ ਪਛਾਣਨੇ। ਇੰਨਾ ਹੀ ਜਸ ਹੈ ਉਹਦਾ। ਇੰਨਾ ਹੀ ਜਸ ਹੈ। ਇੰਨੀ ਉਹ ਸ਼ਾਬਾਸ਼ ਹੈ ਕਿ ਤੈਂ ਗੁਰਮਤ ਬ੍ਰਹਮ ਪਛਾਣ ਲਿਆ ਜਨਮ ਪਦਾਰਥ ਲੈ ਕੇ। ਇਹ ਕੋਈ ਛੋਟੀ ਗੱਲ ਨਹੀਂ ਹੈ। ਐਦੋਂ ਵੱਡੀ ਕੋਈ ਦੁਨੀਆ ਦੇ ਵਿੱਚ ਉਪਲਬਧੀ ਉਹ ਹੈ ਨਹੀਂ। ਐਦੋਂ ਵੱਡੀ ਕੋਈ ਦਾਤ ਇਹ ਦੁਨੀਆ 'ਚ ਹੈ ਨਹੀਂ।
ਐਦੋਂ ਵੱਡੀ ਕੋਈ ਵਡਿਆਈ ਵਾਲੀ ਗੱਲੇ ਸੰਸਾਰ 'ਚ ਹੈ ਨਹੀਂ। ਭਗਤੀ ਭਗਤ ਭਗਤ ਕਰ ਪ੍ਰਗਟ ਹੋ ਗਿਆ ਵਜਿਆ, ਤੇ ਭਗਤ ਬਰਾਬਰ ਨਾ ਕੋਏ। ਤੇ ਉਹ ਅਵਸਥਾ ਨੂੰ ਪ੍ਰਾਪਤ ਕਰ ਗਿਆ। ਜੇ ਤਾਂ ਉੱਚੀ ਅਵਸਥਾ ਹੁੰਦੀ ਹੋ ਨਹੀਂ ਕੋਈ, ਤੇ ਫਿਰ ਵਡਿਆਈ ਤਾਂ ਕਾਬਲੇ ਹੈ ਨਾ, ਫਿਰ ਪ੍ਰਸ਼ੰਸਾ ਦੇ ਤਾਂ ਕਾਬਲੇ ਹੀ ਹੈ। ਉਨੀ ਉਹ ਪ੍ਰਸ਼ੰਸਾ ਕੀਤੀ ਹੈ। ਜਨਮਤ ਬ੍ਰਹਮ ਪਛਾਣਿਓ, ਤੇ ਜਨਮਤ ਗੁਰਮਤ ਬ੍ਰਹਮ ਪਛਾਣਿਓ। ਪਰ ਜਿਹੜਾ ਪਰਮੇਸ਼ਰ ਉਹਦਾ ਤਾਂ ਜਨਮ ਹੁੰਦਾ ਹੀ ਨਹੀਂ ਕਦੇ, ਪਹਿਲਾਂ ਕਹਿ ਨਹੀਂ ਆਇਆ। ਪਹਿਲੀ ਪੰਕਤੀ 'ਚ ਕੀ ਕਿਹਾ? ਗੁਣ ਕਿਹਦੇ ਗਾ ਰਿਹਾ? ਸੋਈ ਸਿਮਰ ਸੋਈ ਪੁਰਖ ਅਚਲ ਵਿਨਾਸ਼ੀ। ਉਹ ਅਚਲ ਵਿਨਾਸ਼ੀ ਹੈ, ਤਾਂ ਉਹ ਅਲੱਗ ਹੈ। ਤੇਰੀ ਉਸਤਤੀ ਮੈਂ ਤਾਂ ਕਰਦਾ, ਤਾਂ ਆ ਜਿਹੜੀ ਜਿੱਤ ਲਈ। ਭਗਤੀ ਜੋਗ ਕੋ ਜੈਤਵਾਰ ਹਰ ਜਨਕ ਉਪਾਇਓ। ਭਗਤ ਜੋਗ ਕੋ, ਭਗਤੀ ਜੋਗ ਕੋ ਜੈਤਵਾਰ। ਭਗਤੀ ਯੋਗ ਦੇ ਨਾਲ ਜਿੱਤ ਪ੍ਰਾਪਤ ਕਰਨ ਵਾਲਾ ਭਗਤ ਯੋਗ ਹੈ ਨਾ, ਇਹ ਗਿਆਨ ਯੋਗ ਹੈ। ਭਗਤੀ ਕੀ ਹੈ? ਸਾਡੀ ਗੁਰ ਕੀ ਮਤ ਲੈਣਾ। ਗੁਰ ਕੀ ਮਤ ਲਈ ਆ, ਗੁਰਮਤ ਲਈ ਆ ਨਾ, ਇਹੀ ਯੋਗ ਹੋਇਆ ਤੇਰਾ। ਗੁਰਮਤ ਨਾਲ ਜੁੜ ਕੇ ਇੱਕ ਮਨ ਇੱਕ ਚਿੱਤ ਹੋਇਆ। ਇੱਕ ਮਨ ਇੱਕ ਚਿੱਤ ਹੋਏ ਬਿਨਾਂ ਤਾਂ ਗੁਰਮਤ ਲਈਓ ਨਹੀਂ ਜਾ ਸਕਦੀ। ਸਮਝ ਨਹੀਂ ਆਉਂਦੀ ਇਹ। ਹਾਂਜੀ, ਹਰ ਜਨਕ ਉਪਾਇਓ। ਹਰ ਜਨ ਕੋ ਪਾਇਓ। ਐ ਜਾਣੀਆ ਪਰਮੇਸ਼ਰ ਨੇ ਇੱਕ ਜਾਣਕਾਰ ਐਸਾ ਪੈਦਾ ਕਰਤਾ ਗੁਰਮਤ ਦਾ। ਉਪਾਇਓ, ਆ ਜਨਮ ਹੈ ਉਪਾਇਓ। ਇਹ ਉਪਾਏ ਉੱਪਰ ਲੈ ਆਂਦਾ ਸਾਰਿਆਂ ਤੇ। ਜਿਹੜੇ ਦੂਏ ਜਾਣਕਾਰ ਨੇ ਉੱਚਾ ਚੱਕਤਾ ਸਭ ਨੂੰ ਗਿਆਨ ਇਹਦਾ। ਸ਼ਬਦ ਗੁਰੂ ਪ੍ਰਕਾਸ਼ਿਓ। ਜਿੱਤ ਪ੍ਰਾਪਤ ਕਰਨੀ। ਭਗਤੀ ਜੋਗ ਕੋ ਜੈਤਵਾਰ ਹਰ ਜਨਕ ਉਪਾਇਓ। ਮਨ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ। ਆਪਣਾ ਮਨ ਜਿੱਤਿਆ, ਜਿਹੜਾ ਜੈਤਵਾਰ ਹੈ, ਜਿੱਤਿਆ ਮਨ ਉਹਨੇ ਆਪਣਾ। ਹਾਂ, ਹਰ ਜਨਕ ਉਪਾਇਓ। ਭਗਤੀ ਯੋਗ ਦੇ ਨਾਲ। ਇਹ ਭਗਤੀ ਯੋਗ ਹੈ ਸਾਡਾ। ਭਗਤੀ ਯੋਗ ਕੀ ਹੈ? ਗੁਰਮਤਿ ਲੈਣੀ ਭਗਤੀ ਹੈ। ਇਹੀ ਗਿਆਨ ਮਾਰਗ ਹੈ। ਇਹਦੇ ਨਾਲ ਮਨ ਜਿੱਤਿਆ ਜਾਣਾ। ਗਿਆਨ ਕਾ ਵੱਧਾ ਬਣ ਰਿਹਾ। ਸ਼ਬਦ ਜਨ ਕੋ ਪਾਇਓ, ਜਨਕ ਪੈਦਾ ਕੀਤਾ, ਜਾਣਨ ਵਾਲਾ ਪੈਦਾ ਕੀਤਾ ਕਿ ਐ ਮਨ ਜਿੱਤਿਆ ਜਾਂਦਾ ਹੈ। ਲੋਕਾਂ ਨੂੰ ਦੱਸਿਆ ਵੀ ਮਨ ਐ ਜਿੱਤੀਦਾ, ਆਪ ਜਿੱਤਿਆ ਹੀ ਨਹੀਂ ਕਿ ਲੋਕਾਂ ਨੂੰ ਸਮਝਾਇਆ ਵੀ ਹੈ, ਜਿੱਤਣ ਦੀ ਵਿਧੀ ਵੀ ਸਮਝਾਈ ਹੈ। ਹਾਂ, ਜੈਤਵਾਰ ਹਰ ਜਨ ਕੋ ਪਾਇਓ। ਸ਼ਬਦ ਗੁਰੂ ਪ੍ਰਕਾਸ਼ਿਓ। ਇਹੀ ਜਨਕ ਹੈ। ਹੁਣ ਪੰਜਵੇਂ ਪਾਤਸ਼ਾਹ ਨੂੰ ਵੀ ਜਨਕ ਕਹਿਤਾ। ਜਨਕ ਦਾ ਮਤਲਬ ਹੈ ਉਸ ਵੇਲੇ ਚਾਹੇ ਭੱਟ ਵੀ ਬਾਣੀ ਲਿਖਣ ਵਾਲੇ ਹੈ, ਪਰ ਇਹ ਜਨ ਹੈ, ਉਹ ਜਨਕ ਹੈ। ਜਦ ਇੱਕ ਤੋਂ ਵੱਧ ਆਦਮੀ ਹੁੰਦੇ ਨੇ ਨਾ ਜਾਣਨ ਵਾਲੇ ਉਸ ਅਵਸਥਾ ਦੇ, ਉਦੋਂ ਜਨਕ ਦੀ ਲੋੜ ਪੈਂਦੀ ਹੈ ਕਹਿਣ ਦੀ। ਕਬੀਰ ਦੇ ਵਿੱਚ ਨਹੀਂ ਜਨਕ ਆਇਆ ਹੋਇਆ। ਕਬੀਰ ਭਗਤ ਹੈ, ਉਹਨਾਂ ਭਗਤਾਂ ਨੂੰ ਕਿਸੇ ਨੂੰ ਜਨਕ ਨਹੀਂ ਕਿਹਾ ਹੋਇਆ। ਨਾਨਕ ਨਾਲ ਨਹੀਂ ਆਇਆ, ਪਹਿਲੇ ਪਾਤਸ਼ਾਹ ਨੂੰ। ਨਾਨਕ ਨਾਲ ਨਹੀਂ ਜਨਕ ਆਇਆ। ਉਸ ਵੇਲੇ ਤੀਜੇ ਪਾਤਸ਼ਾਹ ਤੋਂ ਸ਼ੁਰੂ ਹੋਇਆ ਤੂੰ ਦਾ ਜਨਕ ਰਾਜ ਅਵਤਾਰ। ਹਾਂ, ਸ਼ਬਦ ਕਿਉਂਕਿ ਉਸ ਵੇਲੇ ਸੰਗਤ ਦੇ ਵਿੱਚ ਹੋਰ ਬੰਦੇ ਵੀ ਹੈ ਜਿਹਨਾਂ ਨੂੰ ਸਮਝ ਹੈ। ਉਸ ਵੇਲੇ ਹੋਰ ਬੰਦੇ ਉਸੇ ਲੈਵਲ ਦੇ ਹੈ, ਪਰ ਵਿਆਖਿਆ ਨਹੀਂ ਕਰ ਸਕਦੇ ਉਸ ਲੈਵਲ ਦੀ। ਇਹ ਕਰਨੀ ਨਹੀਂ ਚਾਹੁੰਦੇ। ਕਿਉਂ? ਲੈਵਲ ਘੱਟ ਹੈ। ਜਿਵੇਂ ਹੁਣ ਸੁੰਦਰ ਹੋਇਆ, ਵਿਆਖਿਆ ਕੀਤੀ ਹੋਈ ਹੈ। ਸੁੰਦਰ ਤਾਂ ਸੀਗਾ ਹੀ, ਫਿਰ ਉਹਦੀ ਬਾਣੀ ਆਪਣੇ ਕੋਲ 7 ਬਲਵੰਡ ਹੈਗੇ ਸੀ, ਸਾਡੇ ਕੋਲ ਬਾਣੀ ਹੈ ਉਹਨਾਂ ਦੀ। ਤੇ ਜਨਕ ਤਾਂ ਕਿਹਾ, ਨਾਲ ਦੂਏ ਜਨ ਵੀ ਹੈਗੇ ਨੇ, ਭੱਟ ਹੈਗੇ ਨੇ। ਇਹ ਜਨ ਨੇ, ਭੱਟ ਜਨਕ ਨਹੀਂ ਹੈ। ਉਹਨਾਂ ਨੇ ਆਪਣੇ ਆਪ ਨੂੰ ਜਨ ਕਿਹਾ। ਕਿਸੇ ਜਨ ਨੇ ਉਹਨੂੰ ਜਨ ਕਿਹਾ ਵੀ ਮੇਰੇ ਨਾਲੋਂ ਵੱਡਾ ਤੂੰ, ਮੇਰੇ ਨਾਲੋਂ ਸੀਨੀਅਰ ਹੈ। ਜੂਨੀਅਰ ਸੀਨੀਅਰ ਤਾਂ ਹੁੰਦੇ ਹੀ ਨੇ ਨਾ। ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ। ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਸਾਇਓ। ਸ਼ਬਦ ਗੁਰੂ ਦਾ ਪ੍ਰਕਾਸ਼ ਕੀਤਾ ਹੈ।
ਪ੍ਰਕਾਸਿਓ ਲਫ਼ਜ਼ ਵਰਤਿਆ ਭੱਟਾਂ ਨੇ ਸਿਰਫ, ਗੁਰਮਤਿ ਨੇ ਪ੍ਰਕਾਸ਼ ਵਰਤਿਆ। ਉਹ ਪ੍ਰਕਾਸ਼ ਲਫ਼ਜ਼ ਵੀ ਇਸੇ ਸੈਂਸ ਵਿੱਚ ਆਇਆ ਹੋਇਆ ਹੈ। ਉਸ ਵੇਲੇ ਪ੍ਰਕਾਸ਼ ਇਸ ਸੈਂਸ ਵਿੱਚ ਆਉਂਦਾ ਸੀ ਜਦ ਭੱਟਾਂ ਦੀ ਬੋਲੀ ਤੇ ਪਹਿਲਾਂ। ਬਾਅਦ ਦੇ ਵਿੱਚ ਪ੍ਰਕਾਸ਼ ਹੈ ਸੰਸਾਰੀ ਲਾਈਟ ਨੂੰ ਜਦ ਤੇ ਕਹਿਣ ਲੱਗ ਗਏ। ਗੁਰਬਾਣੀ ਨੇ ਪ੍ਰਕਾਸ਼ ਤੇ ਪ੍ਰਕਾਸ਼ ਕਰਤਾ, ਅੱਡ ਕਰ ਲਿਆ ਆਪਣਾ ਸ਼ਬਦ। ਪੜ੍ਹਦੇ ਨੇ ਜਾਂ ਬਾਟ ਪਾੜੀ ਨਾ, ਉਹ ਪ੍ਰਕਾਸ਼ ਬਾਹਰਲੇ ਨੂੰ ਕਹਿਣ ਲੱਗ ਗਿਆ, ਸੂਰਜ ਦਾ ਪ੍ਰਕਾਸ਼। ਉਹਨਾਂ ਨੇ ਲਫ਼ਜ਼ ਪ੍ਰਕਾਸ਼ ਕਰਤਾ ਆਪਣੀ ਡਿਕਸ਼ਨਰੀ 'ਚ, ਪ੍ਰਕਾਸ਼ ਛੱਡਤਾ। ਹਰ ਰਸਨ ਬਸਾਇਓ, ਵੀ ਇਹ ਪ੍ਰਕਾਸ਼ ਲਫ਼ਜ਼ ਨੂੰ ਨਾ ਭੁਲੇਖਾ ਪਾਊਗਾ। ਹੁਣ ਤਾਂ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਹਿਣ ਲੱਗ ਕੇ ਕਰਦੇ ਆ। ਵੀ ਦੱਸੋ ਕੀ ਪ੍ਰਕਾਸ਼ ਕਰਦੇ ਹੋ ਬਈ? ਰਾਤ ਨੂੰ ਪ੍ਰਕਾਸ਼ ਕਰਕੇ ਦਿਖਾਓ, ਤੁਸੀਂ ਚਾਨਣ ਕਰਦੇ ਹੋ। ਜਾਂ ਤਾਂ ਤੁਸੀਂ ਪ੍ਰਕਾਸ਼ ਕਰ ਦਿਓ ਵੀ ਇਹਦੇ ਨਾਲ ਲਾਈਟਾਂ ਦੀ ਲੋੜੇ ਨਾ ਰਹੇ। ਫਿਰ ਪਤਾ ਨਹੀਂ ਕਿਉਂ ਕਿੱਥੋਂ ਲਫ਼ਜ਼ ਕੱਢ ਲੈਂਦੇ ਨੇ, ਕਿਵੇਂ ਭਾਸ਼ਾ ਇਹਨਾਂ ਨੇ ਵਿਗਾੜੀ ਹੈ ਮੂਰਖਾਂ ਨੇ। ਕੋਈ ਉਹ ਲਫ਼ਜ਼ ਕੱਢ ਕੇ ਠੋਕ ਲੈਂਦੇ ਨੇ ਉੱਥੇ। ਫਿਰ ਕੌਣ ਸਮਝੂਗਾ? ਗੁਰਬਾਣੀ ਨੂੰ ਸਮਝਣ ਦੀ ਪ੍ਰੋਬਲਮ ਆ ਜੂਗੀ। ਤੁਸੀਂ ਆਪਣੀ ਭਾਸ਼ਾ ਹੀ ਵਿਗਾੜ ਲਈ ਸਾਰੀ। ਜਾਂ ਤਾਂ ਉਹ ਚਾਹੁੰਦੇ ਨੇ ਵੀ ਲੋਕ ਇਹ ਸਮਝ ਲੈਣ, ਗੁਰੂ ਗ੍ਰੰਥ ਸਾਹਿਬ ਨੂੰ ਸਮਝੇ ਨਾ ਲੈਣ, ਜਾਂ ਪ੍ਰਕਾਸ਼ ਦੇ ਵਾਸਤੇ ਸੌਖੇ ਜਿਹੇ ਕਰਤੇ ਵੀ ਆਹੀ ਪ੍ਰਕਾਸ਼ ਹੈ ਜੀ। ਹਾਂ, ਸ਼ਬਦ ਗੁਰੂ ਪ੍ਰਕਾਸ਼ਿਓ, ਹਰ ਰਸਨ ਬਸਾਇਓ। ਹੁਣ ਸ਼ਬਦ ਗੁਰੂ ਦਾ ਪ੍ਰਕਾਸ਼ ਤਾਂ ਕੀਤਾ ਪੰਜਵੇਂ ਪਾਤਸ਼ਾਹ ਨੇ ਕੀਤਾ ਨਾ। ਇਹ ਪ੍ਰਕਾਸ਼ ਕਰਦੇ ਨੇ ਸ਼ਬਦ ਗੁਰੂ ਉਹਦਾ। ਇਹ ਬਰਾਬਰ ਹੋ ਗਏ, ਪੰਜਵੇਂ ਪਾਤਸ਼ਾਹ ਦੇ ਬਰਾਬਰ ਦਾ ਕੰਮ ਕਰ ਰਹੇ ਨੇ ਇਹ ਪ੍ਰਕਾਸ਼ ਕਰਕੇ। ਇਹਦਾ ਮਤਲਬ ਹੈ ਉਹ ਵੀ ਪ੍ਰਕਾਸ਼ ਕੀਤਾ, ਕਹਿੰਦੇ ਅਸੀਂ ਵੀ ਪ੍ਰਕਾਸ਼ ਕਰਦੇ ਹਾਂ। ਦੋਵਾਂ 'ਚ ਫਰਕ ਕੀ ਹੋਇਆ? ਭੱਟ ਦਾ ਕਹਿ ਰਿਹਾ ਗੁਰੂ ਅਰਜਨ ਦੇਵ ਜੀ ਨੇ ਕੀਤਾ ਸ਼ਬਦ ਗੁਰੂ ਪ੍ਰਕਾਸ਼ਿਓ। ਉਹ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਤਾ। ਇਹਨਾਂ ਦੋਹਾਂ 'ਚ ਫਰਕ ਕੀ ਹੋਇਆ ਹੁਣ ਇਹ ਦੱਸੋ? ਹੁਣ ਬੁੱਝੋ ਕੀ ਫਰਕ ਆ ਦੋਹਾਂ 'ਚ? ਇਹਨਾਂ ਦਾ ਪ੍ਰਕਾਸ਼ ਕਿਹਦੇ ਅੰਦਰ ਹੋਇਆ? ਉਹਨੇ ਤਾਂ ਥੋੜਾ ਦੀਵੇ ਜਗਾਤੇ ਸਾਰਿਆਂ ਦੇ ਅੰਦਰ, ਤੁਸੀਂ ਤੁਹਾਡੇ ਆਪਣੇ ਅੰਦਰ ਨਹੀਂ ਜਗਿਆ। ਨਾਂ ਤਾਂ ਤੁਸੀਂ ਪ੍ਰਕਾਸ਼ ਰੱਖ ਲਿਆ, ਸ਼ਬਦ ਗੁਰੂ ਵੀ ਨਾਂ ਰੱਖ ਲਿਆ, ਪਰ ਇੱਥੇ ਆ ਜਿਹੜਾ ਲਿਖਿਆ ਸੀ ਇਹਦਾ ਕੀ ਬਣੂ ਹੁਣ? ਇਹਦਾ ਤਾਂ ਖਿਆਲ ਰੱਖ ਲੈਂਦੇ ਵੀ ਜਿਹੜਾ ਤੁਸੀਂ ਬੱਕ ਮਾਰਦੇ ਹੋ, ਆਪਣੀ ਭਾਸ਼ਾ ਬਣਾਈ ਜਾਂਦੇ ਉਲਟ ਫੁਲਟ, ਜਾਂ ਗੁਰਬਾਣੀ ਪੜ੍ਹੋਗੇ ਫਿਰ ਕੀ ਜਵਾਬ ਦਓਗੇ? ਇਹਦੇ ਅਰਥ ਕੀ ਬਣਨਗੇ? ਦੂਏ ਮੁਲਕਾਂ ਦੇ ਲੋਕ ਤੁਹਾਨੂੰ ਕੀ ਕਹਿਣਗੇ? ਦੂਈ ਭਾਸ਼ਾ ਵਾਲੇ ਵੀ ਤੁਸੀਂ ਮੂਰਖੇ ਸੀ, ਤੁਹਾਨੂੰ ਪਤਾ ਹੀ ਨਹੀਂ ਵੀ ਅਸੀਂ ਕੀ ਬੋਲ ਰਹੇ ਹਾਂ, ਬੱਕ ਮਾਰ ਰਹੇ ਹਾਂ। ਇਹ ਮਹਾਂਪੁਰਸ਼ਾਂ ਦੇ ਰੱਖੇ ਨੇ ਬਹੁਤੇ ਬੜਿਆਂ ਦੇ। ਇਹਦਾ ਮਤਲਬ ਉਹ ਜੱਟ ਤੇ ਉਹ ਜੱਡ ਪਤਾ ਕੁਝ ਵੀ ਨਹੀਂ ਸੀ, ਉਹ ਜੱਡਾਂ ਦੇ ਰੱਖੇ ਨਾ ਉਹਨੇ। ਫਿਰ ਕਹਿੰਦੇ ਜੀ ਇਹਦਾ ਜੀ ਐਂ ਬੋਲ ਦਿੰਦੇ ਨੇ ਮਹਾਂਪੁਰਖਾਂ ਨੂੰ। ਉਹ ਜੱਡਾਂ ਨੂੰ ਕੀ ਕਹੀਏ ਜਿਨ੍ਹਾਂ ਨੇ ਸਾਰਾ ਤੁਹਾਨੂੰ ਤਾਂ ਉੱਲੂ ਬਣਾਤਾ ਉਹਨਾਂ ਨੇ, ਬਿਲਕੁਲ ਪੱਥਰ ਬਣਾਤਾ ਉਹ ਜੱਡਾਂ ਨੇ। ਤੁਸੀਂ ਉਹਨਾਂ ਨੂੰ ਮਹਾਂਪੁਰਸ਼ ਮੰਨਦੇ, ਖੂਹ 'ਚ ਡਿਗੋ, ਖਾਤੇ 'ਚ ਉਹ ਡਿਗੇ ਨੇ, ਖੂਹ 'ਚ ਤੁਸੀਂ ਡਿੱਪੋ, ਅਸੀਂ ਕਰੀਏ ਤੁਹਾਨੂੰ? ਤੁਸੀਂ ਤਾਂ ਪਿਛਲਿਆਂ ਨੂੰ ਵੀ ਬੰਨਾ ਲਾਤਾ, ਕੋਈ ਸਮਝੇ ਨਾ ਲਵੇ ਗੁਰਬਾਣੀ ਨੂੰ। ਜੇ ਕੋਈ ਬਜਰੀ ਦਾ ਟਰੱਕ ਕੋਈ ਲੀਕ ਕਰ ਜਵੇ ਕਹਿੰਦੇ ਦਰਾਂ ਮੂਹਰੇ, ਅਗਲੇ ਚੱਕ ਕੇ ਰੂੜੀ ਦੇ ਸੜ ਦਿੰਦੇ ਨੇ ਉਹਨੂੰ ਪਰੇ। ਦਰਾਂ ਮੂਹਰੇ ਨਹੀਂ ਰਹਿਣ ਦਿੰਦਾ ਕੋਈ, ਚਾਹੇ ਕੰਮ ਦੀ ਕੋਈ ਚੀਜ਼ ਆ ਉਹ ਵੀ। ਉਹ ਹੁਣ ਕਿਸੇ ਦੇ ਦਰਾਂ ਮੂਹਰੇ ਬਜਰੀ ਡੁੱਲ ਜਾਵੇ, ਉਹ ਛੱਡ ਉੱਥੇ ਰੱਖੂਗਾ ਉਹਨੂੰ, ਉਹਨੇ ਕਰਨੀ ਹੈ ਜੇ ਉਹਦੇ ਕੰਮ ਨਹੀਂ। ਤੁਹਾਡੇ ਕੰਮ ਦੀ ਉਹ ਲੈ ਜਾਓ ਚੱਕ ਕੇ, ਤੁਸੀਂ ਚੱਬ ਲਓ ਉਹਨੂੰ। ਹਰ ਰਸਨ ਬਸਾਇਓ, ਤੁਸੀਂ ਕੀ ਕਰ ਰਹੇ ਹੋ? ਗੁਰਬਾਣੀ ਦੇ ਵਿੱਚ ਪ੍ਰਕਾਸ਼ਿਓ ਸ਼ਬਦ ਆਇਆ ਹੋਇਆ ਹੈ, ਸ਼ਬਦ ਗੁਰੂ ਪ੍ਰਕਾਸ਼ਿਓ। ਤੁਸੀਂ ਸ਼ਬਦ ਗੁਰੂ ਕਿਹਦਾ ਨਾਂ ਰੱਖ ਲਿਆ? ਪ੍ਰਕਾਸ਼ਿਓ ਫੇਰ ਨਾਂ ਰੱਖ ਲਿਆ। ਇਹਦਾ ਕੀ ਕਰਾਂਗੇ ਅਸੀਂ ਅਰਥ? ਹੁਣ ਸ਼ਬਦ ਗੁਰੂ ਪ੍ਰਕਾਸ਼ਿਓ ਤਾਂ ਫਿਰ ਇਹੀ ਹੋ ਸਕਦਾ ਵੀ ਆ ਜੀ ਗੁਰੂ ਗ੍ਰੰਥ ਸਾਹਿਬ ਬਣਾ ਕੇ ਉੱਥੇ ਪ੍ਰਕਾਸ਼ ਕਰਤਾ। ਤਾਂ ਹੀ ਤਾਂ ਬੂਕਦੇ ਤੇ ਇਹੋ ਜਿਹਾ ਮੈਂ ਕਿਹਾ ਪ੍ਰਕਾਸ਼ ਹੁੰਦਾ ਹੀ ਨਹੀਂ, ਵੀ ਪ੍ਰਕਾਸ਼ ਕੀਤਾ ਹੀ ਨਹੀਂ ਉੱਥੇ, ਤਾਂ ਹੀ ਰੌਲਾ ਪਾਉਂਦੇ ਤੇ। ਇਹ ਤਾਂ ਕਹਿੰਦੇ ਉੱਥੇ ਪ੍ਰਕਾਸ਼ ਹੀ ਨਹੀਂ ਹੋਇਆ, ਅਸੀਂ ਰੋਜ਼ ਪ੍ਰਕਾਸ਼ ਕਰਦੇ ਹਾਂ। ਆਹ ਪ੍ਰੋਬਲਮ ਸੀ ਉਹਨਾਂ ਨੂੰ ਪ੍ਰਕਾਸ਼ ਦਾ ਜਿਹੜਾ, ਵੀ ਫਿਰ ਤਾਂ ਆਹ ਪ੍ਰਕਾਸ਼ ਜਿਹੜਾ ਕਹਿੰਦੇ ਵੀ ਜਾਊ ਸਾਡਾ। ਮੈਂ ਕਿਹਾ ਪ੍ਰਕਾਸ਼ ਉੱਥੇ ਹੋਇਆ ਹੀ ਨਹੀਂ, ਇਹ ਪ੍ਰਕਾਸ਼ ਹੁੰਦਾ ਹੀ ਨਹੀਂ, ਨਾਲੇ ਇਹ ਪ੍ਰਕਾਸ਼ ਹੀ ਨਹੀਂ ਹੈ, ਇਹਨੂੰ ਪ੍ਰਕਾਸ਼ ਨਹੀਂ ਕਹਿੰਦੇ। ਇਹ ਤਾਂ ਹੁਣ ਕਹਿਣ ਲੱਗੇ ਨੇ ਥੋੜੇ ਸਾਲ ਤੇ ਪ੍ਰਕਾਸ਼। ਮਹਾਰਾਜ ਖੋਲਿਆ ਕਹਿੰਦੇ ਹੁੰਦੇ ਤੇ 60 ਸਾਲ ਪਹਿਲਾਂ। ਅਗਰ ਜੋ ਕੁੱਕਿਆਂ ਨੇ ਉੱਥੇ ਉਹ ਕਲਾਲ ਮਹਾਰਾਜ ਖੋਲਿਆ, ਸਾਡੇ ਪਾਠ ਖੋਲਿਆ ਕਹਿੰਦੇ ਹੁੰਦੇ ਤੇ, ਪਾਠ ਖੋਲਿਆ ਮਹਾਰਾਜ ਖੋਲਿਆ
ਬੰਨਿਆ ਹੋਇਆ ਸੀ। ਫਿਰ ਇਹ ਕਹਿਣ ਲੱਗ ਗਏ ਮਿਸ਼ਨਰੀ ਵੀ ਐਂ ਨਾ ਕਿਆ ਕਰੋ, ਆਹ ਕਿਆ ਕਰੋ। ਇਹ ਮਿਸ਼ਨਰੀ ਵਾਲਿਆਂ ਦੀ ਰੱਖੀ ਹੋਈ ਹੈ ਵੀ ਇਹ ਨਾ ਕਹੋ, ਉਹ ਜੀ ਜਲੂਸ ਨਾ ਕਹੋ, ਨਗਰ ਕੀ। ਇਹ ਹੁਣ ਦੇ ਲਫ਼ਜ਼ ਬਣਾਏ ਹੋਏ ਨੇ ਇਹਨਾਂ ਦੇ ਮੀਣਿਆਂ ਦੇ ਵੀ ਖੋਲ੍ਹਿਆ ਗਿਆ। ਉਹ ਜਦ ਬੰਨਿਆ ਹੋਇਆ ਖੋਲ੍ਹਣਾ ਹੀ ਆ। ਉਹ ਬੰਨਿਆ ਤਾਂ ਹੋਇਆ ਤੁਹਾਡਾ, ਬੰਨਿਆ ਨਹੀਂ ਹੋਇਆ। ਫਿਰ ਉਹ ਸੱਚੇ ਬੋਲ ਦਿੱਤੇ, ਜੋ ਚੀਜ਼ ਬੰਨੀ ਹੈ ਖੋਲ੍ਹਣੀ ਹੋਈ ਆ। ਉਹ ਕਿਤਾਬ ਖੋਲ ਕੇ ਕਹਿੰਦੇ ਆਪਾਂ, ਕਿਤਾਬ ਖੋਲ੍ਹੀ ਦੀ ਨਹੀਂ ਹੁੰਦੀ, ਪਤਾ ਬੰਦ ਕਰ ਦੀ। ਉਹ ਨਹੀਂ ਮੂੰਹ ਵੀ ਬੰਨਿਆ ਹੁੰਦਾ, ਰੁਮਾਲਿਆਂ ਨੂੰ ਬੈਠਿਆ ਹੁੰਦਾ, ਉੱਤੇ ਬੰਨ੍ਹ ਕੇ ਲਿਆਉਂਦੇ ਨੇ ਜਾਂ ਲੈ ਕੇ ਆਉਂਦੇ ਨੇ। ਉਹ ਖੋਲ੍ਹਣਾ ਹੀ ਹੈ, ਫਿਰ ਹੋਰ ਕੀ ਕਰਨਾ। ਗੁਰੂ ਨਾਨਕ ਓਏ ਉਹਨਾਂ ਗੱਲਾਂ ਨਾਲ ਨਹੀਂ ਫਰਕ ਪੈਂਦਾ। ਫਰਕ ਤਾਂ ਆ ਪੈ ਗਿਆ ਅਰਥਾਂ ਨਾਲ। ਤੁਸੀਂ ਕਰਦੇ ਕੀ ਹੋ? ਸ਼ਰਾਰਤਾਂ, ਬੜਾ ਜੀ ਸਤਿਕਾਰ ਜੀ, ਫਲਾਨਾ ਜੀ ਢਿਮ, ਬੜਾ ਸਤਿਕਾਰ ਕਰਦੇ ਹੋ ਤੁਸੀਂ। ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ। ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ। ਗੁਰੂ ਨਾਨਕ ਦੇ ਨਾਲ ਅੰਗਦ ਅਮਰ ਜਿਹੜੇ ਲੱਗੇ ਨੇ ਨਾ, ਨਾਲੇ ਜੁੜ ਗਏ, ਚੇਨ ਬਣਦੀ ਹੈ, ਦੂਏ ਨਾਲ ਦੂਰੀ ਖੋੜੀ ਫਸਦੀ ਚਲੀ ਜਾਂਦੀ ਹੈ। ਗੁਰੂ ਨਾਨਕ ਅੰਗਦ ਅਮਰ ਲਾਗ, ਗੁਰੂ ਨਾਨਕ ਦੇ ਨਾਲ ਅੰਗਦ ਜੁੜਿਆ, ਅੰਗਦ ਦੇ ਨਾਲ ਅਮਰ ਜੁੜਿਆ, ਜੜ ਬਣੀ ਨਾ ਚੇਨ। ਉੱਤਮ ਪਦ ਪਾਇਓ, ਉੱਤਮ ਪਦ ਪਾਇਓ। ਸਭ ਤੋਂ ਉੱਚੀ ਪਦਵੀ ਪ੍ਰਾਪਤ ਕਰ ਲਈ। ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉੱਤਰ ਆਇਓ। ਦੇਖੋ ਤਿੰਨੇ ਅੱਡ ਕਰਤੇ, ਇਹਨੂੰ ਫੇਰ ਕਰਤੇ। ਰਾਮਦਾਸ ਦੀ ਗੱਲ ਫੇਰ ਕੋੜੀ ਬਣਾਤੀ ਨਾ ਤਿੰਨਾਂ ਦੀ। ਉਹ ਦਸਮ ਪਾਤਸ਼ਾਹ ਦੀ ਉਹ ਜਿਹੜੀ ਗੱਲ ਹੈ, ਇੱਥੇ ਫੇਰ ਆ ਗਈ। ਉਹ ਇੱਥੋਂ ਲਾਈਨ ਬਦਲਣੀ ਹੈ। ਗੁਰ ਅਰਜਨ ਘਰ ਗੁਰ ਅਮਰਦਾਸ ਭਗਤ ਉੱਤਰ ਨਾ ਰਾਮਦਾਸ ਭਗਤ ਉੱਤਰ ਆਇਓ। ਭਗਤ ਉੱਤਰ ਆਇਓ। ਇਧਰ ਗੁਰ ਅਰਜਨ ਦੇ ਘਰ ਨਾ ਗੁਰ ਰਾਮਦਾਸ ਦੇ ਘਰ ਗੁਰ ਅਰਜਨ ਭਗਤ ਉਤਰਿਆ ਆ। ਇਹ ਕਿਹਾ ਇਹ ਅੱਡ ਹੈ, ਉਹ ਅੱਡ ਹੈ। ਇੱਥੇ ਲਾਗ ਵਾਲੀ ਗੱਲ ਨਹੀਂ ਆਈ। ਗੁਰੂ ਨਾਨਕ ਅੰਗਦ ਅਮਰ ਲਾਗ ਉੱਤਮ ਪਦ ਪਾਇਓ। ਉਹ ਤਾਂ ਜੁੜੇ ਨੇ ਆਪਸ ਵਿੱਚ, ਚੇਨ ਹੈ। ਇਹ ਅੱਡ ਨੇ, ਇਹ ਇੰਡੀਪੈਂਡੈਂਟ ਨੇ ਸਾਰੇ। ਇਸ ਕਰਕੇ ਉਹ ਬੇਦੀ ਨੇ, ਥੋੜੀ ਨੇ, ਇਹ ਥੋੜੀ ਨੇ। ਗੁਰੂ ਰਾਮਦਾਸ ਤੁਹਾਡੇ ਨਾਲ। ਹਾਂ, ਉਹ ਅਰਜਨ ਵੀ ਨਹੀਂ ਲਾਗ, ਅਰਜਨ ਨਾਲ ਵੀ ਰਾਮਦਾਸ ਨਾਲ ਲਾਗ ਨਹੀਂ ਆਈ। ਇਹ ਧੁਰੋਂ ਹੀ ਆਏ ਨੇ ਸਿੱਧੇ, ਸੋਢੀ ਨੇ ਜਿਹੜੇ ਬਚਪਨ ਦੇ ਹੀ ਹੋਏ ਨੇ। ਇਹ ਲੱਗਣ ਦੀ ਲੋੜ ਹੀ ਨਹੀਂ। ਬਾਲ ਬੁੱਧ ਸੀਗੀ, ਬਾਲ ਬੁੱਧ ਜੈਸੀ ਉਪਜੀ ਪੇੜ ਤੇ, ਕਬੀਰ ਨੇ ਕਿਹਾ ਸੀ, ਜੇ ਤੈਸੀ ਨਵੇਂ ਓੜ। ਇਹ ਪੇੜ ਤੇ ਜਿਹੇ ਜੀ ਬੁੱਧ ਪੈਦਾ ਹੋਈ ਸੀ, ਉਹ ਰਾਮਦਾਸ ਦੀ ਸੀ। ਭਗਤ ਉੱਤਰ ਆਇਓ। ਭਗਤ ਉੱਤਰ ਆਇਓ। ਉਹ ਉੱਥੋਂ ਹੀ ਭਗਤ ਉਤਰੇ ਨੇ, ਸਿੱਧੇ ਹੀ। ਉਹ ਤਾਂ ਸਿੱਧੇ ਹੀ ਭਗਤ ਉਤਰੇ ਨੇ। ਭਗਤ ਤੋਂ ਦੂਏ ਪਾਸੇ ਗਈ ਹੀ ਨਹੀਂ, ਮਨਮਤ ਵਾਲੇ ਪਾਸੇ ਦਾ ਰੰਗ ਚੜਿਆ ਹੀ ਨਹੀਂ। ਸਿੱਧੇ ਹੀ ਭਗਤ ਉਤਰੇ ਨੇ। ਹੁਕਮ 'ਚ ਆਏ ਤੇ ਹੁਕਮ 'ਚ ਰਹੇ ਨੇ।